ਸਤਿ ਸ਼੍ਰੀ ਅਕਾਲ ਜੀ। ਮੈਂ ਅਮਨ ਸ਼ਰਮਾ ਟੋਰਾਂਟੋ ਕੈਨੇਡਾ ਤੋਂ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ। ਉਹੀ ਪ੍ਰੋਗਰਾਮ ਜੋ ਤੁਸੀਂ ਰੋਜ਼ ਦੇਖਦੇ ਹੋ, ਚਰਚਾ ਲੈ ਕੇ। ਤੇ ਸਾਡੇ ਕੋਲੇ ਫਿਰ ਉਹੀ ਜੋ ਮੁੱਦਾ ਅੱਜ ਕੱਲ੍ਹ ਫਿਰ ਉਹੀ ਮੁੱਦਾ ਚੱਲ ਰਿਹਾ, ਜੋ ਮੇਨ ਮੁੱਦਾ ਅੱਜ ਕੱਲ੍ਹ ਜੋ ਆਪਾਂ ਨੂੰ ਸਭ ਦੇ ਸਾਹਮਣੇ ਸਭ ਨੂੰ ਪਤਾ ਇਸ ਚੀਜ਼ ਦਾ ਕਿ ਕਿਸਾਨ ਅੰਦੋਲਨ। ਅਸੀਂ ਤੁਹਾਨੂੰ ਹਰ ਵਾਰ ਆਉਂਦੇ ਹਾਂ ਤੇ ਹਰ ਰੋਜ਼ ਤੁਹਾਨੂੰ ਅਪਡੇਟ ਦਿੰਦੇ ਹਾਂ ਇਸ ਬਾਰੇ ਕਿ ਅੱਜ ਕੱਲ੍ਹ ਹੋ ਕੀ ਰਿਹਾ ਬਾਰਡਰ ਦੇ ਉੱਪਰ। ਜੋ ਤੁਸੀਂ ਦੇਖਿਆ ਕਿ ਲੱਖਾਂ ਕਿਸਾਨ ਜਿਹੜੇ ਇਕੱਠੇ ਹੋਏ ਨੇ ਉੱਥੇ ਇਸ ਟਾਈਮ ਦਿੱਲੀ ਦੇ ਬਾਰਡਰ ਦੇ ਉੱਪਰ। ਉੱਥੇ ਬੜੇ ਰੋਜ਼ ਦੀਆਂ ਨਵੀਂ ਘਟਨਾਵਾਂ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਨੇ। ਤੇ ਪਰ ਕਾਰਨ ਇਹੀ ਹੈ ਕਿ ਉੱਥੇ ਉਸ ਜਗ੍ਹਾ ਤੇ ਮੀਡੀਆ ਜੋ ਆਪਣਾ ਰੋਲ ਫੇਅਰ ਨਹੀਂ ਪਲੇ ਕਰ ਰਿਹਾ। ਕੁਛ ਉਹਨਾਂ ਨੇ ਕਿਸੇ ਪਾਰਟੀਕੁਲਰ ਸਮਝ ਲਓ ਪਾਰਟੀ ਦੇ ਨਾਲ ਲੱਗ ਕੇ ਜਾਂ ਕਿਸੇ ਚੀਜ਼ ਨਾਲ ਡਿਵਰਟ ਹੋ ਕੇ ਉਹੀ ਚੀਜ਼ ਨੂੰ ਜ਼ਿਆਦਾ ਸ਼ੋਅ ਕਰ ਰਹੇ ਨੇ, ਉਸੇ ਚੀਜ਼ਾਂ ਨੂੰ ਅਪਡੇਟ ਕਰਨ ਵਾਸਤੇ, ਤਾਂ ਕਿ ਅਸੀਂ ਲੋਕਾਂ ਨੂੰ ਦਿਖਾ ਸਕੀਏ ਕਿ ਉੱਥੇ ਹੋ ਕੀ ਰਿਹਾ ਐਗਜ਼ੈਕਟਲੀ। ਇਸ ਕਰਕੇ ਅਸੀਂ ਪ੍ਰੋਗਰਾਮ ਸ਼ੁਰੂ ਕੀਤਾ ਹੋਇਆ। ਇਹ ਕਰੰਟ ਮਾਮਲਿਆਂ ਤੇ ਸਾਡਾ ਪ੍ਰੋਗਰਾਮ ਹੈ। ਪ੍ਰੋਗਰਾਮ ਦਾ ਨਾਮ ਚਰਚਾ। ਤੁਸੀਂ ਹਰ ਰੋਜ਼ ਦੇਖਦੇ ਹੋ ਇਸ ਨੂੰ ਸ਼ਾਮ ਨੂੰ 10:30 ਵਜੇ ਟੋਰਾਂਟੋ ਟਾਈਮ। ਤੇ ਇਸ ਨੂੰ ਤੁਸੀਂ ਵੱਧ ਤੋਂ ਲਾਈਕ ਕਰੋ, ਸ਼ੇਅਰ ਕਰੋ, ਤਾਂ ਕਿ ਅਸੀਂ ਲੋਕਾਂ ਨੂੰ ਅਪਡੇਟ ਕਰ ਸਕੀਏ, ਤਾਂ ਕਿ ਜੋ ਐਗਜ਼ੈਕਟ ਪਿਕਚਰ ਉੱਥੇ ਕੀ ਚੱਲ ਰਹੀ ਹੈ ਅੱਜ ਕੱਲ੍ਹ ਪਿਕਚਰ ਆਪਾਂ ਦਿਖਾ ਸਕੀਏ। ਇਹ ਸਾਡਾ ਪ੍ਰੋਗਰਾਮ ਜੋ ਦਾ ਮੋਟਿਵ ਹੈ। ਇਹੀ ਸਾਡੇ ਜੋ ਫਿਰ ਤੁਹਾਨੂੰ ਇੱਕ ਵਾਰੀ ਪਹਿਲਾਂ ਵੀ ਲਾਸਟ ਐਪੀਸੋਡ 'ਚ ਵੀ ਇਹੀ ਗੱਲ ਕਰ ਰਹੇ ਸੀ, ਸਾਡਾ ਕੋਈ ਇਸ ਤਰ੍ਹਾਂ ਦਾ ਕੋਈ ਮੋਟਿਵ ਨਹੀਂ ਹੈ। ਅਸੀਂ ਆਪਣੀ ਮਾਤਰ ਭੂਮੀ ਨਾਲ ਪੂਰੀ ਡੈਡੀਕੇਟਡ ਹੈ। ਅਸੀਂ ਆਪਾਂ ਨੂੰ ਕੋਈ ਦੇਸ਼ ਦੇ ਵਿਰੁੱਧ, ਸਾਡੇ ਇੰਡੀਆ ਦੇ ਵਿਰੁੱਧ ਕੁਛ ਬੋਲੇ ਕੁਛ ਚੀਜ਼ਾਂ, ਉਹ ਸਾਨੂੰ ਕੋਈ ਪਸੰਦ ਨਹੀਂ ਹੈ। ਅਸੀਂ ਕੁਛ ਖਾਲਿਸਤਾਨ ਦੇ ਲਹਿਰ ਦੇ ਨਾਲ ਕੋਈ ਸਾਡੇ ਨਾਲ ਕੋਈ ਸੰਬੰਧ ਨਹੀਂ ਹੈ। ਜੋ ਇਸ ਅੰਦੋਲਨ ਦੇ ਨਾਲ ਜੋ ਚੀਜ਼ਾਂ ਕੁਛ ਜਿਵੇਂ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਰਿਲੇਟ ਕਰਨ ਦੀ, ਕੋਈ ਬੰਦਾ ਇਸ ਨੂੰ ਖਾਲਿਸਤਾਨੀ ਆਵਾਜ਼ ਉਠਾਉਂਦਾ ਹੈ, ਕੋਈ ਬੰਦਾ ਆਪਣੇ ਪਰਸਨਲ ਜੋ ਮੋਟਿਵ ਲੈ ਕੇ ਅੱਗੇ ਚੱਲ ਰਿਹਾ ਹੈ, ਜਾਂ ਕਿਸੇ ਧਰਮ ਦੀ ਗੱਲ ਕਰਦਾ ਹੈ। ਅਸੀਂ ਉਸ ਚੀਜ਼ ਨੂੰ ਕਿਸੇ ਨੂੰ ਐਂਡੋਰਸ ਨਹੀਂ ਕਰਦੇ। ਅਸੀਂ ਉਹ ਚੀਜ਼ਾਂ ਦੇ ਵਿਰੁੱਧ ਹਾਂ ਬਿਲਕੁਲ। ਅਸੀਂ ਸਿਰਫ ਕਿਸਾਨ ਦੇ ਨਾਲ ਖੜੇ ਹਾਂ। ਕਿਸਾਨ ਜੋ ਇਸ ਟਾਈਮ ਜੋ ਚੱਲ ਰਿਹਾ ਹੈ, ਕਿਸਾਨ ਦੀ ਜੋ ਪੀਸਫੁਲ ਪ੍ਰੋਟੈਸਟ ਚੱਲ ਰਿਹਾ, ਅਸੀਂ ਉਸ ਦਾ ਹਮੇਸ਼ਾ ਅਸੀਂ ਉਸ ਦਾ ਸਾਥ ਦਿੰਦੇ ਹਾਂ। ਤੇ 26 ਜਨਵਰੀ ਨੂੰ ਜੋ ਇੰਸੀਡੈਂਟ ਹੋਏ ਨੇ ਥੋੜੇ, ਉੱਥੇ ਜੋ ਕੁਛ ਵੀ ਹੋਇਆ ਉੱਥੇ ਉਸ ਜਗ੍ਹਾ ਤੇ, ਅਸੀਂ ਉਸ ਦਾ ਵੀ ਵਿਰੋਧ ਕਰਦੇ ਹਾਂ। ਉਹ ਵੀ ਜੋ ਨਹੀਂ ਹੋਣੇ ਚਾਹੀਦੇ ਸੀਗੇ, ਜਿਹੜਾ ਕਿ ਹਮੇਸ਼ਾ ਪੀਸਫੁਲ ਪ੍ਰੋਟੈਸਟ ਲੈ ਕੇ ਚੱਲ ਰਹੇ ਸੀਗੇ। ਜੋ ਆਪਣੇ ਆਗੂ ਨੇ, ਸੀਨੀਅਰ ਆਗੂ ਹੈਗੇ ਆਪਣੇ ਫਾਰਮਰਸ ਦੇ, ਪੀਸਫੁਲ ਪ੍ਰੋਟੈਸਟ ਲੈ ਕੇ ਕਹਿ ਕੇ ਚੱਲੇ ਸੀਗੇ। ਹੁਣ ਵੀ ਉਹੀ ਚੱਲ ਰਹੇ ਨੇ। ਕਈ ਵਾਰੀ ਕੁਝ ਬੰਦੇ ਇੰਪਲਾਂਟ ਕੀਤੇ ਜਾਂਦੇ ਨੇ, ਜਾਂ ਕਈ ਵਾਰੀ ਕੁਝ ਬੰਦੇ ਮਤਲਬ ਇਸ ਤਰ੍ਹਾਂ ਆਪਣੇ ਪਰਸਨਲ ਬੈਨੀਫਿਟ ਵਾਸਤੇ ਜਾਂ ਆਪਣੇ ਆਪ ਨੂੰ ਹਾਈਲਾਈਟ ਕਰਨ ਵਾਸਤੇ ਕੁਝ ਗਲਤ ਹਰਕਤਾਂ ਕਰਦੇ ਨੇ। ਜਿਹੜੇ ਬੰਦੇ ਇਸ ਚੀਜ਼ ਇਨਵੋਲਵ ਸੀਗੇ, ਅਸੀਂ ਉਹਨਾਂ ਦਾ ਬਿਲਕੁਲ ਵੀ ਵਿਰੋਧ ਕਰਦੇ ਹਾਂ। ਅਸੀਂ ਉਹਨਾਂ ਦੇ ਨਾਲ ਬਿਲਕੁਲ ਨਹੀਂ ਚੱਲਦੇ। ਫਿਰ ਉਹੀ ਗੱਲ ਜਿਸ ਤਰ੍ਹਾਂ ਦੱਸੀ ਹੈ ਕਿ ਅਸੀਂ ਦੇਸ਼ ਵਾਸਤੇ ਡੈਡੀਕੇਟਡ ਹੈ, ਆਪਣੇ ਦੇਸ਼ ਵਾਸਤੇ। ਤੇ ਸਾਡਾ ਕਿਸੇ ਤਰ੍ਹਾਂ ਦਾ ਕੋਈ ਮੋਟਿਵ ਨਹੀਂ ਹੈ ਕਿ ਅਸੀਂ ਆਪਣੇ ਦੇਸ਼ ਬਾਰੇ ਕੁਝ ਗਲਤ ਬੋਲੀਏ। ਸਿਰਫ ਸਾਨੂੰ ਨਾਰਾਜ਼ਗੀ ਹੈ ਆਪਣੇ ਜੋ ਨੀਤੀਆਂ, ਉੱਥੋਂ ਦੀਆਂ ਸਰਕਾਰਾਂ ਦੀਆਂ ਨੀਤੀਆਂ ਨੇ ਜਿਹੜੀਆਂ ਕਿ ਇਸ ਟਾਈਮ ਗਲਾ ਘੁੱਟਣ ਲੱਗੇ ਹੋਏ ਨੇ। ਉਸ ਜਗ੍ਹਾ ਤੇ ਫਾਰਮਰ ਦਾ ਗਲਾ ਘੁੱਟਣ ਲੱਗੇ ਨੇ, ਜਾਂ ਜਨਤਾ ਦੇ ਹਿੱਤ ਦੇ ਵਿੱਚ ਉਹ ਕੰਮ ਨਹੀਂ ਕਰ ਰਹੇ। ਇਸ ਚਰਚਾ ਦੇ ਵਿੱਚ ਸ਼ਾਮਿਲ ਹੋਏ ਨੇ ਮੇਰੇ ਨਾਲ ਉਪਿੰਦਰ ਸ਼ੈਲੀ ਜੀ। ਸਤਿ ਸ਼੍ਰੀ ਅਕਾਲ ਸ਼ੈਲੀ ਸਾਹਿਬ। ਸਤਿ ਸ਼੍ਰੀ ਅਕਾਲ ਸਰ। ਸ਼ੈਲੀ ਜੀ ਦੁਬਈ ਤੋਂ ਸਾਡੇ ਨਾਲ ਉੱਥੋਂ ਸ਼ਾਮਿਲ ਹੋਏ ਨੇ। ਅੱਜ ਕੱਲ੍ਹ ਉਹ ਇੰਡੀਆ ਗਏ ਹੋਏ ਨੇ। ਤੇ ਨਾਲ ਹੀ ਸਾਡੇ ਕੁਵਿੰਦਰ ਗਿੱਲ ਜੀ ਸਾਡੇ ਨਾਲ ਨੇ। ਸਤਿ ਸ਼੍ਰੀ ਅਕਾਲ ਕੁਵਿੰਦਰ ਗਿੱਲ ਜੀ। ਸਤਿ ਸ਼੍ਰੀ ਅਕਾਲ ਅਮਨ ਜੀ। ਸਤਿ ਸ਼੍ਰੀ ਅਕਾਲ ਸ਼ੈਲੀ ਜੀ। ਸਤਿ ਸ਼੍ਰੀ ਅਕਾਲ ਸਰ। ਅਸੀਂ ਇਹਨਾਂ ਦੇ ਨਾਲ ਹੀ ਕੋਸ਼ਿਸ਼ ਕਰਾਂਗੇ ਸੰਜੇ ਵਾਲਾ ਜੀ ਨੂੰ ਲੈਣ ਦੀ ਦਿੱਲੀ ਤੋਂ। ਉਹ ਵੀ ਸਾਡੇ ਨਾਲ ਕੁਝ ਚਿਰ ਬਾਅਦ ਜੁਆਇਨ ਕਰਨਗੇ। ਇਸ ਟਾਈਮ ਜੋ ਸਾਡੇ ਨਾਲ ਜੋ ਕੁਵਿੰਦਰ ਗਿੱਲ ਜੀ ਤੇ ਸ਼ੈਲੀ ਜੀ ਜੁੜੇ ਹੋਏ ਨੇ, ਉਹਨਾਂ ਨਾਲ ਅਸੀਂ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਕੋਲੇ ਆਊਂਗਾ ਜੀ। ਤੁਸੀਂ ਸ਼ੈਲੀ ਜੀ ਤੁਸੀਂ ਬੈਠੇ ਹੋ ਉੱਥੇ, ਤੁਹਾਨੂੰ ਸ਼ਾਇਦ ਉਸ ਚੀਜ਼ ਦਾ ਜ਼ਿਆਦਾ ਇਸ ਟਾਈਮ ਤੁਹਾਨੂੰ ਪਤਾ ਜ਼ਿਆਦਾ ਹੋਣੀ ਹੈ ਕਰੰਟ ਸਿਚੁਏਸ਼ਨ। ਤੁਸੀਂ ਇੰਡੀਆ ਪਹੁੰਚੇ ਹੋ ਇਸ ਟਾਈਮ। ਜਿਹੜਾ ਕਿਸਾਨ ਅੰਦੋਲਨ 26 ਜਨਵਰੀ ਤੋਂ ਇੰਸੀਡੈਂਟ ਤੋਂ ਬਾਅਦ ਇੱਕ ਵਾਰੀ ਲੱਗ ਰਿਹਾ ਸੀ ਕਿ ਸ਼ਾਇਦ ਇਹ ਡੀਰੇਲ ਹੋ ਗਿਆ, ਜਾਂ ਇਹ ਚੀਜ਼ਾਂ ਨੂੰ ਮਤਲਬ ਕੁਛ ਲੋਕਾਂ ਨੇ ਡੀਰੇਲ ਕਰਨ ਦੀ ਕੋਸ਼ਿਸ਼ ਕੀਤੀ ਸੀ। ਪਰ ਉਸ ਤੋਂ ਬਾਅਦ ਜਿਸ ਤਰ੍ਹਾਂ ਐਫਰਟਸ ਹੋਈਆਂ ਨੇ ਰਿਵਾਈਵ ਕਰਨੀਆਂ, ਟਕੈਤ ਸਾਹਿਬ ਦਾ ਰੋਲ ਇਹ 'ਚ ਬਹੁਤ ਪੋਜ਼ਿਟਿਵ ਰੋਲ ਹੈ। ਤੇ ਬਾਕੀ ਆਗੂਆਂ ਨੇ ਜਿੰਨਾ ਵੀ ਕਰਾ ਕੇ ਇਹਨਾਂ ਨੂੰ ਦੁਬਾਰੇ ਫਿਰ ਉਹੀ ਇਹਨਾਂ ਨੇ ਆਪਣੇ ਪੈਰਾਂ ਤੇ ਖੜਾ ਕੀਤਾ ਹੈ। ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਸ਼ੈਲੀ ਸਾਹਿਬ? ਹਾਂਜੀ, ਪਹਿਲਾਂ ਤਾਂ ਸਭ ਤੋਂ ਪਹਿਲਾਂ ਮੈਂ ਸਾਰੇ ਆਪਣੇ ਸਾਥੀ ਵੀਰਾਂ ਨੂੰ ਤੇ ਜੋ ਆਪਣੇ ਸਾਥੀ ਵੀਰ ਦੇਖ ਰਹੇ ਨੇ, ਜੁੜੇ ਹੋਏ ਨੇ, ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੇ ਹੁਣ ਆਪਾਂ ਦੇਖੀਏ 26 ਤਰੀਕ ਨੂੰ, ਜੇ ਆਪਾਂ ਕਹੀਏ ਕਿ ਥੋੜਾ ਜਿਹਾ ਡਿਸਹਾਰਟਨਿੰਗ ਹੋਈ ਸੀ ਉਸ ਵਕਤ, ਇਹ ਨਹੀਂ ਸੀ ਕਿ ਖਤਮ ਹੋ ਗਿਆ। ਇੱਕ ਸਿਰਫ ਗਾਜ਼ੀਆਬਾਦ ਬਾਰਡਰ ਦੇ ਉੱਤੇ ਥੋੜਾ ਜਿਹਾ ਇਹ ਹੋਇਆ ਸੀ ਕਿ ਉਧਰੋਂ ਥੋੜਾ ਡਿਸਹਾਰਟਨ ਹੋ ਗਏ ਸੀਗੇ, ਲੋਕੀ ਵਾਪਸ ਗਏ ਸੀ। ਪਰ ਉਹ ਜਿਵੇਂ ਉਹ ਕਹਿੰਦੇ ਨਾ ਕਿ ਆਪਾਂ ਇੱਕ ਮੂਰਖ ਤੋਂ ਵੀ ਕੁਛ ਨਾ ਕੁਛ ਸਿੱਖ ਸਕਦੇ ਹੁੰਦੇ ਆ। ਸੋ ਆਪਾਂ ਆਪਣੀਆਂ ਮਿਸਟੇਕਸ ਤੋਂ ਬਹੁਤ ਕੁਝ ਸਿੱਖ ਲੈਣੇ ਹੁੰਦੇ ਆ। ਔਰ ਮਿਸਟੇਕਸ ਦਾ ਕਈ ਵਾਰੀ ਕੁਛ ਨਾ ਕਰਕੇ ਵੀ ਨਾ, ਵਿਹਲੇ ਰਹਿ ਕੇ ਵੀ ਆਪਾਂ ਕੋਈ ਕੰਮ ਜੇ ਨਹੀਂ ਵੀ ਕਰਦੇ, ਆਪਾਂ ਲੱਗਦਾ ਹੁੰਦਾ ਵੀ ਕੰਮ ਜੇ ਕਰਦੇ ਤਾਂ ਚੰਗਾ ਸੀ, ਪਰ ਕਈ ਵਾਰੀ ਉਸ ਵੀ ਭਲਾ ਹੋ ਜਾਂਦਾ ਹੈ। ਜਿਹੜੀਆਂ ਮਿਸਟੇਕਸ ਹੋਈਆਂ 26 ਤਰੀਕ ਨੂੰ,
ਉਹਦੇ ਨਾਲ ਜੋ ਟਿਕੈਤ ਜੀ ਦਾ ਜੋ ਰੋਲ ਰਿਹਾ, ਉਸ ਤੋਂ ਬਾਅਦ ਐਕਚੁਅਲੀ ਉਹਨਾਂ ਨੇ ਕੋਈ ਰੋਲ ਪਲੇ ਨਹੀਂ ਕੀਤਾ। ਉਹ ਵਿਚਾਰੇ ਇੰਨਾ ਕੁ ਡਿਸਹਾਰਟਨ ਹੋ ਗਏ ਸੀ, ਉਹਨਾਂ ਨੂੰ ਇਸ ਚੀਜ਼ ਦਾ ਪਰਵਾਹ ਨਹੀਂ ਸੀ ਕਿ ਉਹਨਾਂ ਨੂੰ ਅਰੈਸਟ ਕਰ ਲੈਣਗੇ ਜਾਂ ਕੀ ਹੋ ਜਾਏਗਾ। ਉਹਨਾਂ ਨੂੰ ਇਹ ਸੀ ਕਿ ਜਿਹੜੇ ਮੇਰੇ ਨਾਲ ਮੇਰੇ ਸਾਥੀ ਨੇ ਉਹਨਾਂ ਨੂੰ ਪ੍ਰੋਬਲਮ ਆ ਰਹੀ ਹੈ, ਵੀ ਉਹਨਾਂ ਨਾਲ ਬੁਰਾ ਸਲੂਕ ਹੋਏਗਾ। ਰਾਈਟ। ਉਹ ਜਿਹੜੀ ਦਿਲੋਂ ਉਹਨਾਂ ਦੇ ਹਾਂ ਨਿਕਲੀ ਨਾ, ਉਹ ਜਿਵੇਂ ਕਹਿੰਦੇ ਹਾਂ ਦਾ ਨਾਰਾ ਲੱਗ ਗਿਆ। ਬਿਲਕੁਲ ਬਿਲਕੁਲ। ਉਸ ਹਾਂ ਦੇ ਨਾਰੇ ਨੇ ਦੁਬਾਰਾ ਸੰਘਰਸ਼ ਨੂੰ ਰਿਵਾਈਵ ਐਸਾ ਬੂਸਟ ਕੀਤਾ ਕਿ ਆਪਾਂ ਨੂੰ ਜਿਹੜੇ ਮਿਸਟੇਕਰਸ ਨੇ ਉਹਨਾਂ ਦਾ ਵੀ ਥੈਂਕ ਯੂ ਕਰਨਾ ਚਾਹੀਦਾ ਹੈ ਕਿ ਹੁਣ ਸਗੋਂ ਉਸ ਤੋਂ ਕਿਤੇ ਜ਼ਿਆਦਾ ਜੋਸ਼ ਆ ਗਿਆ ਆਪਣੇ ਅੰਦੋਲਨ ਦੇ ਵਿੱਚ। ਬਿਲਕੁਲ ਤੁਹਾਡੀ ਗੱਲ ਸਹੀ ਹੈ। ਇਹਦੇ ਵਿੱਚ ਤਾਂ ਆਪਾਂ ਸ਼ੁਰੂ ਤੋਂ ਪਹਿਲਾਂ ਇਹ ਤਾਂ ਜਦੋਂ ਆਪਣੀ 26 ਜਨਵਰੀ ਦਾ ਐਪੀਸੋਡ ਹੋਇਆ, ਆਪਾਂ ਤਾਂ ਉਦੋਂ ਪਹਿਲਾਂ ਕਈ ਐਪੀਸੋਡ ਦੇ ਵਿੱਚ, ਮੈਂ ਆਪਣੇ ਐਪੀਸੋਡ ਦੇ ਵਿੱਚ ਵੀ ਕਾਫੀ ਲੋਕਾਂ ਨੇ ਇਸ ਚੀਜ਼ ਤੇ ਮੋਦੀ ਨੂੰ ਵੀ ਧੰਨਵਾਦ ਕੀਤਾ ਸੀ ਕਈ ਜਗ੍ਹਾ ਤੇ ਕਿ ਤੁਸੀਂ ਸਾਡੇ ਪੰਜਾਬੀ ਵੀ ਜੋੜਦੇ। ਕਾਫੀ ਆਪਸ ਜੁੜੇ ਹੋਏ ਸੀ, ਕਾਫੀ ਟੁੱਟ ਗਏ ਸੀਗੇ ਜਿਹੜੇ, ਜਾਂ ਸਾਡੇ ਪੰਜਾਬੀ ਦੇ ਦੋਸ਼ ਲੱਗਣ ਲੱਗ ਗਏ ਸੀ ਕਿ ਨਸ਼ੇ ਵਾਲੇ ਬੰਦੇ ਰਹਿ ਗਏ ਹੁਣੇ ਪੰਜਾਬ ਦੇ ਵਿੱਚ, ਜਾਂ ਮਤਲਬ ਇਕੱਠੇ ਨਹੀਂ ਸੀਗੇ। ਜਿਸ ਤਰ੍ਹਾਂ ਇਹ ਅੰਦੋਲਨ ਚੱਲਿਆ ਤਾਂ ਸਾਰੇ ਪੰਜਾਬੀ ਵੀ ਇਹਦੇ ਵਿੱਚ ਦੁਬਾਰੇ ਇਕੱਠੇ ਹੋ ਗਏ ਸੀਗੇ ਸਾਰੇ। ਇਸ ਕਰਕੇ ਆਪਾਂ ਤਾਂ ਸ਼ੁਰੂ ਤੋਂ ਮੋਦੀ ਦਾ ਧੰਨਵਾਦ ਕਰਦੇ ਰਹੇ ਕਿ ਤੁਸੀਂ ਸਾਨੂੰ ਘੱਟੋ ਘੱਟ ਇਕੱਠੇ ਤੇ ਜੋੜਦਾ। ਇਸ ਉਹਨਾਂ ਦਾ ਵੀ ਇੱਕ ਧੰਨਵਾਦ ਕਰਦੇ ਰਹੇ ਹੁਣ ਤੱਕ ਦਾ। ਤੇ ਇੱਕ ਤੁਹਾਡੇ ਵਾਸਤੇ ਕੁਐਸਚਨ ਹੋਰ ਹੈ, ਫਿਰ ਮੈਂ ਗਿਲ ਜੀ ਸਾਹਿਬ ਕੋਲੇ ਜਾਊਂਗਾ। ਜੋ ਹਰਡਲਸ ਲਗਾਈਆਂ ਹੋਣੀਆਂ ਇਸ ਟਾਈਮ ਉੱਥੇ, ਨੇਲਸ ਜਿਹੜੀਆਂ ਲਗਾਤੀਆਂ ਉਹਨਾਂ ਨੇ, ਫਿਰ ਉੱਥੇ ਉਹਨਾਂ ਨੇ ਕੰਕਰੀਟ ਵਾਲਸ ਬਣਾਤੀਆਂ ਉਹਨਾਂ ਨੇ ਇਹਨਾਂ ਨੂੰ ਰੋਕਣ ਵਾਸਤੇ। ਪ੍ਰੋਟੈਸਟ ਜਿਹੜਾ ਹੈ ਕਿ ਪੀਸਫੁਲ ਪ੍ਰੋਟੈਸਟ ਹੈ ਕਿ ਕੀ ਇਹ ਤੁਹਾਨੂੰ ਲੱਗ ਰਿਹਾ ਹੈ ਕਿ ਲੋਕਤੰਤਰ ਦਾ ਇਹ ਬਿਲਕੁਲ ਘਾਣ ਹੋ ਰਿਹਾ ਹੈ, ਖੂਨ ਹੋ ਰਿਹਾ ਚੀਜ਼ਾਂ ਦਾ, ਕਿ ਤੁਸੀਂ ਪੀਸਫੁਲ ਪ੍ਰੋਟੈਸਟ ਵੀ ਨਹੀਂ ਕਰ ਸਕਦੇ? ਨਹੀਂ ਜੀ ਨਹੀਂ, ਐਕਚੁਅਲੀ ਲੋਕਤੰਤਰ ਦਾ ਘਾਣ ਨਹੀਂ ਹੋ ਰਿਹਾ ਹੈ। ਜਿਹੜੇ ਆਪਣੇ ਰੂਲਰਸ ਉੱਥੇ ਬੈਠੇ ਨੇ ਨਾ, ਉਹ ਇਹ ਸ਼ੋਅ ਕਰ ਰਹੇ ਨੇ ਕਿ ਡੈਮੋਕ੍ਰੇਸੀ ਇੱਥੇ ਹੈ ਨਹੀਂ। ਰਾਈਟ। ਡੈਮੋਕ੍ਰੇਸੀ ਨਾਂ ਦੀ ਕੋਈ ਚੀਜ਼ ਇੰਡੀਆ ਦੇ ਵਿੱਚ ਹੈ ਨਹੀਂ। ਵੀ ਆਰ ਆਲ ਇਨ ਆਲ। ਹਾਂਜੀ ਹਾਂਜੀ। ਆਪਣੇ ਜਿਹੜੇ ਕਿਸਾਨ ਬੈਠੇ ਨੇ ਉਹ ਵਿਚਾਰੇ ਬਿਲਕੁਲ ਸ਼ਾਂਤ ਅੰਦੋਲਨ ਕਰ ਰਹੇ ਨੇ। ਠੀਕ ਹੈ, ਗੁੱਸਾ ਆਉਂਦਾ ਹੈ, ਜੋਸ਼ ਵੀ ਆਉਂਦਾ ਹੈ, ਯੰਗਸਟਰ ਦੇ ਵਿੱਚ ਜ਼ਿਆਦਾ ਜੋਸ਼ ਹੈ। ਹਾਲਾਂਕਿ ਆਪਾਂ ਤਾਂ ਅੰਦੋਲਨ 'ਚ ਇੰਨਾ ਹਿੱਸਾ ਨਹੀਂ ਪਾ ਰਹੇ। ਆਪਾਂ ਨੂੰ ਦੇਖ ਕੇ ਵੀ ਕਈ ਵਾਰੀ ਗੁੱਸਾ ਆਉਂਦਾ ਯਾਰ ਵੀ ਨਹੀਂ, ਦਿਸ ਇਜ਼ ਨੋਟ ਦਾ ਰਾਈਟ ਵੇ ਕਿ ਆਪਾਂ ਹੁਣ ਸਿਰਫ ਸ਼ਾਂਤ ਰਹੀਏ। ਪਰ ਫਿਰ ਵੀ ਆਪਾਂ, ਕਿਉਂਕਿ ਜਿਹੜਾ ਇਹ ਅੰਦੋਲਨ ਹੈ ਆਪਾਂ ਸ਼ਾਂਤਮਈ ਹੀ ਰੱਖਣਾ ਹੈ। ਕਿਉਂਕਿ ਉਹਨਾਂ ਦਾ ਟੀਚਾ ਹੀ ਇਹੀ ਹੈ ਕਿ ਕਿਸੇ ਤਰੀਕੇ ਆਪਾਂ ਗਲਤ ਕਰੀਏ, ਕਿਸਾਨ ਭੜਕਣ, ਹਿੰਸਾ ਹੋਵੇ। ਇਹ ਤਾਂ ਹਿੰਸਕ ਪਾਰਟੀ ਆਲਰੇਡੀ ਰੂਲ ਕਰ ਰਹੀ ਹੈ ਉੱਥੇ। ਤੇ ਇੱਕੋ ਮੈਨੂੰ ਜਿਹੜੇ ਕਿਸਾਨ ਨੇ ਜਾਂ ਲੋਕ ਨੇ, ਬੜੀ ਹੁਣ ਕਿਸਾਨ ਆਗੂ ਬੜੀ ਸਮਝਦਾਰੀ ਨਾਲ ਚੱਲ ਰਹੇ ਨੇ। ਪਰ ਗੌਰਮੈਂਟ ਦੇ ਵਿੱਚ ਕੀ ਹੋ ਰਿਹਾ ਹੈ ਉਹਦਾ ਨਾ ਇੱਕੋ ਸ਼ਲੋਕ ਜਿਹਾ ਮੈਨੂੰ ਯਾਦ ਆ ਗਿਆ। ਉਹ ਕਹਿੰਦੇ ਨੇ ਕਿ ਮਾਇਆ ਕੋ ਮਾਇਆ ਮਿਲੇ ਕਰ ਕਰ ਲੰਬੇ ਹਾਥ, ਮੂਰਖ ਕੋ ਮੂਰਖ ਮਿਲੇ ਦੇ ਮੁੱਕੀ ਦੇ ਲਾਤ। ਸਹੀ ਗੱਲ ਹੈ। ਉਹ ਹੁਣ ਦੇ ਮੁੱਕੀ ਦੇ ਲਾਤ ਵਾਲੇ ਸਿਚੁਏਸ਼ਨ 'ਚ ਉਹ ਬੈਠੇ ਨੇ। ਉਹ ਸਿਰਫ ਇਹੀ ਚਾਹੁੰਦੇ ਨੇ ਕਿ ਆਪਣੇ ਕਿਸਾਨ ਹਿੰਸਕ ਹੋਣ ਤੇ ਇਸ ਨੂੰ ਆਪਾਂ ਪਿੱਠ ਲਵਾ ਸਕੀਏ ਸੰਘਰਸ਼ ਨੂੰ। ਪਰ ਇਹ ਹੋਣ ਨਹੀਂ ਲੱਗਿਆ। ਉਹ 'ਚ ਕੁਛ ਆਪਣੇ ਸਮਝਦਾਰ ਲੀਡਰ ਅੱਗੇ ਆਣਗੇ। ਆਪਣੀ ਲੀਡਰਸ਼ਿਪ ਜਿਹੜੀ ਹੈ, ਆਉਣ ਵਾਲੇ ਸਮੇਂ ਦੇ ਵਿੱਚ ਚੰਗੇ ਲੀਡਰ, ਚੰਗੇ ਪੋਲੀਟੀਸ਼ੀਅਨ ਸਾਹਮਣੇ ਆਣਗੇ ਔਰ ਇਹਨਾਂ ਦਾ ਜਿਹੜਾ ਹੈਗਾ ਮੂੰਹ ਤੋੜਵਾਂ ਜਵਾਬ ਜ਼ਰੂਰ ਦੇਣਗੇ। ਇਹਦਾ ਆਪਾਂ ਨੂੰ ਜ਼ਰੂਰ ਫਾਇਦਾ ਹੋਏਗਾ। ਹੁਣ ਇੱਕ ਪਾਸੇ ਇੱਕ ਪੜ੍ਹਿਆ ਲਿਖਿਆ ਲੀਡਰ ਜਿਹਨੂੰ ਆਪਾਂ ਅਰਵਿੰਦ ਕੇਜਰੀਵਾਲ ਨੂੰ ਕਹੀਏ, ਉਹ ਤਾਂ ਕਹਿੰਦਾ ਮੈਂ ਦੇਸ਼ ਬਚਾਉਣਾ ਹੈ। ਬਿਲਕੁਲ। ਪਰ ਇੱਕ ਮੂਰਖ ਪੂਰਾ ਦੇਸ਼ ਵਿੱਚ ਨਹੀਂ ਲੱਗਿਆ ਹੋਇਆ। ਦੈਟਸ ਰਾਈਟ। ਉਹਨਾਂ ਨੇ ਤਾਂ ਪਹਿਲਾਂ ਨਾਰਾ ਦਿੱਤਾ ਸੀ, ਕਹਿੰਦੇ ਜੀ ਦੇਸ਼ ਕੋ ਵਿਕਣੇ ਨਹੀਂ ਦੂੰਗਾ। ਉਹ ਕਹਿਣ ਦਾ ਮਤਲਬ ਸੀਗਾ ਦੂਸਰੇ ਹੱਥ ਨਹੀਂ, ਮੈਂ ਆਪ ਹੀ ਵੇਚ ਦੇਣਾ, ਲੋੜ ਹੀ ਨਹੀਂ ਤੁਹਾਨੂੰ ਵੇਚਣ ਦੀ। ਬਿਲਕੁਲ ਬਿਲਕੁਲ। ਹੁਣ ਇਸ ਕਰਕੇ ਆਪਾਂ ਸਾਰਿਆਂ ਨੂੰ ਜਾਗਣਾ ਪੈਣਾ। ਇਹ ਕਿਸਾਨਾਂ ਦਾ ਅੰਦੋਲਨ ਨਹੀਂ ਹੈ, ਇਹ ਪੂਰੀ ਸਮੁੱਚੇ ਇੰਡੀਆ ਦਾ, ਪੂਰੀ ਕੌਮ ਦਾ ਹੀ ਨਹੀਂ, ਆਪਾਂ ਕਹਿੰਦੇ ਵੀ ਪੂਰੇ ਇੰਡੀਆ ਦਾ ਇਹ ਇੱਕ ਐਸਾ ਬਣ ਗਿਆ ਹੈਗਾ ਅੰਦੋਲਨ ਕਿ ਆਪਾਂ ਹੁਣ ਇਸ ਚੀਜ਼ ਨੂੰ ਜਿੱਤ ਕੇ ਹੀ ਵਾਪਸ ਕਰ ਰਹੇ। ਡੂ ਔਰ ਡਾਈ ਵਾਲੀ ਆਪਣੀ ਸਿਚੁਏਸ਼ਨ ਹੈਗੀ ਹੈ ਜੀ। ਰਾਈਟ। ਤੁਹਾਡੀ ਬਿਲਕੁਲ ਸਹੀ ਗੱਲ ਹੈ ਜੀ। ਬਿਲਕੁਲ ਡੂ ਐਂਡ ਡਾਈ ਵਾਲੀ ਸਿਚੁਏਸ਼ਨ ਇਸ ਟਾਈਮ ਆਈ ਹੋਈ ਹੈ। ਇੰਨਾ ਵੱਡਾ ਜੋਸ਼ ਜੋ ਹੈ ਕਾਫੀ ਦੇਰ, ਇੱਕ ਵਾਰੀ ਆਪਾਂ 2017 ਇਲੈਕਸ਼ਨ ਦੇ ਵਿੱਚ ਇੱਕ ਵਾਰੀ ਕਾਫੀ ਜੋਸ਼ ਆਇਆ ਸੀ ਉਸ ਟਾਈਮ ਤੇ। ਹੁਣ ਉਦੋਂ ਬਾਅਦ ਆਪਾਂ ਜਿਹੜੀ ਚੀਜ਼ ਹੁਣ ਦੇਖੀ ਹੈ, ਇਹ ਤਾਂ ਬਿਲਕੁਲ ਉਸ ਤੋਂ ਵੀ ਜ਼ਿਆਦਾ, ਕਈ ਗੁਣਾ ਜ਼ਿਆਦਾ ਮਤਲਬ ਜੋਸ਼ ਇਸ ਟਾਈਮ 'ਚ ਆਇਆ ਹੋਇਆ। ਇਸ ਦੇ ਵਿੱਚ ਕਿਸੇ ਧਰਮ ਜਾਤੀ ਦਾ ਕੋਈ ਗੱਲ ਨਹੀਂ ਹੈ, ਕੋਈ ਪੋਲੀਟੀਕਲ ਪਾਰਟੀ ਦੀ ਗੱਲ ਨਹੀਂ ਹੋ ਰਹੀ, ਹੋਰ ਕੋਈ ਗੱਲ ਨਹੀਂ ਹੋ ਰਹੀ। ਸਿਰਫ ਗੱਲ ਹੀ ਕਿਸਾਨੀ ਦੇ ਉੱਤੇ ਹੋ ਰਹੀ ਹੈ। ਇਸ ਟਾਈਮ ਹਿੰਦੂ, ਸਿੱਖ, ਸਾਰੇ ਜਿੰਨੇ ਜੋ ਧਰਮ ਨੇ, ਸਾਰੇ ਇੱਕ ਦੂਜੇ ਦੇ ਨਾਲ ਮੋਢੇ ਨਾਲ ਮੋਢਾ ਲਗਾ ਕੇ ਜੁੜ ਕੇ ਇਹ ਗੱਲ ਕਰ ਰਹੇ ਨੇ ਸਾਰਾ ਕੁਝ। ਇਹ ਚੀਜ਼ ਨੂੰ ਤਾਂ ਹੀ ਅੰਦੋਲਨ ਇਹ ਅੱਗੇ ਸਿਖਰਾਂ ਤੇ ਪਹੁੰਚਿਆ ਹੋਇਆ। साढ़े नाल संजय बाला जी भी जुड़ चुके हैं। संजय बाला जी, आपको थोड़ा सा म्यूट करना पड़ेगा, म्यूट किया हुआ है आपको, वहां से अनम्यूट करना पड़ेगा आपको।
हो गया वीर जी। सत श्री अकाल नमस्कार जी, सभी नमस्कार भाइयों संजय को। वाला जी, क्या हाल है? ਸਤਿ ਸ਼੍ਰੀ अकाल। ठीक वेलकम ठाक जी बाला वीर जी। जी, थैंक यू। बिल्कुल ठीक हूँ। मैं ऑन द वे थी, इस वजह से मैं थोड़ा लेट जुड़ पाई, लेकिन मुझे लगा कि जुड़ना चाहिए। जितना भी टाइम मुझे मिलेगा जुड़ने के लिए लाइव में, तो मैं पूरी कोशिश करूंगी कि अपनी बात को अच्छे से रख पाऊं। बिल्कुल 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 जी, बिल्कुल। आपको देख के हमें लग गया कि कितना जोश वहां पे चल रहा है सब जगह पे। इंडिया में से कोई बंदा हमें जैसे ज्वाइन करता है तो हमें पता चल जाता है कि अब जो आंदोलन चल रहा है किस हद तक चल रहा है, क्या इंटेंसिटी है उसकी। मैं आपके पास वापस आता हूं। मैं कविंदर गिल जी को जाना चाहना। कविंदर गिल जी, ਤੁਹਾਡੇ ਜਿਸ ਤਰ੍ਹਾਂ ਯੂਐਸ ਬੈਠੇ ਹੋ ਤੇ ਇੱਥੋਂ ਅੱਜ ਕੱਲ ਜੋ ਚੱਲ ਰਿਹਾ ਹੈ, ਰਿਹਾਨਾ ਦਾ ਟਵੀਟ ਹੋਇਆ, ਮੀਆਂ ਖਲੀਫਾ ਦਾ ਟਵੀਟ ਹੋਇਆ, ਤੇ ਸੋ ਗ੍ਰੇਟਾ ਨੇ ਟਵੀਟ ਕੀਤਾ ਆਪਣੇ ਜੇ ਫਾਰਮਰਸ ਦੇ ਫੇਵਰ ਦੇ ਵਿੱਚ। ਤੁਸੀਂ ਇਸ ਨੂੰ ਕਿੱਦਾਂ ਦੇਖਦੇ ਹੋ? ਜਿਵੇਂ ਇਹ ਚੀਜ਼ਾਂ ਨੇ, ਪਹਿਲਾਂ ਟਕੈਤ ਸਾਹਿਬ ਨੇ ਥੋੜੀ ਜਿਹਾ ਉਦੋਂ ਜਦੋਂ ਹੋਇਆ ਸੀਗਾ, ਟਕੈਤ ਸਾਹਿਬ ਦਾ ਐਪੀਸੋਡ ਹੋਇਆ ਸੀ 26 ਜਨਵਰੀ ਤੋਂ ਬਾਅਦ, ਉਦੋਂ ਬੜਾ ਜੋਸ਼ ਆ ਗਿਆ ਸੀ ਲੋਕਾਂ 'ਚ। ਹੁਣ ਜਦੋਂ ਆ ਰਿਹਾਨਾ ਦੇ ਟਵੀਟ ਤੋਂ ਬਾਅਦ ਤਾਂ ਫੇਰ ਦੁਬਾਰੇ ਪਤਾ ਨਹੀਂ ਕੀ ਹੋਇਆ ਇੱਥੇ, ਮਤਲਬ ਵੀ ਸਭ ਜਗ੍ਹਾ ਹੀ ਜਿਵੇਂ ਸਭ ਕੁਝ ਉੱਠ ਗਿਆ ਹੁੰਦਾ। ਬਾਲੀਵੁੱਡ ਵੀ ਉੱਠ ਗਿਆ ਇਸ ਟਾਈਮ ਤੇ, ਇੰਡੀਅਨ ਮੀਡੀਆ ਵੀ ਉੱਠ ਗਿਆ, ਸਾਰਾ ਕੁਝ ਉੱਠ ਗਿਆ। ਤੇ ਹੁਣ ਤੁਸੀਂ ਇਸ ਤਰ੍ਹਾਂ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਗਿੱਲ ਸਾਹਿਬ? ਹਾਂਜੀ, ਸਾਰਿਆਂ ਨੂੰ ਸੁਣਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਦੇਖੋ, ਰਿਹਾਨਾ ਦਾ ਜਿਹੜਾ ਟਵੀਟ ਸੀਗਾ, ਉਹਨੇ ਇੱਕ ਤਰ੍ਹਾਂ ਨਾਲ ਜਾਨ ਤਾਂ ਪਾਈ ਹੈ, ਬਹੁਤ ਜ਼ਿਆਦਾ ਇੰਟਰਨੈਸ਼ਨਲੀ ਇਨਵੋਲਵ ਕੀਤਾ। ਪਰ ਤੁਸੀਂ ਇਹ ਵੇਖੋ ਕਿ ਇਹ ਲੋਕਾਂ ਨੇ ਜਿੱਥੇ ਝੂਠ ਹੁੰਦਾ ਨਾ, ਉਹਨੂੰ ਕਿਵੇਂ ਇਹਨਾਂ ਨੇ ਟਵਿਸਟ ਕਿਵੇਂ ਕੀਤਾ ਕਿ ਜੀ ਇਹ ਸਾਡਾ ਅੰਦਰੂਨੀ ਮਾਮਲਾ ਹੈ। ਦੇਖੋ, ਫਾਰਮਰ ਜਿਹੜਾ ਤੁਹਾਡਾ ਅੰਦਰੂਨੀ ਮਾਮਲਾ ਹੈ, ਪਰ ਜਦੋਂ ਹਿਊਮਨ ਰਾਈਟਸ ਦੀ ਜਿਹੜੀ ਹੈ ਉਹ ਰਿਸਪੈਕਟ ਨਾ ਕੀਤੀ ਜਾਵੇ, ਉਸ ਰਾਈਟਸ ਦੇ ਉੱਤੇ ਫਰੀडम ਆਫ ਸਪੀਚ, ਇੰਟਰਨੈਟ ਬੰਦ ਕਰ ਦੇਣਾ, ਤੁਸੀਂ ਉਸ ਨੂੰ ਇਹ ਨਹੀਂ ਕਹਿ ਸਕਦੇ ਕਿ ਸਾਡਾ ਅੰਦਰੂਨੀ ਮਾਮਲਾ। ਉਦੋਂ ਹਿਊਮਨ ਰਾਈਟਸ ਵੇਲੇ ਜਿਹੜਾ ਮਾਮਲਾ ਉਹ ਵਰਲਡ ਦਾ ਮਾਮਲਾ ਬਣ ਜਾਂਦਾ ਹੈ। ਸੋ ਸੈਕੰਡ ਪਾਰਟ, ਹੁਣ ਇੱਕ USA ਨੇ ਇਹਨਾਂ ਨੂੰ ਮੈਸੇਜ ਭੇਜਿਆ ਹੈਗਾ ਇੰਡੀਆ ਨੂੰ। ਹੁਣ ਤੁਸੀਂ ਦੇਖੋ ਉਹ ਮੈਸੇਜ ਨੂੰ ਇਹਨਾਂ ਨੇ ਕਿਵੇਂ ਟਵਿਸਟ ਕੀਤਾ, ਕਿਵੇਂ ਉਹਨੂੰ ਪ੍ਰੈਜ਼ੈਂਟ ਕਰ ਰਹੇ ਆ। ਬੇਸ਼ਰਮੀ ਦੀ ਕੋਈ ਹੱਦ ਹੁੰਦੀ ਹੈ ਕਿ ਕਿਸ ਹਿਸਾਬ ਨਾਲ ਤੁਸੀਂ ਇਹਨੂੰ ਪ੍ਰੈਜ਼ੈਂਟ ਕਰਨਾ ਚਾਹੁੰਦੇ ਆ। ਉਹਨਾਂ ਨੇ ਸਾਫ਼, ਜੇ ਤੁਸੀਂ ਉਹਨੂੰ ਸਟੇਟਮੈਂਟ ਨੂੰ ਪੜ੍ਹੋ, ਉਹਨਾਂ ਨੇ ਸਾਫ਼ ਇਹ ਲਿਖਿਆ ਕਿ ਜਿਹੜੀ ਫਰੀडम ਆਫ ਸਪੀਚ ਹੈ, ਗੱਲਬਾਤ ਦਾ ਜਿਹੜਾ ਤਰੀਕਾ ਹੈ, ਇਹ ਸਾਰਾ ਕੁਝ ਹੋਣਾ ਚਾਹੀਦਾ ਹੈ। ਇਸ ਅਸੀਂ ਪੂਰੇ ਆਪਣਾ ਹੱਕ ਦੇ ਵਿੱਚ ਹੈ, ਡੈਮੋਕ੍ਰੇਸੀ ਦੇ ਵਿੱਚ ਇਹ ਜਾਨ ਹੁੰਦੀ ਹੈ ਜਿਹੜੀ ਫਰੀडम ਆਫ ਸਪੀਚ ਹੈ। ਤੁਸੀਂ ਇੰਟਰਨੈਟ ਬੰਦ ਕਰਕੇ ਬਹੁਤ ਗਲਤ ਕੰਮ ਕਰ ਰਹੇ ਹੋ। ਇਹ ਬੇਸਿਕਲੀ ਚਪੇੜ ਮਾਰੀ ਹੈ ਇਹ ਗਵਰਨਮੈਂਟ ਦੇ ਉੱਤੇ ਕਿ ਤੁਸੀਂ ਇਹ ਕੰਮ ਗਲਤ ਕਰ ਰਹੇ ਹੈ। ਫਿਰ ਉਹਨਾਂ ਨੇ ਇੱਕ ਗੱਲ ਇਹ ਵੀ ਲਿਖੀ ਹੈ, ਕਿਉਂਕਿ ਫ੍ਰੀ ਮਾਰਕੀਟ ਹੈ ਅਮਰੀਕਾ, ਸੋ ਉਹਨਾਂ ਨੇ ਫ੍ਰੀ ਮਾਰਕੀਟ ਦੀ ਗੱਲ ਵੀ ਕੀਤੀ ਹੈ। ਉਹਦੇ ਇੱਕ ਲਾਈਨ ਉਹਦੀ ਫ੍ਰੀ ਮਾਰਕੀਟ ਦੀ ਹੈ। ਹੁਣ ਮੈਂ ਤੁਹਾਨੂੰ ਫ੍ਰੀ ਮਾਰਕੀਟ ਦੀ ਗੱਲ ਦੱਸਦਾ ਕਿ ਠੀਕ ਹੈ, ਫ੍ਰੀ ਮਾਰਕੀਟ ਦੀ ਇਹਨਾਂ ਨੇ ਕੀ ਕੀਤਾ, ਉਹ ਫ੍ਰੀ ਮਾਰਕੀਟ ਵਾਲੀ ਗੱਲ ਨੂੰ ਚੱਕ ਕੇ ਕਹਿਤਾ ਕਿ ਅਮਰੀਕਾ ਸਾਡੀ ਸਪੋਰਟ ਕਰ ਰਿਹਾ। ਦੇਖੋ ਕਿੱਡੇ ਗਲਤ ਤਰੀਕੇ ਦੇ ਨਾਲ, ਜਿਹੜੀ ਕਿ 10 ਹੋਰ ਗੱਲਾਂ ਉਹਨਾਂ ਨੇ ਕਹੀਆਂ ਉਹਦੇ ਤੇ ਧਿਆਨ ਨਹੀਂ ਦਿੱਤਾ। ਉਸੇ ਨੂੰ ਰਿਪੀਟ, ਇੱਕੋ ਗੱਲ ਨੂੰ ਦੇਖੋ ਰਿਪੀਟ ਕਰ ਰਹੇ ਹੈਗੇ ਆ ਕਿ ਇਹ ਜੀ ਫ੍ਰੀ ਮਾਰਕੀਟ ਹੋਣੀ ਚਾਹੀਦੀ ਹੈ, ਫਾਰਮਰ ਲਾ ਦੀ ਸਪੋਰਟ ਕਰਦੇ ਆ। ਦੈਟਸ ਨਾਟ ਟਰੂ। ਨੰਬਰ 1, ਪਹਿਲੀ ਗੱਲ, ਇਸ ਗਵਰਨਮੈਂਟ ਨੂੰ ਇਹ ਫ੍ਰੀ ਸਪੀਚ ਜਿਹੜੀ ਹੈ, ਜਿਹੜੀ ਫ੍ਰੀ ਟ੍ਰੇਡ ਹੈ, ਇਹ ਅਮਰੀਕਾ ਦੇ ਵਿੱਚ, ਯੂਰਪ ਦੇ ਵਿੱਚ, ਜਿੱਥੇ ਫਾਰਮਰ ਕੋਲੇ 500 ਏਕੜ, 1000 ਏਕੜ, 800 ਏਕੜ ਇਦੋਂ ਬਿਨਾਂ ਖੇਤੀ ਨਹੀਂ ਹੁੰਦੀਗੀ, ਬਿਲਕੁਲ ਸਹੀ ਫਾਰਮੂਲਾ। ਇਹ ਫ੍ਰੀ ਟ੍ਰੇਡ ਉੱਥੇ ਹੋਣੀ ਚਾਹੀਦੀ ਹੈ। ਜਿਹੜੀ ਚੀਜ਼ ਜਿਹੜੀ ਕਿ ਹੁਣ ਅਸੀਂ ਹਰੇਕ ਕਾਂਗਰਸਮੈਨ ਨੂੰ, ਹਰੇਕ ਸੈਨੇਟਰ ਨੂੰ, ਹਰੇਕ ਚੀਜ਼ ਨੂੰ ਇਹ ਚੀਜ਼ ਜਿਹੜੀ ਗਿਆਨ ਚ ਲਿਆਉਣਾ ਚਾਹੁੰਦੇ ਆ ਕਿ ਵੀ ਆਰ ਫਾਰ ਫ੍ਰੀ ਟ੍ਰੇਡ, ਨੋ ਡਾਊਟ, ਪਰ ਸਾਨੂੰ ਉਸ ਗੱਲ ਦਾ ਸੋਲੂਸ਼ਨ ਦੱਸੋ ਕਿ ਜਿਹਦੇ ਕੋਲੇ 2.5 ਏਕੜ ਹੈ, ਜਿਹਦੇ ਕੋਲੇ 5 ਏਕੜ ਹੈ, 75% ਕੋਲੇ, ਇਹ ਤਾਂ ਪ੍ਰੂਵ ਹੈ ਨਾ ਕਿ 75% ਕੋਲੇ ਲੈਸ ਦੈਨ 5 ਏਕੜ ਹੈ, ਉਹਦੇ ਵੀ ਅੱਧ ਕੋਲੇ 2.5 ਏਕੜ ਹੈ, 2.5 ਏਕੜ ਹੈ ਉਹਦੇ ਕੋਲੇ ਵੀ। ਸੋ ਇਹਦਾ ਮਤਲਬ ਇਹ ਹੈ ਕਿ ਫ੍ਰੀ ਟ੍ਰੇਡ ਦੇ ਵਿੱਚ ਉਹ ਤੁਸੀਂ ਉਹਨਾਂ ਨੂੰ ਫਾਹੇ ਲਾ ਦੋਗੇ ਜਿਹੜੇ 5 ਏਕੜ ਵਾਲੇ ਆ ਜਾਂ 2.5 ਏਕੜ ਵਾਲੇ ਆ। ਸੋ ਉੱਥੇ ਫ੍ਰੀ ਟ੍ਰੇਡ ਨਹੀਂ ਚੱਲੂ। ਪਰ ਟੋਟਲ ਦੇ ਵਿੱਚ ਇੱਕ ਲਾਈਨ ਦੇ ਵਿੱਚ ਫ੍ਰੀ ਟ੍ਰੇਡ ਨੂੰ ਲੈ ਕੇ ਇਹਨਾਂ ਨੇ ਸਾਰੇ ਆਪਦੇ ਜਿਹੜੇ ਚੈਨਲ ਹੈ, ਮੋਦੀ ਗੋਦੀ ਚੈਨਲ ਹੈ, ਉਹਨਾਂ ਦੇ ਉੱਤੇ ਉਸ ਚੀਜ਼ ਨੂੰ ਘੁਮਾਤਾ। ਤੇ ਜਿਹੜੀ ਉਹਨਾਂ ਨੇ ਫ੍ਰੀडम ਦੀ ਗੱਲ ਕਹੀ ਹੈ, ਜਿਹੜੀ ਉਹਨਾਂ ਨੇ ਫ੍ਰੀडम ਆਫ ਐਕਸਪ੍ਰੈਸ਼ਨ ਦੀ ਗੱਲ ਕਹੀ ਹੈ, ਜਿਹੜੀ ਉਹਨਾਂ ਨੇ ਕਿਲੇਬੰਦੀ ਦੀ ਗੱਲ ਕਹੀ ਹੈ, ਉਹਦੇ ਉੱਤੇ ਉਹਨਾਂ ਨੇ ਗੱਲ ਹੀ ਨਹੀਂ ਕੀਤੀ। ਨੰਬਰ 2 ਦੇ ਉੱਤੇ ਟਵੀਟ ਦੀ ਗੱਲ, ਹੁਣ ਉਹ ਦੇਖੋ 18 ਸਾਲ ਦੀ ਬੱਚੀ ਹੈ, ਉਸ ਦੀ
ਜਿਹੜੀ ਵਿਜ਼ਨ ਦੇਖੋ ਕਿੰਨੀ ਹੈ ਕਿ ਉਹਨੇ এনवायरमेंट ਦੇ ਉੱਤੇ ਈਵਨ ਟਰੰਪ ਦੀ ਪ੍ਰੈਜ਼ੈਂਸ ਦੇ ਵਿੱਚ ਕਿੱਡਾ ਵਧੀਆ ਉਹਨੇ ਆਪਣਾ এনवायरमेंट ਬਾਰੇ ਉਹਦੀ ਸੋਚ ਸੀ ਤੇ ਉਹਦੇ ਨਾਲ ਉਹ ਫੇਮਸ ਹੋਈ। ਉਸ ਬੱਚੀ ਨੇ ਪਿਕ ਅਪ ਕੀਤਾ ਕਿ ਕੀ ਰਿਹਾਨਾ ਨੇ ਕਿਹਾ ਤੇ ਦੈਨ ਸ਼ੀ ਸਪੋਰਟਡ ਡਿਊ ਟੂ ਫਰੀडम ਆਫ ਸਪੀਚ ਨਾਟ ਟੂ ਇੰਟਰਫੀਅਰ ਵਿਦ ਇੰਟਰਨਲ ਮੈਟਰਸ। ਹੁਣ ਉਹਦੇ ਤੇ ਜੋ ਉਹ ਬੱਚੀ ਨੂੰ ਕੀ ਪਤਾ ਕਿਹਨੇ ਕੀ ਭੇਜਿਆ ਕਿਹਨੇ ਨਹੀਂ ਭੇਜਿਆ, ਕਿ ਉਹਨੇ ਨਾਲ ਕੋਈ ਅਟੈਚਮੈਂਟ ਕਰਤੀ। ਹੁਣ ਅਸੀਂ ਕੇਸ ਕੀਤਾ, ਹੁਣ ਜਦੋਂ ਉਹਦਾ ਰੌਲਾ ਪੈ ਗਿਆ ਕਿ ਤੁਸੀਂ ਕੇਸ ਕੀਤਾ, ਫਿਰ ਕਹਿੰਦੇ ਨਹੀਂ ਅਸੀਂ ਉਹਦੇ ਤੇ ਨਹੀਂ ਕੀਤਾਗਾ, ਅਸੀਂ ਤਾਂ ਜਿਹਨੇ ਬੰਦੇ ਜਿੱਥੋਂ ਇਹ ਸੋਰਸ ਆਇਆ ਹੈਗਾ ਅਸੀਂ ਉਹਦਾ ਕੀਤਾ। ਨਾਮ ਕਿਸੇ ਦਾ ਨਹੀਂ ਕਹਿੰਦੇ ਐਫਆਈਆਰ, ਨਾਮ ਨਹੀਂ, ਹਾਂਜੀ ਨਾਮ ਨਹੀਂ ਹੈ, ਪਰ ਬੇਸਿਕਲੀ ਆਈ ਥਿੰਕ ਮੋਰ ਦੇ ਵਿਲ ਡੂ ਇਟ, ਮੋਰ ਇਟ ਵਿਲ ਗੋ ਅਗੇਂਸਟ them। ਆਮ ਸੌਰੀ ਇੰਗਲਿਸ਼ ਕਹਿ ਗਿਆ, ਪਰ ਮੈਂ ਇਹ ਕਹਿਣਾ ਚਾਹੁੰਦਾ ਜਿੰਨਾ ਤੁਸੀਂ ਸਪਰੈਸ ਕਰੋਗੇ ਉਨਾ ਹੀ ਇਹ ਜ਼ਿਆਦਾ ਬੋਇਲ ਹੋਊਗਾ। ਮੇਰਾ ਖਿਆਲ ਹੈ ਜੋ ਕਰ ਰਹੇ ਆ ਨਾ ਉਹ ਬਹੁਤ ਵਧੀਆ ਕਰ ਰਹੇ ਆ, ਇਹਨਾਂ ਦਾ ਅੱਜ ਤੱਕ ਤਾਂ ਕੋਈ ਫੰਡਾ ਸਹੀ ਪਿਆ ਨਹੀਂ ਤੇ ਹੁਣ ਮੈਨੂੰ ਜੋ ਤੁਸੀਂ ਕਰ ਰਹੇ ਆ ਇਹ ਸਹੀ ਪੈਣਾ ਨਹੀਂ। ਚਾਹੇ ਉਹ ਹੁਣ ਤੁਸੀਂ ਟਵੀਟ ਦੀ ਗੱਲ ਕੀਤੀ ਹੈ, ਇਹ ਜਿਹੜੇ ਟਵੀਟ ਹੈ ਤੁਸੀਂ ਚਾਹੇ ਸੁਨੀਲ ਸ਼ੈਟੀ ਦਾ ਕੱਢ ਲਓ, ਚਾਹੇ ਤੁਸੀਂ ਕਿਸੇ ਵੀ ਐਕਟਰ ਦਾ ਬਾਲੀਵੁੱਡ ਵਾਲੇ ਦਾ ਤੁਸੀਂ ਟਵੀਟ ਕੱਢ ਲਓ, ਸਾਰਿਆਂ ਦੀ ਸੇਮ ਲੈਂਗੁਏਜ ਹੈ, ਸੇਮ ਲੈਂਗੁਏਜ ਹੈ, ਦੇयर इज नो डिफरेंस। ਇਟ ਮੀਨਸ ਇੱਕ ਸੋਰਸ ਤੋਂ ਆਇਆ, ਉਹ ਸੋਰਸ ਜਿਹੜਾ ਉਹ ਗੋਦੀ ਮੀਡੀਆ ਜਿਹੜਾ ਇਹਨਾਂ ਦਾ ਆਈਟੀ ਸੈੱਲ ਹੈ ਉਹਦੇ ਤੋਂ ਆਇਆ, ਕਿਉਂਕਿ ਐਕਟਰ ਨੇ ਤਾਂ ਬਈ ਆਪਦੀ ਰੋਟੀ ਖਾਣੀ ਹੈ, ਨਹੀਂ ਤਾਂ ਉਹਨਾਂ ਤੇ ਇਨਕਮ ਟੈਕਸ ਵਾਲੇ ਵੀ ਆਉਣਗੇ, ਉਹਨਾਂ ਨੂੰ ਅੰਦਰ ਵੀ ਕਰਨਗੇ, ਉਹਨਾਂ ਦੇ ਉੱਤੇ ਐਕਸ਼ਨ ਵੀ ਲੈਣਗੇ। ਸੋ ਉਹਨਾਂ ਦੇ ਹੱਥ ਵੱਜੇ ਹੈ ਤੇ ਉਹਨਾਂ ਕੋਲੇ ਚੋਇਸ ਕੋਈ ਨਹੀਂ ਗੀ। ਉਹ ਜੋ ਟਵੀਟ ਆ ਰਿਹਾ ਉਹ ਮਜਬੂਰੀ ਦੇ ਵਿੱਚ ਆ ਰਿਹਾ। ਉਹਨਾਂ ਦੀ ਮਜਬੂਰੀ ਇਸ ਗੱਲ ਤੋਂ ਜ਼ਾਹਰ ਹੁੰਦੀ ਹੈ ਕਿ ਉਹਨਾਂ ਨੇ ਟਵੀਟ ਦੇ ਵਿੱਚ ABC ਵੀ ਚੇਂਜ ਨਹੀਂ ਕੀਤੀ, ਸਿਰਫ ਆਪਦਾ ਨਾਂ ਹੀ ਪਾਇਆ। ਸੋ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਤੇ ਅਕਸ਼ੇ ਕੁਮਾਰ ਔਰ ਸਾਇਨਾ ਨੇਹਵਾਲ, ਉਹਨਾਂ ਦੋਨਾਂ ਦਾ ਬਿਲਕੁਲ ਸੇਮ ਟੂ ਸੇਮ, ਕੁਝ ਵੀ ਇੱਕ ਵੀ ਚੀਜ਼ ਨਹੀਂ ਹੋਵੇਗਾ। ਨਾਈਸ ਸੁਨੀਲ ਸ਼ੈਟੀ ਦਾ ਤੁਸੀਂ ਕਿਸੇ ਨਾਲ ਵੀ ਕੱਢ ਲਓ, ਤੁਸੀਂ ਮਿਲਾ ਲਓ ਉਹਦੇ ਨਾਲ, ਉਹਦੇ ਚੋਂ ਜੇ ਇੱਕ ਜਾਂ ਦੋ ਚੇਂਜ ਹੋਣਗੀਆਂ ਨਾ, ਬੜੀਆਂ ਮਿਨੀਮਲ ਚੇਂਜ ਹੋਣਗੀਆਂ। ਅਦਰਵਾਈਜ਼ ਉਹ ਟਵੀਟ ਜਿੰਨੇ ਕੁ ਮੈਂ ਦੇਖੇ ਆ 5-6 ਆਪਣਾ ਐਕਟਰਾਂ ਦੇ ਮੈਂ ਦੇਖੇ ਆ, ਮੈਨੂੰ ਤਾਂ ਕੋਈ ਫਰਕ ਹੀ ਨਹੀਂ ਲੱਗਿਆ ਉਹਨਾਂ ਦੇ ਵਿੱਚ। ਬਿਲਕੁਲ ਬਿਲਕੁਲ ਸਹੀ ਗੱਲ ਹੈ ਤੁਹਾਡੀ। ਜਿਸ ਤਰ੍ਹਾਂ ਹੁਣ ਮਾਹੌਲ ਚੱਲ ਰਿਹਾ ਇਸ ਟਾਈਮ, ਮੈਂ ਇਸ ਟਾਈਮ ਸੰਜੇ ਵਾਲਾ ਜੀ ਕੋਲ ਜਾਊਂਗਾ ਜਿਹੜੇ ਦਿੱਲੀ ਨੇ, ਉਹਨਾਂ ਤੋਂ ਪਤਾ ਕਰਦੇ ਹਾਂ ਇਸ ਟਾਈਮ ਕੀ ਸਿਨੈਰੀਓ ਹੈ ਇੱਥੇ, ਕੀ सिचुएशन है ਇੱਥੇ, किस तरह जोश खरोश ਉੱਥੇ ਚੱਲ रहा है। संजय वाला जी आप फिर अनम्यूट आपको करना पड़ेगा, तो आप थोड़ा सा बताइए हमें कि वहाँ पे क्या सिनेरियो है, आप कब वहाँ पे जाके आए हो, तो क्या आपने देखा वहाँ पे, नया क्या है वहाँ पे थोड़ा सा। सत श्री अकाल वीर जी सभी को। और मैं बताना चाहूंगी कि अभी फिलहाल जो आप फेसबुक और नेट के माध्यम फेसबुक के माध्यम से देख पा रहे हो, यहाँ पे जो किलाबंदी की हुई है या कील जो लगाई हुई है, जिस प्रकार रोड के ऊपर की ट्रैक्टर आगे ना आ पाए या जो पैदल किसान है वो बैरिकेड की तरफ ना पहुंच पाए, क्योंकि पहले क्या होता था कि हमारे कुछ युवा भाई उन बैरिकेड को जो रास्ते में आते थे उनको हटा के अपना रास्ता बना लेते थे। लेकिन इस समय जो केंद्र सरकार के द्वारा जिस प्रकार दमनकारी नीति अपनाते हुए उन्होंने दिल्ली के जो गाजीपुर बॉर्डर है, सिंधु बॉर्डर है या टिकरी बॉर्डर का नाम ले, तो वहां पर इस तरीके से बैरिकेड करके जो सरकारी टैक्स से बने हुए रोड है सरकारी, उनको सिर्फ अपनी दमनकारी नीतियों से किसान आंदोलन को कुचलने के लिए, किसान भाइयों की एक तरफ से आवाज को दबाने के लिए वो जिस प्रकार किलेबंदी के रूप में दिल्ली के चारों तरफ किया जा रहा है, वो एक ऐसा माहौल लगता है जैसे चाइना और भारत की जो बॉर्डर्स होती थी, ये चीजें उसके लिए जरूरी होती है जो चाइना धीरे धीरे भारत पे कब्जा कर रहा है। एक नया गांव ने बचा लिया है, तो उस किसान जो देश का हक के को लेकर आज 2 महीने से ऊपर का जो समय हो गया, कितने हमारे किसान भाइयों ने अपनी शहादत दे दी इस किसान आंदोलन को जीतने के लिए, अपने आने वाली फसलों और नस्लों को बचाने के लिए। तो आज जिस प्रकार पुलिस का दुरुपयोग मैं मानती हूँ, जो केंद्र सरकार के द्वारा अपनी नीतियों के आ रहा है, वो बेहद शर्मनाक है और इस तरीके ये नहीं अपनानी चाहिए, क्योंकि देश का अन्नदाता अपनी आवाज को लेकर यहाँ पहुंचा है, ना कि किसी का नुकसान करने। और जिस प्रकार बॉर्डर्स के चारों तरफ आप घेरेबंदी देख रहे हैं, नुकीले तार हैं, कटीले, जिस प्रकार कीले बोई जा रही हैं, देश के अन्नदाता ने हमेशा से उन जो देश का पेट भरने का काम किया है, फसलों में जो फसल बोने का काम किया है, वहां ये केंद्र सरकार, मोदी सरकार, जो भाजपा की बीजेपी की केंद्र सरकार है, वो कीले बो रही है रोड के बीचों बीच,
क्योंकि वो ट्रैक्टर आगे ना आ पाए। लेकिन इनको ये चीज सोचनी चाहिए कि अब देश का अन्नदाता अकेला नहीं खड़ा है इस आंदोलन में, पूरे भारत की जनता उनके साथ खड़ी है। और मैं आपको थोड़ा गांव का माहौल बता दूं, जहां से मैं हरियाणा से बिलोंग करती हूँ। मैं जिस जिले से बिलोंग करती हूँ वहां पर जो ताजा अपडेट है वो ये है कि पर किला जो 1 एकड़ हम बोलते हैं गांव में किला बोलते हैं, 1 एकड़ में से 500 का जो वहाँ पे लागू कर दिया गया है कि जितने किले जमीन जिसके पास है वो कम से कम 100 रुपए के या 500 किसान आंदोलन में मदद के राशन के लिए, जो दूध है, पानी है, खाने की जरूरी चीजें उनके लिए। तो गिनती के मैं मान के चलता हूँ कि एक गांव से लगभग 50 लोग डेली गांव से निकलेंगे। जो बॉर्डर्स पर हमारे किसान है उनको मजबूती देने के लिए, उनका हौसला बढ़ाने, जो किसान आंदोलन है उसका हिस्सा बनने के लिए। तो ये लागू कर दिया गया है। ग्राम पंचायतों ने खास तौर पे एक बहुत अच्छी जो पहल मैं मानती हूँ, वो अच्छी पहल ये की है कि गांव में ना तो बीजेपी का कोई सपोर्टर घुसेगा, ना वोटर घूमेगा, ना कोई नेता एंट्री करेगा। ये वर्जित कर दिया गया है, पूरी तरह से प्रतिबंध लगा दिया गया है बीजेपी के समर्थक वोटर नेताओं के लिए। और ये मैं मानती हूँ बहुत अच्छी पहल की है गांव वालों ने कि उन्होंने एकजुटता से, जिस प्रकार राकेश टिकैत जी के आंसू जो उस दिन दुखी होकर बहे थे, जो केंद्र सरकार की दमनकारियों के लिए थे, क्योंकि उनको इस तरीके से पीड़ित किया जा रहा था, परेशान किया जा रहा था कि उनका पानी भी बंद कर दिया था, बिजली भी बंद कर दी थी वहां से। तो उन्होंने जो परेशान होके जो अपने आंसू जो उनके आने पर मजबूर हो गए थे, उन आंसुओं ने किसान आंदोलन को एक नया तरीके से मजबूती प्रदान की और एक सैलाब के रूप में जनता जो जहां से जिस तरीके से मुमकिन हो पा रहा है वो ज्यादा से ज्यादा यहाँ पहुंचने लगे हैं। गांव में जो बड़ी बड़ी पंचायतें हैं वो मैंने अपने जिंदगी में कभी इतनी बड़ी लेवल पे कोई पंचायत नहीं देखी थी, जिस प्रकार अब किसान आंदोलन में आने के लिए लोगों के लिए किए जा रहे हैं। और जो मैं मानती हूँ सैल्यूट के लायक है वो ग्राम पंचायत के लोग, जिन्होंने भाजपा के समस्त कार्यकर्ता से लेकर नेता तक का गांव में घुसना तक मना कर दिया गया है। वोट तो बहुत दूर की बात है, क्योंकि 26 जनवरी का जो माहौल भारत देश से लेकर बाहर देशों तक देखा गया कि जिस प्रकार इन्होंने अपने कार्यकर्ता उस जो ट्रैक्टर परेड थी उसमें घुसाए और जो तोड़फोड़ की, जो एक तिरंगे का जो मूवमेंट वहां किया गया, जो अपना झंडा उन्होंने लगाया, बीजेपी की चाल दी। क्योंकि जो है हमारा वो देश की धरोहर है और उस पे नॉर्मल बंदा भी है। तो मैं पूरी जनता को पता लग चुकी है कि जितना भी मारामारी, जितना भी नुकसान ये लोग जो किसी आने से करवाना चाहते थे वो जनता समझ चुकी है। और इसीलिए देश का हर एक इंसान इस आंदोलन का हिस्सा बन चुका है आज के दिन। और मैं पूरा विश्वास है कि अन्नदाता की जीत होगी और हम ये 3 काले कानून जो हमारे किसानों के ऊपर थोपे गए केंद्र सरकार के लिए, वो रद्द करवा के ही वापस लौटेंगे। बिल्कुल 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 जी, बिल्कुल। हम जैसे आपकी एक्टिविटीज देखते हैं, आप कितना इन्वॉल्व हो रहे हो वहां पे जाके, आपको भी सल्यूट है कि आप इतना वहां पे डेडिकेटली काम कर रहे हो। हम भी यही कामना करते हैं कि जल्दी इन चीजों का हल हो और जल्दी लोग अपने जितने इतनी ठंड में बैठे हुए हैं इन कानूनों को वापस करवा के अपने घर पहुंचे। वहां पे अभी ऑलरेडी 200 से ज्यादा की डेथ हो चुकी है। बिल्कुल एवरी डे 2 ही घर लौटेंगे। तो इन चीजों को देख के बड़ा हमें लगता है कि हम तो फिर भी सिर्फ हम कंट्रीब्यूट कर सकते हैं हम कर रहे हैं, पर इट्स नथिंग। हम जो कर रहे हैं हमारी तरफ से कुछ भी नहीं हम सोच रहे कि हम कुछ कर रहे, पर हम तो जो कर पा रहे हैं हम कर पा रहे हैं। पर जो लोग वहां पे गए हैं, हमारे भी कुछ लोग एनआरआई से वो वहां पे जाके आए हैं, वो वहां पे फिजिकली प्रेजेंट वहां पे रहे हैं कुछ दिन के लिए, तो उन्होंने भी बड़ा हम उनको भी सल्यूट करते हैं कि यहाँ से जाकर अपना काम आप लोग भले ही आप लोग भले ही यहाँ नहीं पहुंच पा रहे हो, लेकिन मुझे गर्व होता है आप लोगों की अच्छी सोच पर, जिन्होंने फेसबुक के माध्यम से, जूम मीटिंग के माध्यम से इस आंदोलन को बहुत मजबूती प्रदान की है। क्योंकि हमारा हौसला बढ़ता है, आप इतनी दूर बैठ के भी इस आंदोलन के लिए चर्चा करते हैं, इनको ज्यादा से ज्यादा जनता तक पहुंचाने में मदद करते हैं। इसके लिए आप सभी को सैल्यूट है। थैंक यू सो मच बालाजी, थैंक यू सो मच, थैंक्स फॉर कमिंग टू अस। ओके, इस तो बाद मैं जाना चाहना जी शैली जी को। शैली जी, ਤੁਸੀਂ
ਅੱਜ ਸਵੇਰ ਤੋਂ ਅਸੀਂ ਦੇਖ ਰਹੇ ਹਾਂ, ਤੁਸੀਂ ਤਾਂ ਖਾਸ ਕਰ ਹੁਣ ਇੰਡੀਆ 'ਚ ਬੈਠੇ ਹੋ ਇਸ ਟਾਈਮ, ਤੇ ਉੱਥੇ ਤੁਸੀਂ ਚੈੱਕ ਕਰ ਰਹੇ ਹੋਵੋਗੇ ਕਿ ਅਸੀਂ ਵੀ ਇੱਥੇ ਮੈਚ ਸਾਰਾ ਦਿਨ ਇੰਡੀਅਨ ਚੈਨਲ ਵੀ ਚੈੱਕ ਕੀਤੇ ਨੇ। ਇੰਡੀਅਨ ਮੀਡੀਆ ਤੇ ਸਵੇਰ ਤੋਂ ਲੈ ਕੇ ਕੰਗਨਾ ਰਣੌਤ ਜਾਂ ਰਿਹਾਨਾ ਜਾਂ ਸਾਰਾ ਕੁਝ, ਮੇਰੇ ਖਿਆਲ ਨਾਲ ਅੱਜ ਕੋਈ ਉਹਦੇ ਬਾਅਦ ਕੋਈ ਨਿਊਜ਼ ਹੀ ਨਹੀਂ ਚੱਲੀ ਹੈ। 1-2 ਦਿਨ ਤੋਂ ਜਿਸ ਤਰ੍ਹਾਂ ਇਹ ਹੋਇਆ, ਉਦੋਂ ਬਾਅਦ ਇਹਨਾਂ ਨੂੰ ਜਿਸ ਤਰ੍ਹਾਂ ਲੱਗਿਆ ਕਿ ਪਹਿਲਾਂ ਇਹਨਾਂ ਨੂੰ ਕੁਝ ਚੀਜ਼ ਦਿਖਦੀ ਨਹੀਂ ਸੀ, ਹੁਣ ਇੱਕਦਮ ਇੰਡੀਅਨ ਮੀਡੀਆ ਨੂੰ ਸਾਰਾ ਕੁਝ ਆਹੀ ਦਿਖ ਰਿਹਾ, ਸਭ ਕੁਝ ਸਵੇਰ ਤੋਂ ਹੀ ਚੱਲ ਰਿਹਾ। ਤੁਸੀਂ ਇਹ ਇੰਡੀਅਨ ਮੀਡੀਆ ਦੇ ਰੋਲ ਦਾ ਕਿਸ ਤਰ੍ਹਾਂ ਸੋਚ ਰਹੇ ਹੋ ਤੁਸੀਂ? ਸ਼ੈਲੀ ਸਾਹਿਬ ਅਨਮਿਊਟ ਕਰ ਲਓ ਤੁਸੀਂ ਆਪਾਂ ਨੂੰ ਪਲੀਜ਼। ਜਿਹੜਾ ਗੋਦੀ ਮੀਡੀਆ ਹੈ ਨਾ ਜੀ, ਗੋਦੀ ਮੀਡੀਆ ਦੀ ਤਾਂ ਆਪਾਂ ਗੱਲ ਕਰਨੀ ਹੈ ਬੰਦ ਕਰ ਦਈਏ। ਆਪਾਂ ਉਹਨਾਂ ਨੂੰ ਕਿਉਂ ਹਾਈਲਾਈਟ ਕਰਨਾ? ਉਹਨੂੰ ਛੱਡੋ, ਇੱਕ ਪਾਸੇ ਰੱਖੋ ਹੈ। ਅਗਰ ਆਪਾਂ ਦੇਖੀਏ, ਇਹ ਗੋਦੀ ਮੀਡੀਆ ਜੋ ਮਰਜ਼ੀ ਦਿਖਾਈ ਜਾਵੇ, ਜਿੱਦਾਂ ਮਰਜ਼ੀ ਦਿਖਾਈ ਜਾਵੇ। ਅੱਜ ਮੈਂ ਇੱਕ ਨਿਊਜ਼ ਚੱਲ ਰਹੀ ਸੀ ਡੇਲੀ ਪੋਸਟ ਤੇ, ਮੈਂ ਦੇਖ ਰਿਹਾ ਸੀ ਇੱਕ ਬੀਬੀ ਨਿਊਜ਼ੀਲੈਂਡ ਦੀ ਇੰਡੀਆ ਆਈ ਹੋਈ ਹੈ, ਉਹ ਸਕੂਟੀ ਤੇ ਜਾ ਰਹੀ ਸੀਗੀ ਦਿੱਲੀ ਵੱਲ, ਔਰ ਉਹ ਕਹਿੰਦੀ ਸੀ ਕਿ ਮੈਂ ਆਪਣੇ ਪੜੋਸੀਆਂ ਨੂੰ ਕਫਨ ਦੇ ਕੇ ਆਈ ਹਾਂ, ਕਿਉਂਕਿ ਮੇਰੀ ਜਿਹੜੀ ਸਾਰੀ ਫੈਮਿਲੀ ਹੈ ਉਹ ਸਾਰੀ ਨਿਊਜ਼ੀਲੈਂਡ ਦੇ ਵਿੱਚ ਹੈ, ਉਹ ਇੱਥੇ ਆ ਨਹੀਂ ਸਕਦੀ। ਮੈਂ ਕਫਨ ਗੁਆਂਢੀਆਂ ਨੂੰ ਦੇ ਕੇ ਆਈ ਹਾਂ ਵੀ ਮੈਨੂੰ ਜੇ ਕੁਝ ਹੋ ਗਿਆ ਤਾਂ ਮੇਰਾ ਕਫਨ ਮੇਰੇ ਵਾਸਤੇ ਤਿਆਰ ਰੱਖੀ। ਜਦੋਂ ਐਸਾ ਜੋਸ਼ ਲੈ ਕੇ ਬੀਬੀਆਂ, ਭੈਣਾਂ, ਮਾਵਾਂ, ਭਾਈ, ਆਪਣੇ ਬਾਪੂ ਤੁਰੇ ਫਿਰਦੇ ਨੇ, ਇਹ ਗੋਦੀ ਮੀਡੀਆ ਦੇ ਪ੍ਰਚਾਰ ਨਾਲ ਕੁਝ ਨਹੀਂ ਹੋਣ ਲੱਗਿਆ। ਆਪਾਂ ਗੋਦੀ ਮੀਡੀਆ ਦੇ ਪ੍ਰਚਾਰ ਨੂੰ ਛੱਡੀਏ, ਆਪਾਂ ਆਪਣੇ ਜਿਹੜੇ ਲੋਕਾਂ ਦੇ ਵਿੱਚ ਜਿਹੜਾ ਜੋਸ਼ ਹੈ ਉਸ ਨੂੰ ਆਪਾਂ ਹਾਈਲਾਈਟ ਕਰੀਏ, ਉਸ ਨੂੰ ਆਪਾਂ ਯਾਦ ਕਰੀਏ ਕਿ ਦੇਖੀਏ, ਉਹਦੇ ਵੱਲ ਆਪਾਂ ਜ਼ਿਆਦਾ ਧਿਆਨ ਦੇਈਏ। ਸੋ ਮੈਂ ਨਹੀਂ ਚਾਹੁੰਦਾ ਕਿ ਆਪਾਂ ਇਹ ਕੰਗਣਾ ਉਹਨਾਂ ਤੇ ਆਪਾਂ ਇੰਨਾ ਵੀ ਟਾਈਮ ਵੇਸਟ ਕਰੀਏ, ਕੋਈ ਫਾਇਦਾ ਵੀ ਹੈ ਨਹੀਂ। ਆਪਾਂ ਉਹਨਾਂ ਨੂੰ ਕਿਉਂ ਹਾਈਲਾਈਟ ਕਰੀਏ? ਆਪਾਂ ਹਾਈਲਾਈਟ ਕੁਝ ਨਹੀਂ ਕਰਨਾ ਚਾਹੁੰਦੇ। ਮੈਂ ਤਾਂ ਸਿਰਫ ਇਹੀ ਗੱਲ ਹੈ ਕਿ ਉਹਨਾਂ ਦਾ ਰੋਲ ਦੇਖ ਕਰ ਕਿੰਨਾ ਨੈਗੇਟਿਵ ਰੋਲ ਪਲੇ ਕਰ ਰਹੇ ਨੇ ਉਹ ਬੰਦੇ, ਮਤਲਬ ਬਿਲਕੁਲ ਐਜ਼ ਪਪੇਟਸ ਕੰਮ ਕਰ ਰਹੇ ਨੇ, ਮਤਲਬ ਪਹਿਲਾਂ ਹੁਣ ਤੱਕ ਇਹਨਾਂ ਨੂੰ ਕੋਈ ਲੱਗਿਆ ਨਹੀਂ। ਦੇਖ ਰਿਹਾ ਕਿ ਹਰ ਰੋਜ਼ ਉੱਥੇ ਕਿੰਨੀ ਠੰਡ ਦੇ ਵਿੱਚ ਲੋਕ ਬੈਠੇ ਨੇ, ਕਿੰਨੀਆਂ ਮੌਤਾਂ ਹੋ ਰਹੀਆਂ, ਹੁਣ ਤੱਕ ਉਹਨਾਂ ਨੂੰ ਕੋਈ ਦਰਦ ਨਹੀਂ ਆਇਆ। ਇੱਕ ਰਿਹਾਨਾ ਦੇ ਟਵੀਟ ਨਾਲ ਉਹ ਦੇਖੋ ਕਿੱਥੇ ਉੱਠ ਕੇ ਚੱਲੇ ਨੇ ਸਾਰੇ ਇਹ ਹਾਲੀਵੁੱਡ, ਆਪਣਾ ਜੋ ਇੰਡੀਅਨ ਮੀਡੀਆ ਨਾਲ ਦੇ ਨਾਲ ਖੜੇ ਹੋਏ, ਜਿਉਂ ਬੋਲਣਾ ਸ਼ੁਰੂ ਕੀਤਾ ਉਹਨਾਂ ਨੇ ਸਵੇਰ ਤੋਂ ਇਹੀ ਚੀਜ਼ ਫੜੀ ਹੋਈ ਹੈ ਬਸ। ਹੁਣ ਇਹਨਾਂ ਨੂੰ ਜੋ ਪਹਿਲਾਂ ਕੰਗਨਾ ਰਣੌਤ ਸੀ, ਪਹਿਲਾਂ ਇਹਨਾਂ ਨੇ ਇਹਦਾ ਅਗੇਂਸਟ ਐਕਸ਼ਨ ਲੈਤਾ ਸੀਗਾ ਇੰਡੀਆ, ਬੰਬੇ ਦੇ ਵਿੱਚ ਇਹਦੇ ਆਫਿਸ ਬਾਰੇ ਤੋੜ ਭੰਨ ਹੋਈ ਸੀਗੀ, ਉਦੋਂ ਇਹ ਇਹਨਾਂ ਨੂੰ ਬੜੀ ਨੈਗੇਟਿਵ ਕਰੈਕਟਰ ਲੱਗਦੇ ਸੀਗੀ। ਹੁਣ ਉਹਨਾਂ ਨੇ ਫਿਰ ਉਹਨੂੰ ਪੋਜ਼ਿਟਿਵ ਲੈ ਲਿਆ, ਪਤਾ ਨਹੀਂ ਕੀ ਉਹਨੂੰ ਖਿਲਾਇਆ, ਪਤਾ ਨਹੀਂ ਕੀ ਕੀਤਾ ਉਹਨੂੰ। ਹੁਣ ਉਹਨਾਂ ਨੇ ਮਤਲਬ ਦੇਖੋ ਲੋਕ ਬਦਲਦੇ ਕਿਵੇਂ ਇਸ ਚੀਜ਼ਾਂ ਨੂੰ। ਸਰ ਗੱਲ ਇਹ ਹੈ ਵੀ ਜਦੋਂ ਆਪਣੇ ਸੈਂਟਰ ਦੇ ਲੀਡਰਸ ਜਿਹੜੇ ਹੈਗੇ ਆ, ਦੇ ਆਰ ਦੀ ਦੇਖੋ ਕੀ ਕੁਛ ਆਪਣਾ ਹਾਈਲਾਈਟ ਕਲੀਅਰ ਹੋ ਰਿਹਾ ਕਿ ਉਹ ਕਾਰਪੋਰੇਟ ਘਰਾਣੇ ਦੇ ਕੁੱਤੇ ਨੇ। ਜੇ ਉਹ ਕੁੱਤੇ ਨੇ ਤਾਂ ਆਪਾਂ ਗੋਦੀ ਮੀਡੀਆ ਬਾਰੇ ਕੀ ਕਹਾਂਗੇ? ਦੇ ਆਰ ਨਾਟ ਪਪੇਟਸ, ਦੇ ਆਰ ਪਪੀਜ਼। ਸੋ ਉਹਨਾਂ ਬਾਰੇ ਤਾਂ ਉਹਨਾਂ ਦਾ ਰੋਲ ਤਾਂ ਜਿਹੜਾ ਹੈਗਾ ਉਹ ਕਿਸੇ ਪਾਸੇ ਸਟੈਂਡ ਨਹੀਂ ਕਰਦਾ। ਪਰ ਫਿਰ ਵੀ ਜਿਹੜੇ ਛੋਟੇ ਇੱਕ ਹੋਰ ਵੀ ਵਧੀਆ ਹੋ ਗਿਆ, ਜਿਹੜੇ ਛੋਟੇ ਚੈਨਲ ਨੇ ਉਹਨਾਂ ਨੂੰ ਮੌਕਾ ਮਿਲ ਗਿਆ ਵਿਚਾਰਿਆਂ ਨੂੰ ਸੱਚਾਈ ਨੂੰ ਹਾਈਲਾਈਟ ਕਰਨ ਦਾ ਔਰ ਆਪਣੇ ਆਪ ਨੂੰ ਉੱਪਰ ਲੈ ਕੇ ਆਉਣ ਦਾ। ਗੋਦੀ ਮੀਡੀਆ ਦਾ ਰੋਲ ਜਿਹੜਾ ਹੈਗਾ ਉਸ ਨੂੰ ਆਪਾਂ ਡਿਸਕਸ ਨਾ ਹੀ ਕਰੀਏ ਤਾਂ ਮੇਰੇ ਖਿਆਲ 'ਚ ਬੈਟਰ, ਕਿਉਂਕਿ ਉਹ ਆਪਾਂ ਕੋਈ ਪੁਆਇੰਟ ਤਾਂ ਆਵੇ ਨਾ ਕਿ ਥੋੜਾ ਬਹੁਤ ਪੋਜ਼ਿਟਿਵ ਹੋਵੇ, ਆਪਾਂ ਉਹ ਤੇ ਡਿਸਕਸ ਕਰ ਸਕੀਏ। ਇੱਕ ਇੱਕ ਤੁਹਾਡੇ ਨਾਲ ਮੈਂ ਹੋਰ ਜਿਹੜੀ ਗੱਲ ਕਰਨਾ ਚਾਹੁੰਦਾ, ਕਿਉਂਕਿ ਤੁਸੀਂ ਇਸ ਟਾਈਮ ਪੰਜਾਬ 'ਚ ਬੈਠੇ ਹੋ ਤੇ ਪੰਜਾਬ 'ਚ ਇਸ ਟਾਈਮ ਨਗਰ ਨਿਗਮ ਦੀਆਂ ਚੋਣਾਂ ਜਾਂ ਨਗਰ ਕੌਂਸਲ ਦੀਆਂ ਚੋਣਾਂ ਨੇ, ਉਸ ਜਗ੍ਹਾ ਤੇ ਵੀ ਤੁਸੀਂ ਇਹ ਦੇਖਿਆ ਹੋਣਾ। ਮੈਂ ਵੀ ਇੰਡੀਆ ਮੇਰੀ ਗੱਲ ਹੁੰਦੀ ਰਹਿੰਦੀ ਹੈ, ਤਾਂ ਉਹ ਕਾਫੀ ਜਗ੍ਹਾ ਤੇ ਬੀਜੇਪੀ ਵਾਲੇ ਕੋਲ ਕੈਂਡੀਡੇਟ ਹੀ ਹੈ ਨਹੀਂ, ਉਹਨਾਂ ਨੂੰ ਕੈਂਡੀਡੇਟ ਨਹੀਂ ਮਿਲ ਰਹੇ ਚੀਜ਼ਾਂ ਦੇ। ਹਾਂ ਬਿਲਕੁਲ ਜੀ, ਬਿਲਕੁਲ। ਮੈਂ ਆਪਣੇ ਵਾਰਡ 'ਚ ਵੀ ਦੇਖ ਰਿਹਾ, ਸਾਡੇ ਇੱਥੇ ਬੀਜੇਪੀ ਦਾ ਕੈਂਡੀਡੇਟ ਹੀ ਹੈ ਨਹੀਂ। ਕਿਉਂਕਿ ਜਿਹੜੇ ਬੀਜੇਪੀ ਦੇ ਕੈਂਡੀਡੇਟ ਨੇ ਉਹਨੂੰ ਕਿਹਨੇ ਐਂਟਰਟੇਨ ਕਰਨਾ ਹੈ? ਕਿਸੇ ਨੇ ਨਹੀਂ ਕਰਨਾ ਇਸ ਟਾਈਮ। ਬਿਲਕੁਲ ਇਸ ਟਾਈਮ ਉਹਨਾਂ ਦੀ ਜੋ ਪਰ ਉਸ ਚੀਜ਼ ਦਾ ਕਾਂਗਰਸ ਫਾਇਦਾ ਉਠਾ ਰਹੀ ਹੈ। ਆਪਣੇ ਦੂਸਰੇ ਕੈਂਡੀਡੇਟਸ ਦੇ ਨਾਲ ਉਹ ਧੱਕਾ ਵੀ ਕਰ ਰਹੀ ਹੈ ਬਹੁਤ ਥਾਂ ਤੇ। ਉਹਨਾਂ ਦੇ ਜਿਹੜੇ ਕਾਗਜ਼ ਨੇ ਨਾਮਜ਼ਦ ਦੇ ਉਹ ਸਬਮਿਟ ਨਹੀਂ ਹੋਣ ਦੇ ਰਹੀ। ਇਹ ਬਹੁਤ ਜਗ੍ਹਾ ਧੱਕਾ ਚੱਲ ਰਿਹਾ ਹੈ। ਸੋ ਇਸ ਕਰਕੇ ਇਸ ਚੀਜ਼ ਦਾ ਕਾਂਗਰਸ ਵੀ ਥੋੜਾ ਨਜਾਇਜ਼ ਕਰ ਰਹੀ ਹੈ ਇੱਥੇ। ਬਿਲਕੁਲ ਤੁਹਾਡੀ ਗੱਲ ਬਿਲਕੁਲ ਸਹੀ ਗੱਲ ਹੈ। ਇਹ ਸਾਰੇ ਜਿੱਥੇ ਜਿਸ ਦਾ ਚੱਲਦਾ ਹੈ ਉਹ ਚਲਾਉਣ ਦੀ ਕੋਸ਼ਿਸ਼ ਕਰਦੇ ਨੇ ਹਰ ਜਗ੍ਹਾ ਤੇ ਇਹ ਚੀਜ਼ਾਂ ਦੇ। ਜਿਸ ਤਰ੍ਹਾਂ ਫਿਰ ਉਸੇ ਜਗ੍ਹਾ ਤੇ ਮੈਂ ਵਾਪਸ ਆਉਣਾ ਕਿ ਜਿਸ ਤਰ੍ਹਾਂ ਰਿਵਾਈਵ ਹੋਇਆ ਜਿਹੜਾ ਅੰਦੋਲਨ ਇਹਦੇ ਵਿੱਚ ਫਿਰ ਜੋ ਆਪਾਂ ਸੁਣਨ ਨੂੰ ਮਿਲਦਾ ਤਾਂ ਕਿ ਪਿੰਡਾਂ ਦੇ ਵਿੱਚ, ਖਾਸ ਕਰ ਜੋ ਪੰਜਾਬ ਦੀ ਨਿਊਜ਼ ਹੈ ਉਹਦੇ ਵਿੱਚ ਇਹੀ ਹੈ ਕਿ ਪਿੰਡਾਂ ਦੇ ਵਿੱਚ ਉਹਨਾਂ ਨੇ ਕਿਹਾ ਹੋਇਆ ਹਰ ਬੰਦੇ ਨੂੰ ਉੱਥੇ ਜਾਣਾ ਜ਼ਰੂਰੀ ਹੈ, ਹਰ ਫੈਮਿਲੀ ਦੇ ਵਿੱਚੋਂ
ਜੇ ਬੰਦੇ ਨਹੀਂ ਜਾ ਰਹੇ ਤਾਂ ਉਹਨਾਂ ਨੂੰ ਫਾਈਨ ਤੱਕ ਕਰ ਰਹੇ ਨੇ ਕਿ ਜਿਹੜੇ ਬੰਦੇ ਨਹੀਂ ਜਾਣਗੇ ਉਹਨਾਂ ਨੂੰ ਫਾਈਨ ਹੋਊਗਾ, ਤੁਹਾਨੂੰ ਜਾਣਾ ਪੈਣਾ ਹੈ। ਤੇ ਲੋਕ ਫਾਈਨ ਦਾ ਕੀ ਜਾਣ, ਲੋਕ ਤਾਂ ਆਪ ਦੋ ਬੰਦੇ ਜਾ ਰਹੇ ਨੇ ਘਰਾਂ, ਉਹਨਾਂ ਦੇ ਘਰਾਂ ਵੱਲ। ਇੱਕ ਬੰਦਾ ਕਈ ਵਾਰੀ ਵਾਪਸ ਆ ਜਾਂਦਾ, ਦੂਸਰਾ ਚਲਾ ਜਾਂਦਾ। ਇਸ ਨੂੰ ਤੁਸੀਂ ਫਾਈਨ ਨਾ ਕਹੋ, ਇਸ ਨੂੰ ਤੁਸੀਂ ਫਾਈਨ ਨਾ ਕਹੋ। ਇਹ ਇਸ ਤਰ੍ਹਾਂ ਹੁੰਦਾ ਹੈ ਕਿ ਠੀਕ ਹੈ, ਹੁਣ ਜਿਹੜੇ ਤਾਂ ਜੁਆਇੰਟ ਫੈਮਿਲੀਜ਼ ਹੈਗੀਆਂ, ਘਰ ਵੱਡੇ ਆਪਣਾ ਪਰਿਵਾਰ ਵੱਡੇ ਹੈਗੇ ਆ, ਉਹਨਾਂ ਚੋਂ ਇੱਕ ਛੱਡੋ ਦੋ ਬੰਦੇ ਵੀ ਜਾ ਰਹੇ ਨੇ, ਪੂਰਾ ਪਰਿਵਾਰ ਵੀ ਜਾ ਰਿਹਾ। ਪਰ ਕਈਆਂ ਦੇ ਹੁਣ ਨਾਰਮਲੀ ਕੀ ਹੈਗਾ ਕਿ ਆਪਣੇ ਜੁਆਇੰਟ ਫੈਮਿਲੀਜ਼ ਬਹੁਤ ਘੱਟ ਗਈਆਂ, ਸਿੰਗਲ ਫੈਮਿਲੀਜ਼ ਹੋ ਗਈਆਂ, ਤਾਂ ਕੋਈ ਬੰਦੇ ਜਾ ਸਕਦੇ ਆ, ਕੋਈ ਨਹੀਂ ਜਾ ਸਕਦੇ। ਤਾਂ ਉਹ ਕਹਿੰਦੇ ਆ ਕਿ ਜਾਂ ਤਾਂ ਤੁਸੀਂ ਆਪਣੀ ਫਿਜ਼ੀਕਲ ਜਿਹੜੀ ਹੈ ਪ੍ਰੈਸੈਂਸ ਦੇ ਨਾਲ ਉੱਥੇ ਤੁਸੀਂ ਅੰਦੋਲਨ 'ਚ ਹਿੱਸਾ ਪਾ ਲਓ, ਜੇ ਨਹੀਂ ਪਾ ਸਕਦੇ ਇਹ 100 ਰੁਪਏ ਫਾਈਨ ਨਹੀਂ ਹੈ, ਇਹ ਜਸਟ ਐ ਸਪੋਰਟ ਕਿ ਤੁਸੀਂ ਇੱਕ ਸਪੋਰਟਿਵ ਬੇਸ ਦੇ ਉੱਤੇ, ਤਾਂ ਕਿ ਪਤਾ ਲੱਗੇ ਕਿ ਯੂ ਆਰ ਕੰਟਰੀਬਿਊਟਰ। ਐਕਚੁਅਲੀ ਹਾਂ, ਬਿਲਕੁਲ ਤੁਹਾਡੀ ਗੱਲ ਇਹ ਸਹੀ ਹੈ, ਬਿਲਕੁਲ। ਇਹ ਸ਼ਾਇਦ ਮੈਂ ਵਰਡਸ ਔਰ ਮਿਸਨੋਮਰ, ਉਹ ਚੀਜ਼ਾਂ ਨੂੰ ਮੈਂ, ਉਹ ਚੀਜ਼ ਨੂੰ ਸ਼ਾਇਦ ਮੈਂ ਪੋਰਟਰੇ ਨਹੀਂ ਕਰ ਸਕਿਆ, ਜਾਂ ਮੈਂ ਚੀਜ਼ ਕਿਸੇ ਜਗ੍ਹਾ ਤੋਂ ਸੁਣੀ ਸੀ ਫਾਈਨ, ਪਰ ਉਹ ਫਾਈਨ ਐਕਚੁਅਲੀ ਫਾਈਨ ਨਹੀਂ ਹੈਗਾ। ਤੁਹਾਡੀ ਗੱਲ ਬਿਲਕੁਲ ਸਹੀ ਗੱਲ ਆ। ਉਹ ਬੰਦਾ ਜਾਂ ਫਿਜ਼ੀਕਲੀ ਪ੍ਰੈਜ਼ੈਂਟ ਦਿਖਾਓ ਉਹਦੇ ਵਿੱਚ, ਜਾਂ ਤੁਸੀਂ ਕੰਟਰੀਬਿਊਟ ਕਰੋ ਕਿਸ ਤਰ੍ਹਾਂ ਕਰ ਰਹੇ ਹੋ। ਤੇ ਲੋਕ ਬੰਦੇ ਫਿਜ਼ੀਕਲੀ ਵੀ ਜਾਂਦੇ ਨੇ ਤੇ ਵੈਸੇ ਵੀ ਆਪਣੇ ਕੰਟਰੀਬਿਊਟ ਵੀ ਕਰਨੇ, ਫਾਈਨੈਂਸ਼ੀਅਲੀ ਆਲਸੋ, ਦੋਨੋਂ ਚੀਜ਼ਾਂ ਦਾ ਸਪੋਰਟ ਕਰਨ ਤੇ ਲੱਗੇ ਹੋਏ ਨੇ। ਕਵਿੰਦਰ ਗਿੱਲ ਜੀ, ਮੈਂ ਤੁਹਾਡੇ ਕੋਲ ਆਉਣਾ ਜੀ। ਮੈਂ ਤੁਹਾਨੂੰ ਪੁੱਛਣਾ ਚਾਹਣਾ ਹੈ ਕਿ ਇਸ ਟਾਈਮ ਜੋ ਅਪੋਜੀਸ਼ਨ ਵਾਲੀਆਂ ਪਾਰਟੀਆਂ ਨੇ, ਵੈਸੇ ਤਾਂ ਦੱਸ ਰਹੇ ਨੇ ਕਾਫੀ ਜਗ੍ਹਾ ਤੇ ਇਕੱਠੇ ਹੋਏ ਨੇ, ਹੁਣ ਬਿਹਾਰ ਦੇ ਵਿੱਚ ਥੋੜੇ ਦਿਨ ਪਹਿਲਾਂ ਇਕੱਠੇ ਹੋ ਕੇ ਉਹਨਾਂ ਨੇ ਫਾਰਮਰਸ ਦੇ ਫੇਵਰ ਦੇ ਵਿੱਚ ਰੈਲੀ ਕੀਤੀ ਹੈ, ਤੇ ਜਿੰਨੀਆਂ ਪਾਰਟੀ ਸੀਗੀਆਂ ਹੋਰ ਵੀ ਕਾਫੀ, ਤੇ ਕਾਂਗਰਸ ਵੀ ਹੁਣ ਕਾਫੀ ਜਗ੍ਹਾ ਜ਼ੋਰੋ ਰੋਸ਼ ਨਾਲ ਆਈ ਹੋਈ ਅੱਗੇ ਚੀਜ਼ਾਂ ਨਾਲ। ਤੁਹਾਨੂੰ ਕਿਸ ਤਰ੍ਹਾਂ ਲੱਗਦਾ ਹੈ ਕਿ ਇਹ ਲੋਕ ਆਪਣੇ ਪੋਲੀਟੀਕਲ ਮੋਟਿਵ ਨੂੰ ਹੀ ਕਰਨ ਦੇ ਵਾਸਤੇ ਅੱਗੇ ਆ ਰਹੇ ਨੇ, ਜਾਂ ਤੁਸੀਂ ਲੱਗ ਰਿਹਾ ਕਿ ਕੁਝ ਕੋਈ ਬੰਦਾ ਇਹ ਚੀਜ਼ਾਂ ਨੂੰ ਮਤਲਬ ਸੈਲਫਲੈਸਲੀ ਵੀ ਇਸ ਤੇ ਸਪੋਰਟ ਕਰ ਰਹੇ ਨੇ ਜੀ? ਗਿੱਲ ਸਾਹਿਬ ਦੇਖੋ, ਜਿੱਥੋਂ ਤੱਕ ਸਵਾਲ ਹੈਗਾ, ਮੈਂ ਹੁਣ ਇੱਕ ਆਪਣੇ ਪਾਰਲੀਮੈਂਟ ਦੇ ਵਿੱਚ ਸਮਾਜਵਾਦ ਪਾਰਟੀ ਦਾ ਬੰਦਾ ਸੀ, ਮੈਨੂੰ ਉਹਦਾ ਨਾਂ ਨਹੀਂ ਚੇਤੇ, ਐਡੇ ਵਧੀਆ ਤਰੀਕੇ ਨਾਲ ਉਹਨੇ ਪ੍ਰੈਜੈਂਟੇਸ਼ਨ ਦਿੱਤੀ ਹੈ ਕਿ ਇੰਨੀ ਚੰਗੀ ਤਰ੍ਹਾਂ ਪੱਖ ਪੂਰਿਆ ਹੈਗਾ ਕਿਸਾਨਾਂ ਦਾ। ਮੈਨੂੰ ਨਹੀਂ ਲੱਗਦਾ ਉਹਦੇ 'ਚ ਕੋਈ ਪੋਲੀਟੀਕਲ ਮੋਟਿਵ ਸੀ ਉਹਦਾ। ਇਸੇ ਤਰ੍ਹਾਂ ਇਸ ਤੋਂ ਪਹਿਲਾਂ ਅਸੀਂ ਪਾਰਲੀਮੈਂਟ ਦੇ ਵਿੱਚ ਹੀ ਭਗਵੰਤ ਮਾਨ ਜੀ ਤੇ ਰਾਜ ਸਭਾ ਦੇ ਵਿੱਚ ਸੰਜੇ ਜੀ, ਇਹਨਾਂ ਨੇ ਜਿਹੜਾ ਰਿਪਰੈਜ਼ੈਂਟ ਕੀਤਾ ਹੈਗਾ ਬਿਨਾਂ ਕਿਸੇ ਪਾਰਟੀਵਾਦ ਤੋਂ ਕੀਤਾ। ਮੇਰਾ ਖਿਆਲ ਨਹੀਂ, ਮੈਂ ਕਹਾਂ ਕਿ ਠੀਕ ਹੈ, ਇਹਦਾ ਸ਼ੰਕਾ ਇਹ ਜ਼ਰੂਰ ਹੈਗਾ ਕਿ ਕਈ ਮਾਈਲੇਜ ਲੈਣ ਦੀ ਕੋਸ਼ਿਸ਼ ਕਰਨਗੇ, ਉਹਨਾਂ ਨੂੰ ਆਊਟ ਰੱਖਿਆ ਜਾਵੇ ਡੈਫੀਨੇਟਲੀ। ਪਰ ਮੈਂ ਇਹ ਸਮਝਦਾ ਹਾਂ ਕਿ ਇਸ ਵੇਲੇ ਪੋਲੀਟੀਕਲ ਪਾਰਟੀਆਂ ਆਪਦੀ ਕੰਪਲਸ਼ਨ ਸਮਝ ਰਹੀਆਂ ਹੈ ਕਿ ਸਾਨੂੰ ਬਿਨਾਂ ਆਪਦਾ ਨਾਂ ਲਏ ਸਾਨੂੰ ਪ੍ਰਮੋਟ ਕਰਨਾ ਚਾਹੀਦਾ, ਕਿਉਂਕਿ ਰਾਈਟ ਥਿੰਗ ਹੈ। ਉਹਨਾਂ ਦੀ ਇਹ ਸਮਝ ਆਉਣ ਲੱਗ ਗਿਆ ਕਿ ਜਿਹੜਾ ਇਹ ਬਿੱਲ ਹੈ ਇਹ ਰੋਂਗ ਬਿੱਲ ਹੈ। ਪਹਿਲਾਂ ਇਹ ਸਮਝਦੇ ਸੀ, ਜਿਹੜਾ ਵਿਖਾਵਾ ਸੀ ਉਹ ਇਹ ਸੀਗਾ ਕਿ ਦੇਖੋ ਜੀ ਫ੍ਰੀ ਮਾਰਕੀਟ ਆ, ਫ੍ਰੀ ਮਾਰਕੀਟ ਦੇ ਨਾਲ ਬੰਦਾ ਜਿੱਥੇ ਮਰਜ਼ੀ ਜਿਹਨੂੰ ਮਰਜ਼ੀ ਵੇਚ ਦੇਵੇ। ਹੁਣ ਉਹਨਾਂ ਦੀ ਇਹ ਗੱਲ ਸਮਝ ਆਉਣ ਲੱਗੀ ਕਿ ਫ੍ਰੀ ਮਾਰਕੀਟ ਜਿਹੜੀ ਹੈ ਇਹ ਇੰਡੀਆ ਦੀ ਫਾਰਮਰ ਦੇ ਨਾਲ ਨਹੀਂ ਹੋ ਸਕਦੀ, ਹੋਰ ਗੱਲਾਂ 'ਚ ਹੋ ਸਕਦੀ ਹੈਗੀ ਹੈ। ਉਸ ਤੋਂ ਇਹ ਤੋਂ ਪਹਿਲਾਂ ਮੈਂ ਇਹ ਤੋਂ ਡਿਟੇਲ ਜਾਵਾਂ, ਮੈਂ ਦੋ ਗੱਲਾਂ ਨਾ, ਇੱਕ ਤਾਂ ਸੰਜੇ ਬਾਲਾ ਜੀ ਨੇ ਬੜਾ ਵਧੀਆ ਪੁਆਇੰਟ ਲਿਆਂਦਾ ਸੀ, ਮੈਂ ਉਹਦੇ ਬਾਰੇ ਕਹਿਣਾ ਚਾਹੁੰਦਾ, ਤੇ ਇੱਕ ਬਿੰਦਰ ਸ਼ੈਲੀ ਜੀ ਨੇ ਪੁਆਇੰਟ ਲਿਆਂਦਾ ਸੀ, ਮੈਂ ਉਹਦੇ ਬਾਰੇ ਥੋੜਾ ਕਹਿਣਾ ਚਾਹੁੰਦਾ। ਦੇਖੋ, ਜਿਹੜਾ ਪਿੰਡਾਂ ਦੇ ਵਿੱਚੋਂ ਇਕੱਠੇ ਕਰਨ ਦਾ ਸਵਾਲ ਹੈ ਨਾ, ਇੱਕ ਵੀਡੀਓ ਆਈ ਸੀ ਅੱਜ ਤੋਂ ਕੋਈ ਤਕਰੀਬਨ 20-25 ਦਿਨ ਪਹਿਲਾਂ। ਇਹ ਨਹੀਂ ਕਿ ਇਹ ਸਾਰਾ ਜਿਹੜਾ ਇਹ ਕੋਈ ਪੈਸਾ ਕੋਈ ਬਾਹਰੋਂ ਆ ਰਿਹਾ, ਬਾਹਰੋਂ ਪੈਸਾ ਨਹੀਂ ਆ ਰਿਹਾ, ਇਹ ਲੋਕਾਂ ਦਾ ਆਪਦਾ ਜਿਹੜਾ ਝੁਕਾਅ ਹੈ, ਆਪਦਾ ਜਿਹੜਾ ਮਨ ਹੈ, ਉੱਥੇ ਹਰੇਕ ਪਿੰਡ ਦੇ ਵਿੱਚ ਇਹ ਜਜ਼ਬਾ ਹੈ। ਤੇ ਉੱਥੇ ਉਹ ਬੰਦਾ ਦਿਖਾ ਰਿਹਾ ਸੀਗਾ, ਜਿਹੜਾ ਕਿ ਬੜਾ ਮੇਰੇ ਦਿਲ ਨੂੰ ਟੁੰਬੇ ਉਹ ਚੀਜ਼, ਕਿ ਕਿਸੇ ਨੇ ਨਾ ਇੰਨੀ ਪੁੜੀ ਸਿਰਫ ਚਾਹ ਦੀ ਦਿੱਤੀ, ਤੇ ਉਹ ਬੰਦਾ ਬੜੇ ਮਾਣ ਨਾਲ ਦਿਖਾ ਰਿਹਾ ਸੀਗਾ ਕਿ ਦੇਖੋ ਇਸ ਘਰ ਦੀ ਜਿਹੜੀ ਵਿਚਾਰੇ ਦੀ ਪਹੁੰਚ ਹੈ ਨਾ, ਉਹ ਇਹ ਨਹੀਂ ਮੈਂ ਜਵਾਬ ਦੇ ਰਿਹਾ, ਉਹਨੇ ਇੰਨਾ ਹੀ ਕਰ ਸਕਿਆ। ਮੇਰੇ ਆਪ ਦੇ ਬ੍ਰਦਰ ਨਾਲ ਉੱਥੇ ਉਹਨਾਂ ਨੂੰ ਹਾਰਟ ਅਟੈਕ ਹੋ ਕੇ ਹਟਿਆ, ਤੇ ਉਹ ਆ ਨਹੀਂ ਸਕੇ, ਜਾ ਨਹੀਂ ਸਕੇਗੇ ਬਾਰਡਰ ਤੇ। ਤੇ ਉਹਨਾਂ ਨੇ ਕੀ ਕੀਤਾ ਕਿ ਠੀਕ ਹੈ ਭਾਈ, ਮੈਂ ਜਾ ਨਹੀਂ ਸਕਦਾ ਤੇ ਮੈਂ ਆਹ ਕੰਟਰੀਬਿਊਸ਼ਨ ਦੇ ਸਕਦਾ ਕਿਉਂਕਿ ਮੇਰੀ ਆ ਮਜਬੂਰੀ ਹੈ। ਸੋ ਹਰੇਕ ਪਿੰਡ ਦੇ ਵਿੱਚ, ਹਰੇਕ ਘਰ ਦੇ ਵਿੱਚ ਜਿਹੜੀ ਛੋਟੀ ਕੰਟਰੀਬਿਊਸ਼ਨ ਹੈ, ਉਹਦੇ ਨਾਲ ਇਹ ਫਾਰਮਰ ਐਜੂਕੇਸ਼ਨ ਚੱਲ ਰਹੀ ਹੈ, ਨਾ ਕਿ ਇਹ NRI
ਦੇ ਪੈਸੇ ਨਾਲ ਚੱਲ ਰਹੀ ਹੈਗੀ ਹੈ। ਇੱਕ ਤੁਹਾਡੀ ਗੱਲ, ਸੌਰੀ ਮੈਂ ਬਾਦਰ ਕਰ ਰਿਹਾ, ਤੁਹਾਨੂੰ ਇੱਕ ਦੇ ਵਿੱਚ ਥੋੜੀ ਚੀਜ਼ ਹੋਰ ਐਡ ਕਰਨਾ ਚਾਹੁੰਦਾ ਕਿ ਪਹਿਲਾਂ ਆਪਾਂ ਇੱਕ ਚੀਜ਼ ਇਹ ਵੀ ਦੇਖੀ ਸੀਗੀ ਕਿ ਜਲੰਧਰ ਤੋਂ ਇੱਕ ਕੋਈ ਬਜ਼ੁਰਗ ਸੀਗੇ ਵਿਚਾਰੇ, ਥੋੜੇ ਘਰੋਂ ਜਿਸ ਤਰ੍ਹਾਂ ਨਹੀਂ ਇੰਨਾ ਕੋਈ ਸਾਊਂਡ ਹੁੰਦੇ ਬੰਦੇ, ਆਪਣੇ ਸਾਈਕਲ ਤੇ ਜਾ ਕੇ ਉਹ ਬੰਦੇ ਉੱਥੇ 100 ਰੁਪਇਆ ਦੇ ਕੇ ਆਏ ਸੀ। ਯੈਸ, ਯਾ, ਤੇ ਉਹਨਾਂ ਨੂੰ ਇਹ ਰਾਜ ਕੇ ਵੀ ਕਿਹਾ ਸੀ ਕਿ ਤੁਸੀਂ ਆ ਜਾਓ, ਬਹਿ ਜਾਓ, ਕਹਿੰਦੇ ਨਹੀਂ ਇੱਕ ਆਈ ਜਾਣਾ, ਇੱਕ ਤੁਰ ਕੇ ਗਏ ਸੀ, ਭੱਜ ਕੇ ਗਏ ਸੀ, ਇਸ ਤਰ੍ਹਾਂ ਗਏ ਸੀ। ਇਹੋ ਜਿਹਾ ਜੋਸ਼ ਹੈ, ਇਹ ਜਿਹੜਾ ਇਹ ਬਾਹਰੋਂ ਨਹੀਂ ਇਹ ਆ ਸਕਦਾ, ਇਹ ਅੰਦਰੋਂ ਉੱਥੇ ਬੈਠਿਆਂ ਦੇ ਮਨ ਚ ਆਵੇ ਤਾਂ ਹੋ ਸਕਦਾ ਹੈਗਾ ਇਹ ਕੰਮ। ਦੂਜੇ ਨੰਬਰ ਦੇ ਉੱਤੇ ਜਿਹੜਾ ਆਪਣਾ ਮੇਰਾ ਖਿਆਲ ਸੰਜੇ ਜੀ ਵਾਲਾ ਜੀ ਕੁਝ ਕਹਿਣਾ ਚਾਹੁੰਦੇ ਆ, ਇੱਕ ਮਿੰਟ ਮੈਂ ਕਰਦਾ। ਦੇਖੋ ਇੱਕ ਹੋਰ ਚੀਜ਼ ਜਿਹੜੀ ਹੈਗੀ ਹੈ, ਮੈਂ ਐਪਰੀਸ਼ੀਏਟ ਕਰਨਾ ਚਾਹੁੰਦਾ, ਸਾਡੇ ਲਈ ਜਿਹੜੀ NFL ਹੈ, ਨੈਸ਼ਨਲ ਫੁੱਟਬਾਲ ਲੀਗ ਹੈ, ਉਹ ਇਵੇਂ ਹੀ ਹੈ ਜਿਵੇਂ ਸਾਡੇ ਜ਼ਮਾਨੇ ਦੇ ਵਿੱਚ JCT ਫੁੱਟਬਾਲ ਤੇ ਬੰਗਾਲ ਦੀ ਕੀ ਮੋਹਨ ਬੈਗਨ ਹੁੰਦੀ ਸੀ, ਕੀ ਸੀ ਉਹ, ਹਾਂਜੀ, ਉਹ ਜਿਵੇਂ ਉਹਨੂੰ ਅਸੀਂ ਰਿਲੀਜੀਅਸਲੀ ਵੇਖਦੇ ਸੀ ਨਾ, ਇਸੇ ਤਰ੍ਹਾਂ ਹੀ ਅਸੀਂ NFL ਨੂੰ ਸੁਪਰਬਾਲ ਆਉਣੀ ਹੈ ਸੰਡੇ, ਉਹਨੂੰ ਅਸੀਂ ਐਜ਼ ਏ ਰਿਲੀਜੀਅਸ ਤੌਰ ਦੇ ਉੱਤੇ ਹੀ ਉਹਨੂੰ ਵਾਚ ਕਰਦੇ ਹਾਂ। ਇੱਕ ਤਰ੍ਹਾਂ ਨਾਲ ਪੂਰੀ ਪਾਰਟੀ ਹੁੰਦੀ ਹੈ। ਮੈਂ ਇਹ ਮੈਂਸ਼ਨ ਕਰਨਾ ਚਾਹੁੰਦਾ, ਮੈਂ ਐਪਰੀਸ਼ੀਏਟ ਕਰਨਾ ਚਾਹੁੰਦਾ ਕਿ ਦੇਖੋ ਮੇਰੀ ਉਹ ਟੀਮ ਨਹੀਂ ਹੈਗੀ ਕਿ ਪਿਟਸਬਰਗ ਸਟੀਲਰਸ ਦੀ ਹੈ, ਉਹਨਾਂ ਦਾ ਇੱਕ ਰਿਸੀਵਰ ਹੈ ਜੂਜੂ, ਜਿਹੜਾ ਜਿਹਨੇ ਕਿ $10,000 ਫਾਰਮਰ ਐਜੂਕੇਸ਼ਨ ਨੂੰ ਡੋਨੇਟ ਕੀਤਾ, ਤੇ ਆਈ ਰੀਅਲੀ ਐਪਰੀਸ਼ੀਏਟ ਦੈਟ। ਉਸ ਬੰਦੇ ਦੀ ਬਹੁਤ ਜ਼ਿਆਦਾ ਅਸੀਂ ਉਹਨੂੰ ਇੱਜ਼ਤ ਹੈ, ਮਾਣ ਹੈ ਕਿ ਉਹਨਾਂ ਨੇ ਸਾਡਾ ਦਰਦ ਸਮਝਿਆ ਫਾਰਮਰਸ ਦਾ, ਉਹਨਾਂ ਨੇ ਦੇਖਿਆ ਕਿ ਉੱਥੇ ਕੀ ਕੁਛ ਹੋ ਰਿਹਾ। ਉਹ ਇਸ ਕਰਕੇ ਨਹੀਂ, ਉਹ ਜਿਹੜੀ ਫਰੀडम ਆਫ ਸਪੀਚ ਤੁਸੀਂ ਸਾਡੀ ਰੋਕ ਰਹੇ ਆ ਉਹਦੇ ਕਰਕੇ। ਨੰਬਰ 2 ਦੇ ਉੱਤੇ ਮੈਂ ਪਿਛਲੀ ਵਾਰ ਜਿਹੜਾ ਇਸ ਤੋਂ ਪਹਿਲਾਂ ਮੇਰੀ ਵਾਰੀ ਆਈ ਸੀ, ਉਦੋਂ ਮੈਂ ਇੱਕ ਪੁਆਇੰਟ ਲਿਆਂਦਾ ਸੀਗਾ ਕਿ ਕਿਵੇਂ ਇਹ ਜਿਹੜੀ ਬਾਈਡਨ ਨੇ ਭੇਜੀ ਹੈ ਇਹਨਾਂ ਨੂੰ ਕੰਪਲੇਨ ਕਿ ਤੁਸੀਂ ਫਰੀडम ਦਿਓ, ਤੁਸੀਂ ਆਪਣਾ ਕਿਲਾਬੰਦੀ ਕੀਤੀ ਹੋਈ ਹੈ, ਤੁਸੀਂ ਉੱਥੇ ਇੰਟਰਨੈਟ ਨਹੀਂ ਚੱਲ ਰਹੇ, ਤੁਸੀਂ ਫਰੀडम ਆਫ ਐਕਸਪ੍ਰੈਸ਼ਨ ਨਹੀਂ ਦੇ ਰਹੇ। ਉਹਦੇ ਵਿੱਚ ਮੈਂ ਤੁਹਾਨੂੰ ਇੱਕ ਇਹਨਾਂ ਦਾ ਹੋਰ ਦੇਖੋ, ਇਹਨਾਂ ਨੇ ਕਿਵੇਂ ਉਹਨੂੰ ਝੂਠ ਬਣਾ ਕੇ ਤੋੜਿਆ। ਪਹਿਲਾਂ ਮੈਂ ਇੱਕ ਦੂਜੀ ਗੱਲ ਕੀਤੀ ਸੀਗੀ, ਹੁਣ ਆਪਣੇ ਕਿਵੇਂ ਇਹਨਾਂ ਨੇ ਕਿਹਾ ਕਿ ਉਹਦੀ ਫ੍ਰੀ ਮਾਰਕੀਟ ਤੇ ਕਰਕੇ ਉਹ ਲਾ ਦੀ ਜਿਹੜੀ ਹੈ ਸਪੋਰਟ ਕਰਦਾ ਹੈ। ਦੂਜਾ ਪੁਆਇੰਟ ਜਿਹੜਾ ਇਹਨਾਂ ਨੇ ਗਲਤ ਚੁੱਕਿਆ ਹੈਗਾ, ਜਿਹੜਾ ਇਹਨਾਂ ਨੇ ਉਸ ਪੁਆਇੰਟ ਨੂੰ ਜਿਹੜਾ ਉਹ ਗਲਤ ਤੌਰ ਦੇ ਉੱਤੇ ਰਿਪਰੈਜ਼ੈਂਟ ਕੀਤਾ, ਉਹ ਇਹ ਕੀਤਾ ਜੀ ਕਿ ਉਹਦੇ ਜਵਾਬ ਦੇ ਵਿੱਚ ਕਿ ਜਿਹੜਾ ਰੈੱਡ ਫੋਰਟ ਹੈ ਉਸ ਸੇਮ ਐਜ਼ ਅਟੈਕ ਔਨ ਕੈਪੀਟਲ, ਦੈਟਸ ਐਬਸੋਲੂਟਲੀ ਰੋਂਗ। ਇਹ ਦੇਖੋ ਰੈੱਡ ਫੋਰਟ ਜਿਹੜਾ ਹੈ ਉਹ ਇਹਨਾਂ ਨੇ ਕੰਪਨੀ ਨੂੰ ਵੇਚ ਚੁੱਕੇ ਆ, ਇਹ ਉਹਨਾਂ ਨੇ ਲੀਜ਼ ਦੇ ਉੱਤੇ ਦਿੱਤਾ ਹੋਇਆ, ਉਹ ਪ੍ਰਾਈਵੇਟ ਐਂਟੀਟੀ ਹੈ, ਉਹ ਗਵਰਨਮੈਂਟ ਐਂਟੀਟੀ ਨਹੀਂ ਹੈ। ਜਿਹੜਾ ਲਾਲ ਕਿਲਾ ਸੀ ਉਹ ਮੁਗਲਾਂ ਦੇ ਸਮੇਂ ਦੇ ਉੱਤੇ ਕੈਪੀਟਲ ਦੇ ਨਾਲ ਤੁਸੀਂ ਕੰਪੇਅਰ ਕਰ ਸਕਦੇ ਸੀ। ਇਸ ਵੇਲੇ ਪਾਰਲੀਮੈਂਟ ਹੈ ਜਿਹੜੀ, ਉਹ ਤੁਹਾਡੇ ਕੈਪੀਟਲ ਦੇ ਬਰਾਬਰ ਹੈ, ਤੁਹਾਡੀ ਕੈਪੀਟਲ ਤੇ ਕੋਈ ਹਮਲਾ ਨਹੀਂ ਹੋਇਆ। ਮੈਂ ਇਹ ਨਹੀਂ ਕਹਿੰਦਾ ਕਿ ਮੈਂ ਇਸ ਚੀਜ਼ ਦੀ ਹਮਾਇਤ ਕਰਦਾ, ਇਹ ਬਹੁਤ ਮਾੜਾ ਹੋਇਆ ਜੋ ਹੋਇਆ, ਠੀਕ ਹੈ, ਜੋ ਉਹਦਾ ਜਿਹੜਾ ਵੀ ਉਹਦੇ ਪਿੱਛੇ ਸੀਗਾ ਉਸ ਨੂੰ ਪੂਰੀ ਉਸ ਹਿਸਾਬ ਨਾਲ ਸਜ਼ਾ ਜਿਹੜੀ ਹੈ ਮਿਲਣੀ ਚਾਹੀਦੀ ਹੈ, ਇਸ ਗੱਲ ਦੇ ਮੈਂ ਪੂਰਾ ਹੱਕ 'ਚ ਹੈ। ਪਰ ਜਿਹੜੇ ਨੌਜਵਾਨ ਬਰਗਲਾਏ ਗਏ, ਜਿਹੜੇ ਜੋਸ਼ ਦੇ ਵਿੱਚ ਆ ਕੇ ਉੱਥੇ ਅਰੈਸਟ ਕੀਤਾ ਗਿਆ, ਉਹਨਾਂ ਨੂੰ ਜਿਹੜਾ ਉਹ ਬਰੀ ਕਰਨਾ ਚਾਹੀਦਾ, ਉਹਨਾਂ ਨੂੰ ਜਿਹੜਾ ਛੱਡਣਾ ਚਾਹੀਦਾ, ਉਹਨਾਂ ਨੂੰ ਦੇ ਉੱਤੇ ਇਹ ਕੰਮ ਨਹੀਂ। ਤੇ ਥਰਡਲੀ, ਇਹਨੂੰ ਕਦੇ ਵੀ ਇਹ ਰਿਪਰੈਜ਼ੈਂਟ ਨਾ ਕਰੋ ਇਹ ਕੈਪੀਟਲ ਤੇ ਹਮਲਾ, ਇਟਸ ਨਾਟ ਔਨ ਕੈਪੀਟਲ ਐਟ ਆਲ, ਇਟ ਵਾਸ ਸਿੰਪਲੀ ਏ ਮੋਨੂਮੈਂਟ। ਜਿਵੇਂ ਇੱਥੇ ਸਾਡੇ ਮੋਨੂਮੈਂਟ ਹੈਗੇ ਆ, ਜਿਵੇਂ ਲਿਬਰਟੀ ਦਾ ਸਟੈਚੂ ਹੈ ਉਹ ਮੋਨੂਮੈਂਟ ਹੈ, ਇਵੇਂ ਜਿਵੇਂ ਲਾਲ ਕਿਲਾ ਮੋਨੂਮੈਂਟ ਹੈ, ਲਾਲ ਕਿਲਾ ਇਜ਼ ਨਾਟ ਏ ਕੈਪੀਟਲ। ਸੋ ਇਸ ਚੀਜ਼ ਦੀ ਜਿਹੜੀ ਹੈ ਸਾਨੂੰ ਜਵਾਬ ਜਿਹੜਾ ਹੈ ਉਹ ਬਹੁਤ ਠੋਕ ਕੇ ਇਹਨਾਂ ਨੂੰ ਦੇਣਾ ਚਾਹੀਦਾ ਹੈ ਕਿ ਜੋ ਤੁਸੀਂ ਪੇਪਰਾਂ ਦੇ ਵਿੱਚ, ਜੋ ਤੁਸੀਂ ਗੋਦੀ ਮੀਡੀਆ ਦੇ ਵਿੱਚ ਅਟੈਕ ਕਰ ਰਹੇ ਹੈ, ਉਹ ਅਟੈਕ ਤੁਹਾਡਾ ਬਿਲਕੁਲ ਝੂਠ ਤੇ ਲੋਕਾਂ ਨੂੰ ਬਰਗਲਾਉਣ ਵਾਲਾ ਹੈ। ਬਿਲਕੁਲ ਸਹੀ ਗੱਲ ਹੈ ਜੀ ਤੁਹਾਡੀ। ਉਹੀ ਗੱਲ ਤੋਂ ਮੈਂ ਫਿਰ ਉਹੀ ਗੱਲ, ਮੈਂ ਪਹਿਲਾਂ ਸੰਜੇ ਵਾਲਾ ਜੀ ਕੋਲ ਜਾਣਾ ਸੀਗਾ ਤੇ ਫਿਰ ਮੈਂ ਇੱਕ ਵਾਰੀ ਚੀਜ਼ ਮੈਂ ਦੱਸਣਾ ਚਾਹੁੰਦਾ, ਉਹੀ ਚੀਜ਼ਾਂ ਤੁਹਾਡੀ ਜੋ ਇਸ ਤਰ੍ਹਾਂ ਗੱਲ ਹੋਈ ਹੈ, ਮੈਂ ਫਿਰ ਉਹੀ ਗੱਲ ਜੋ ਮੈਂ ਸ਼ੁਰੂ ਕੀਤੀ ਸੀ ਫਿਰ ਉਹੀ ਮੈਂ ਦੁਹਰਾਉਣਾ ਚਾਹੁੰਦਾ ਕਿ ਅਸੀਂ ਜਿਹੜਾ ਚਰਚਾ ਚੈਨਲ ਜਿਹੜਾ ਚੱਲ ਰਿਹਾ ਸਾਡਾ, ਅਸੀਂ ਤੁਸੀਂ ਜੋ ਦੇਖ ਰਹੇ ਹੋ, ਅਸੀਂ ਬੜੇ ਡੈਡੀਕੇਟਡ ਹੈ ਆਪਣੇ ਦੇਸ਼ ਪ੍ਰਤੀ, ਆਪਣੀ ਮਾਤਰ ਭੂਮੀ ਪ੍ਰਤੀ ਡੈਡੀਕੇਟਡ ਹਾਂ। ਅਸੀਂ ਕਿਤੇ ਨਹੀਂ ਚਾਹੁੰਦੇ ਕਿ ਕੋਈ ਵੀ ਬਾਹਰਲੇ ਬੰਦੇ ਕੋਈ ਵੀ ਕਿਸ ਤਰ੍ਹਾਂ ਮਤਲਬ ਚੀਜ਼ਾਂ ਸਾਡੇ ਆਪਣੇ ਦੇਸ਼ ਤੇ ਅਟੈਕ ਹੋਵੇ, ਕਿਸ ਤਰ੍ਹਾਂ ਕੁਛ ਹੋਵੇ, ਸਾਡੇ ਦੇਸ਼ ਦੇ ਅਗੇਂਸਟ ਕੁਛ ਹੋਵੇ, ਅਸੀਂ ਉਹ ਚੀਜ਼ਾਂ ਨੂੰ ਬਿਲਕੁਲ ਫੇਵਰ ਨਹੀਂ ਕਰਦੇ। 26 ਜੋ ਜਨਵਰੀ ਨੂੰ ਹੋਇਆ ਉਹ ਚੀਜ਼ ਨੂੰ ਅਸੀਂ ਬਿਲਕੁਲ ਫੇਵਰ ਨਹੀਂ ਕਰਦੇ। ਅਸੀਂ ਸਿਰਫ ਫਾਰਮਰ ਪ੍ਰੋਟੈਸਟ, ਪੀਸਫੁਲ ਪ੍ਰੋਟੈਸਟ ਚੱਲ ਰਿਹਾ, ਅਸੀਂ ਉਹਦੇ ਫੇਵਰ ਦੇ ਵਿੱਚ ਹੈ। ਅਸੀਂ ਉਹ ਚੀਜ਼ਾਂ ਨੂੰ ਹਮੇਸ਼ਾ ਐਂਡੋਰਸ ਵੀ ਕਰਾਂਗੇ, ਆਪਣੇ ਚੈਨਲ ਤੇ ਲੈ ਕੇ ਵੀ ਆਵਾਂਗੇ। ਜੋ ਚੀਜ਼ਾਂ ਨਹੀਂ ਦਿਖਾਈਆਂ ਜਾ ਰਹੀਆਂ ਆਪਣੀ ਮੀਡੀਆ ਵੱਲੋਂ, ਅਸੀਂ ਉਹ ਸਾਰੇ ਐਕਸਪੋਜ਼ ਕਰਾਂਗੇ।
ਪਰ ਫਿਰ ਉਹੀ ਦੱਸ ਰਹੇ ਅਸੀਂ ਬਿਲਕੁਲ 26 ਜਨਵਰੀ ਦਾ ਜਿਹੜਾ ਐਪੀਸੋਡ ਆਇਆ ਸੀ ਉਸ ਨੂੰ ਬਿਲਕੁਲ ਅੰਡੋਸ ਨਹੀਂ ਕਰਦੇ, ਉਹਦੇ ਅਸੀਂ ਬਿਲਕੁਲ ਵਿਰੋਧ ਹੈ। ਉਹ ਚੀਜ਼ ਨਹੀਂ ਹੋਣੀ ਚਾਹੀਦੀ ਸੀਗੀ। ਕੁਝ ਕੁ ਬੰਦਿਆਂ ਨੇ ਆਪਣੇ ਆਪ ਨੂੰ ਹਾਈਲਾਈਟ ਕਰਨ ਵਾਸਤੇ ਜਾਂ ਕਿਸੇ ਦੂਸਰਿਆਂ ਦੇ ਹੱਥ 'ਚ ਆ ਕੇ ਸਾਰੀ ਗੱਲਾਂ ਕੀਤੀਆਂ ਨੇ, ਉਹ ਚੀਜ਼ਾਂ ਨੂੰ ਅਸੀਂ ਬਿਲਕੁਲ ਕੰਡੈਮ ਕਰਦੇ ਹਾਂ। ਦੇਸ਼ ਦੇ ਅਗੇਂਸਟ ਜੋ ਕੁਝ ਵੀ ਚੀਜ਼ ਹੁੰਦੀ ਸਾਡੇ, ਅਸੀਂ ਉਸ ਚੀਜ਼ ਨੂੰ ਬਿਲਕੁਲ ਫੇਵਰ ਨਹੀਂ ਕਰਦੇ। ਅਸੀਂ ਆਪਣੀ ਮਾਤਰ ਭੂਮੀ ਪ੍ਰਤੀ, ਆਪਣੇ ਅਸੀਂ ਦੇਸ਼ ਪ੍ਰਤੀ, ਆਪਣੇ ਭਾਰਤ ਪ੍ਰਤੀ, हिंदुस्तान प्रति ਆਪਾਂ पूरे डेडिकेटेड बंदे सारे ਅਸੀਂ ਹੈਗੇ हैं। जो साडी टीम है सारी। संजय बाला जी, फिर मैं आपके पास आ रहा हूँ। अभी आप थोड़ा सा कुछ अपडेट करने के थे, मेरे ख्याल से आपके पास था कुछ अपडेट करने के लिए, जब मैं कुछ नेक्स्ट क्वेश्चन पूछूं आपसे। आप कुछ बोलने वाले थे पहले मेरे ख्याल से। वीर जी, मैं ये कहना चाहती हूँ कि अभी जो जिस प्रकार इन्होंने जो हकीकत दिखाने वाले हमारे नॉर्मल जो रिपोर्टर भाई थे, जो अपने चैनल के माध्यम से इसकी हकीकत दिखा रहे थे, जो जमीनी हकीकत आंदोलन में, उनको इन्होंने जिस तरीके से गायब, एक हम मान सकते हैं कि आंदोलन से गायब करने के तरीके से जो अरेस्ट किया हुआ है, जो भाई का है कि जब तक ये अधिकार है उनको रिहा नहीं कर दिए जाते, जो बच्चे हैं जो सच्चाई दिखा रहे थे इस आंदोलन की, क्योंकि 26 जनवरी के बाद जिस प्रकार का माहौल भाजपा, जो बीजेपी की केंद्र सरकार है, वो अपने कार्यकर्ताओं के माध्यम से जिस प्रकार वो जो एक ईंट पत्थरबाजी करवा रहे थे, जो हमले करवा रहे थे कि भाई लोकल जो किसान हैं, जो लोकल गांव वाले हैं, वो इस आंदोलन का विरोध कर रहे हैं कि हमारे रोडों को जाम कर रखे, हमें तकलीफ हो रही है। लेकिन धीरे धीरे इंटरनेट के माध्यम से जो आम जनता है उसने ये दिखाया कि वो कहीं ना कहीं चेहरे पहचाने उनके, कि ये बीजेपी के जो खुद के कार्यकर्ता हैं वो भेजे गए किसान आंदोलन को हानि पहुंचाने के लिए। तो उनको गांव में जाके जिस प्रकार हमने वहां बातचीत की, तो गांव वाले बहुत खुश हैं और वो कह रहे हैं कि हमें कोई दिक्कत नहीं हो रही। और जिस प्रकार मीडिया दिखा रही है एक तरफा गोदी मीडिया की भाई किसान आंदोलन को बंद कर देना चाहिए या इनसे तकलीफ हो रही है नॉर्मल जो जनता उसको, तो गांव वालों ने खुद आगे आके ये कहा है कि किसान आप अपना आंदोलन करें और यहाँ से जीत के जाए, यही शुभकामनाएं है। और जितनी मदद वो कर पा रहे थे उससे दुगनी मदद आगे आने वाले टाइम में वो करेंगे। बिल्कुल बिल्कुल। और मैं ताजा अपडेट बता देती हूँ, आज यूपी के शामली में एक महापंचायत का आयोजन था, जिसमें योगी सरकार, जो केंद्र सरकार, जो वहां पे योगी सरकार है हमारी उत्तर प्रदेश में, उसने धारा 144 लगाते हुए उस महापंचायत को परमिशन नहीं दी। लेकिन उसके बावजूद किसानों ने ये तय किया है कि वो पंचायत जरूर करेंगे, चाहे उसके लिए कुछ हो जाए, क्योंकि ये देश के अन्नदाता के हक की लड़ाई के लिए। और इन्हीं शब्दों के साथ मैं आप सभी से माफी भी चाहूंगी कि मुझे अचानक कल रात को ही पता लगा कोई इवेंट है मेरा, मैं उसी में पहुंच रही हूँ। आप देख पा रहे हैं मैं गाड़ी से ही लाइव हूँ। तो मैं आपसे इजाजत चाहूंगी कि आगे अब मैं उस जगह पे पहुंचने वाले हैं जहां हमारा इवेंट होने वाला है, तो मैं आगे लाइव नहीं जुड़ पाऊंगी। फिर कभी अगले एपिसोड में बातचीत करेंगे। तो उसके लिए धन्यवाद देना चाहते हैं कि आप अपने टाइम निकाला, फिर भी आप बिजी थे, फिर भी अपने टाइम निकाला और वहां से आप अपडेट देते रहते हो, हमेशा हमारे साथ जुड़ते हो, हम आपके शुक्रगुजार हैं। थैंक यू। किसान एकता जिंदाबाद। जिंदाबाद, सारे जिंदाबाद। हाँ जी, संजय बाला जी ਹੁਣ ਸਾਡੇ ਨਾਲੋਂ ਥੋੜਾ ਜਿਹਾ ਚੱਲੇ ਗਏ ਨੇ, ਉਹਨਾਂ ਨੇ ਅੱਗੇ ਪ੍ਰੋਗਰਾਮ ਤੇ ਜਾਣਾ ਸੀਗਾ, ਫਿਰ ਵੀ ਸਾਡੇ ਨਾਲ ਉਹਨਾਂ ਨੇ 50 ਮਿੰਟਸ ਤੱਕ ਆਲਮੋਸਟ ਸਾਡੇ ਨਾਲ ਰਹੇ ਨੇ। ਉਹ ਆਪਣੇ ਬਿਜੀ ਸਕੇਜੂਲ ਦੇ ਵਿੱਚੋਂ ਫਿਰ ਇਹਨੂੰ ਟਾਈਮ ਕੱਢਿਆ ਸੀ। ਇਹ ਜਿਹੇ ਜੋ ਡੈਡੀਕੇਟਿਡ ਬੰਦੇ ਨੇ ਉਹਨਾਂ ਨੂੰ ਸਲੂਟ ਕਰਦੇ ਹਾਂ ਹਮੇਸ਼ਾ। ਇੱਕ ਜਿਹੜੀ ਮੈਂ ਅਪਡੇਟ ਤੁਹਾਨੂੰ ਦੱਸਣਾ ਚਾਹੁੰਦਾ ਸੀ ਸਭ ਲੋਕਾਂ ਨੂੰ, ਜੋ ਦੋ ਲੋਕ ਦੇਖ ਰਹੇ ਨੇ, ਉਹ ਇਹ ਹੈ ਕਿ ਅਸੀਂ ਵੈਰੀ ਸੂਨ ਅਸੀਂ ਇੱਕ ਚੀਜ਼ ਸ਼ੁਰੂ ਕਰ ਰਹੇ ਹਾਂ, ਇੱਕ ਨਵਾਂ ਚੈਪਟਰ ਸ਼ੁਰੂ ਕਰ ਰਹੇ ਹਾਂ ਚੀਜ਼ਾਂ ਦਾ, ਕਿ ਅਸੀਂ ਚਰਚਾ ਪ੍ਰੋਗਰਾਮ ਦੇ ਥਰੂ ਇੱਕ ਹੋਰ ਸ਼ੁਰੂ ਕਰ ਰਹੇ ਹਾਂ ਕਿ ਈਵੀਐਮ ਦੇ ਰਿਗਾਰਡਿੰਗ। ਹੁਣ ਤੱਕ ਤੁਸੀਂ ਦੇਖਿਆ ਹੋਇਆ ਕਿ ਜਿੱਥੇ ਵੀ ਹੋਇਆ, ਜਿਸ ਜਗ੍ਹਾ ਤੇ ਇਲੈਕਸ਼ਨ ਹੋਏ ਨੇ, ਬਿਹਾਰ 'ਚ ਇਲੈਕਸ਼ਨ ਹੋਏ ਨੇ ਜਾਂ ਪਹਿਲਾਂ MP ਦੇ OH ਵੀ ਹੋਏ ਸੀਗੇ, ਜਿੱਥੇ ਤੇ ਇਲੈਕਸ਼ਨ ਹੋਏ ਨੇ ਆਪਾਂ ਹਰ ਜਗ੍ਹਾ ਤੇ ਈਵੀਐਮ ਦੀ ਕੰਪਲੇਂਟਸ ਆਈਆਂ ਨੇ। ਪਹਿਲਾਂ ਚੀਫ ਇਲੈਕਸ਼ਨ ਕਮਿਸ਼ਨਰ ਨੇ ਬਾਅਦ ਦੇ ਵਿੱਚ ਦੱਸਿਆ ਕਿ ਇਹ ਇਲੈਕਸ਼ਨ ਜਿਹੜੇ ਹੋਏ ਸੀਗੇ ਉਹਦੇ ਵਿੱਚ ਈਵੀਐਮ ਦਾ ਕੀ ਰੋਲ ਰਿਹਾ। ਇਹਦੇ ਬਾਰੇ ਜੋ ਸਾਨੂੰ ਅਪਡੇਟਸ ਮਿਲਣਗੀਆਂ ਸਾਨੂੰ ਉਹਦੇ ਬਾਰੇ ਅਸੀਂ ਸ਼ੁਰੂ ਕਰਾਂਗੇ, ਤਾਂ ਕਿ ਨੈਕਸਟ ਆਪਾਂ ਦੇਖ ਸਕੀਏ ਕਿ ਜਿਸ ਤਰ੍ਹਾਂ ਜਿਹੜੀਆਂ US ਹੈ ਜਾਂ ਕਿਤੇ ਹੋਰ ਕੈਨੇਡਾ ਹੈ ਜਾਂ ਕਿਤੇ ਵੀ ਹੈ, ਇਲੈਕਸ਼ਨ ਜੋ ਜ਼ਿਆਦਾ ਕਰਾਉਂਦੇ ਨੇ ਬੈਲਟ ਥਰੂ ਕਰਾਉਂਦੇ ਨੇ, ਕਿਉਂਕਿ ਈਵੀਐਮ ਮਸ਼ੀਨਾਂ ਨੂੰ ਜੋ ਬਹੁਤ ਜਲਦੀ ਮੈਨੀਪੂਲੇਟ ਕੀਤਾ ਜਾ ਸਕਦਾ ਹੈ। ਤੇ ਆਪਾਂ ਪਿਛਲੇ ਸਮੇਂ ਵਿੱਚ ਦੇਖਿਆ ਵੀ ਹੈ ਕਿ ਕਿਸ ਤਰ੍ਹਾਂ ਇਹਨੂੰ ਮੈਨੀਪੂਲੇਟ ਕਰਕੇ ਕਿੱਦਾਂ ਲੈਤਾ ਗਿਆ ਕਿ ਵੋਟ ਕਿਸੇ ਮਰਜ਼ੀ ਨੂੰ ਪਾਓ, ਇੱਕ ਪਾਰਟੀਕੂਲਰ ਪਾਰਟੀ ਨੂੰ ਹੀ ਵੋਟ ਜਾਂਦੀ ਰਹੀ ਹੈ। ਈਵੀਐਮ ਦਾ ਮੁੱਦਾ ਉਠਾਉਣਾ ਵੀ ਬਹੁਤ ਜ਼ਰੂਰੀ ਹੈ।
ਜਿਹੜਾ ਕਿ ਸਾਰੀਆਂ ਪਾਰਟੀਆਂ ਲਈ ਜ਼ਰੂਰੀ ਹੈ, ਜਿੰਨੀਆਂ ਆਪੋਜੀਸ਼ਨ ਪਾਰਟੀ ਨੇ ਸਾਰਿਆਂ ਵਾਸਤੇ ਜ਼ਰੂਰੀ ਹੈ ਇਹ, ਤਾਂ ਕਿ ਇਹ ਚੀਜ਼ ਨੂੰ ਆਪਾਂ ਜੋ ਲੋਕਤੰਤਰ ਨੂੰ ਬਹਾਲ ਰੱਖ ਸਕੀਏ, ਲੋਕਤੰਤਰ ਨੂੰ ਉੱਥੇ ਜਿੰਦਾ ਰੱਖ ਸਕੀਏ। ਅਦਰਵਾਈਜ਼ ਤਾਂ ਲੋਕਤੰਤਰ ਦਾ ਬਿਲਕੁਲ ਹੀ ਕਹਾਣੀ ਹੋਇਆ ਪਿਆ ਕਿ ਜਿਸ ਤਰ੍ਹਾਂ ਈਵੀਐਮ ਨੂੰ ਯੂਜ਼ ਕਰਕੇ ਤੁਸੀਂ ਕਿਸੇ ਮਰਜ਼ੀ ਨੂੰ ਚੁਣ ਲਓ। ਈਵੀਐਮ ਤੇ ਆਪਾਂ ਨਵਾਂ ਪ੍ਰੋਗਰਾਮ ਸ਼ੁਰੂ ਕਰਾਂਗੇ ਤਾਂ ਉੱਥੇ ਆਪਾਂ ਜੋ ਸੈਲੀਬ੍ਰਿਟੀਜ਼ ਨੂੰ ਆਉਣਗੀਆਂ, ਉੱਥੇ ਤੁਹਾਡੇ ਵਜੋਂ ਆਪਣੇ ਬੰਦੇ ਆਉਣਗੇ ਉੱਥੋਂ ਇੰਡੀਆ ਤੋਂ ਕੁਝ ਬੰਦਿਆਂ ਨੂੰ ਆਪਾਂ ਕਨੈਕਟ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੋ ਪਹਿਲਾਂ ਐਕਸਪੋਜ਼ ਕਰ ਚੁੱਕੇ ਨੇ ਈਵੀਐਮ ਦਾ। ਕੁਝ ਵੀਡੀਓਜ਼ ਵੀ ਦਿਖਾਵਾਂਗੇ, ਤੁਸੀਂ ਸਾਡੇ ਨਾਲ ਉਸ ਚੀਜ਼ ਦਾ ਅਪਡੇਟਸ ਦਿੰਦੇ ਰਹਾਂਗੇ। ਤੁਸੀਂ ਸਾਡੇ ਨਾਲ ਇਸ ਚੀਜ਼ ਬਾਰੇ ਕਨੈਕਟ ਰਹੋ ਈਵੀਐਮ ਬਾਰੇ ਜੀ। ਹਾਂਜੀ ਸ਼ੈਲੀ ਜੀ, ਮੈਂ ਤੁਹਾਡੇ ਕੋਲ ਇੱਕ ਚੀਜ਼ ਪੁੱਛਣਾ ਚਾਹੁੰਦਾ ਜੋ ਜਿਸ ਤਰ੍ਹਾਂ ਹੁਣ ਆਪਣੀ ਗੱਲ ਵੀ ਕਰ ਰਹੇ ਸੀਗੇ ਬਾਲਾ ਜੀ ਕਿ ਇੱਕ ਵੀਡੀਓ ਵੀ ਮੈਂ ਦੇਖਿਆ ਰਿਹਾ ਸੀ ਅੱਜ ਕਿ ਦਿੱਲੀ ਦੇ ਵਿੱਚ ਜੋ ਸਟੂਡੈਂਟਸ ਨੇ ਵੀ ਅੱਜ ਮਾਰਚ ਕਰਨਾ ਸੀਗਾ ਕਿ ਅਸੀਂ ਮਾਰਚ ਕਰ ਰਹੇ ਹਾਂ ਫਾਰਮਰਸ ਦੇ ਜੋ ਬਿੱਲ ਦੇ ਅਗੇਂਸਟ ਤੇ ਫਾਰਮਰਸ ਦੀ ਫੇਵਰ ਦੇ ਵਿੱਚ ਅਸੀਂ ਕਰ ਰਹੇ ਹਾਂ, ਪਰ ਦਿੱਲੀ ਪੁਲਿਸ ਨੇ ਉਹਨੂੰ ਕਰਨ ਦਿੱਤਾ। ਤੇ ਨੈਕਸਟ ਵੀ ਉਹਨਾਂ ਨੇ ਕਿਹਾ ਵੀ ਤੁਸੀਂ ਜਿਹੜਾ 6 ਤਰੀਕ ਨੂੰ 12 ਤੋਂ 3 ਤੱਕ ਇਹਨਾਂ ਨੇ ਬੰਦ ਕੀਤਾ ਹੋਇਆ, ਉਹ ਵੀ ਅਸੀਂ ਉਹਨਾਂ ਦਾ ਚੱਕਾ ਜਾਮ ਦੇ ਵਿੱਚ ਅਸੀਂ ਉਹਦੀ ਕਿਸਾਨਾਂ ਦੀ ਅਸੀਂ ਹੈਲਪ ਕਰਾਂਗੇ, ਕਿਸਾਨਾਂ ਦੇ ਨਾਲ ਅਸੀਂ ਰੁਕਾਂਗੇ। ਇਹ ਹੁਣ ਇਹ ਦਿੱਲੀ ਪੁਲਿਸ ਨੇ ਕੀ ਕੀਤਾ ਕਿ ਉਹਨਾਂ ਨੂੰ ਵੀ ਰੋਕਣ ਦੀ ਕੋਸ਼ਿਸ਼ ਕੀਤੀ ਹੈ। ਇਹਦੇ ਬਾਰੇ ਤੁਸੀਂ ਸ਼ੈਲੀ ਸਾਹਿਬ ਕੀ ਕਹਿਣਾ ਚਾਹੁੰਦੇ ਹੋ? ਦੇਖੋ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਨਾ, ਜੋ ਹੁਣ ਇਹ ਕਰ ਰਹੀ ਹੈ, ਤਾਂ ਹੁਣ ਉਸ ਹਿਸਾਬ ਨਾਲ ਅਗਰ ਆਪਾਂ ਦੇਖੀਏ ਤਾਂ ਬੜਾ ਹੀ ਮਤਲਬ ਡਫਰ ਮਾਈਂਡਡ ਹੀ ਇਹ ਚੀਜ਼ਾਂ ਕਰ ਸਕਦੇ। ਹੁਣ ਬੱਚਿਆਂ ਤੱਕ ਤੇ ਰੋਕ ਲਗਾਉਣਗੇ ਹੁਣ ਇਹ। ਦੇਖ ਲਓ ਸਰੋਜ ਬਾਲਾ ਜੀ ਜਿਵੇਂ ਆਪਣਾ ਸੰਜੇ ਬਾਲਾ ਜੀ ਆਪਾਂ ਨੂੰ ਦੱਸ ਰਹੇ ਸੀਗੇ ਕਿ ਮਹਾ ਪੰਚਾਇਤ ਦੀ ਪਰਮਿਸ਼ਨ ਨਹੀਂ ਮਿਲੀ, ਫਿਰ ਵੀ ਉਹ ਮਹਾ ਪੰਚਾਇਤ ਕਰਨ ਜਾ ਰਹੇ ਨੇ ਉਹਨਾਂ ਦੇ ਅਗੇਂਸਟ ਜਾ ਕੇ, ਐਡਮਿਨਿਸਟ੍ਰੇਸ਼ਨ ਦੇ ਅਗੇਂਸਟ ਜਾ ਕੇ। ਜੋ ਹਰਕਤਾਂ ਇਹ ਕਰ ਰਹੇ ਨੇ, ਜਿਸ ਤਰ੍ਹਾਂ ਜੋ ਇਹਨਾਂ ਨੇ ਬੈਰੀਕੇਡਸ ਕਿੱਲਾਂ ਵਗੈਰਾ ਲਗਾ ਕੇ, ਤਾਰਾਂ ਲਗਾ ਕੇ, ਜੋ ਕੁਛ ਇਹਨਾਂ ਨੇ ਮਾਹੌਲ ਇੱਕ ਬਾਰਡਰ ਟਾਈਪ ਮਾਹੌਲ ਬਣਾਤਾ ਸੜਕਾਂ ਦੇ ਉੱਤੇ, ਤੇ ਇਹ ਕੀ ਸ਼ੋਅ ਕਰਨਾ ਚਾਹੁੰਦੇ ਨੇ? ਇਹਨਾਂ ਨੂੰ ਇਹ ਨਹੀਂ ਪਤਾ ਕਿ ਕਿਸਾਨ ਉਸ ਮਿੱਟੀ ਦਾ ਬਣਿਆ ਹੋਇਆ, ਮਿੱਟੀ ਰੁਲ ਕੇ ਉਹ ਵੱਡਾ ਹੋਇਆ, ਰੁਲ ਕੇ ਆਪਣੀ ਜ਼ਿੰਦਗੀ ਬਤੀਤ ਕਰਦਾ। ਇਹ ਕਿੱਲਾਂ ਕੁੱਲਾਂ ਉਹਨਾਂ ਸਾਹਮਣੇ ਕੀ ਨੇ ਅਗਰ ਉਹ ਕਰਨ ਤੇ ਆ ਗਏ। ਜਿਸ ਦਿਨ ਉਹਨਾਂ ਨੇ ਇੱਕ ਨੈਗੇਟਿਵ ਰੋਲ ਅਦਾ ਕੀਤਾ, ਜਿਹਨੂੰ ਆਪਾਂ ਨੈਗੇਟਿਵ ਕਹਿ ਸਕਦੇ ਆਪਾਂ ਹਿੰਸਾ 'ਚ ਜਾਣਾ ਨਹੀਂ, ਜਿਸ ਦਿਨ ਇਹਨਾਂ ਦੀ ਪੇਸ਼ੈਂਸ, ਸਾਰੇ ਲੋਕਾਂ ਦੀ ਪੇਸ਼ੈਂਸ ਟੁੱਟ ਗਈ, ਤਾਂ ਇਹ ਗੱਲ ਭੁੱਲ ਗਏ ਕਿ ਆਈ ਐਮ ਅਫਰੇਡ ਕਿ ਇਹ ਆਪਾਂ ਨੂੰ ਇੱਕ ਗ੍ਰਹਿ ਯੁੱਧ ਵੱਲ ਧੱਕ ਲੈ ਕੇ। ਬਿਲਕੁਲ ਤੁਹਾਡੀ ਸਹੀ ਗੱਲ ਹੈ ਜੀ। ਜੋ ਰਸ਼ੀਆ 'ਚ ਹੋਇਆ ਸੀ ਉਹ ਹਾਲ ਕਿਤੇ ਇੰਡੀਆ ਦਾ ਨਾ ਹੋ ਜੇ। ਅਗਰ ਗ੍ਰਹਿ ਯੁੱਧ ਜਾਂਦਾ ਹੈ ਤਾਂ ਇਹ ਮੂਰਖ ਮੰਡਲੀ ਇਹ ਨਹੀਂ ਸੋਚਦੀ ਕਿ ਅਗਰ ਗ੍ਰਹਿ ਯੁੱਧ ਦੀ ਜਿਹੜੀ ਅੱਗ ਹੈ ਨਾ, ਸਭ ਤੋਂ ਪਹਿਲਾਂ ਇਹਨਾਂ ਨੂੰ ਲੱਗੂਗੀ, ਸਭ ਤੋਂ ਪਹਿਲਾਂ ਇਹਨਾਂ ਨੂੰ ਫਿਨਿਸ਼ ਕਰੂਗੀ। ਸੋ ਮੈਂ ਤਾਂ ਇਹੀ ਦੁਆ ਕਰਦਾ ਕਿ ਪਰਮਾਤਮਾ ਅੱਗੇ ਕਿ ਉਹ ਦਿਨ ਆਪਾਂ ਨੂੰ ਨਾ ਦੇਖਣਾ ਪਵੇ ਕਿ ਆਪਾਂ ਗ੍ਰਹਿ ਯੁੱਧ ਵੱਲ ਵਧੀਏ, ਔਰ ਸਬੁੱਧੀ ਬਖਸ਼ੇ ਇਸ ਮੂਰਖ ਮੰਡਲੀ ਨੂੰ ਕਿ ਇੱਕ ਦੋ ਕਾਰਪੋਰੇਟ ਘਰਾਣਿਆਂ ਨੂੰ ਬਚਾਉਣ ਵਾਸਤੇ ਪੂਰੇ ਇੰਡੀਆ ਨੂੰ, ਪੂਰੇ ਦੇਸ਼ ਨੂੰ ਅੱਗ ਵੱਲ ਨਾ ਝੁਕੇ। ਬਿਲਕੁਲ ਤੁਹਾਡੀ ਗੱਲ ਬਿਲਕੁਲ ਸਹੀ ਗੱਲ ਹੈ। ਇਹ ਅਸੀਂ ਮੇਰੇ ਖਿਆਲ ਨਾਲ 5-10 ਪ੍ਰੋਗਰਾਮ ਪਹਿਲਾਂ ਦੀ ਗੱਲ ਹੈ ਜਾਂ ਮਹੀਨਾ ਪਹਿਲਾਂ ਦੀ ਗੱਲ ਹੈ, ਉਦੋਂ ਵੀ ਇਹੀ ਗੱਲ ਇੱਕ ਦੋ ਵਾਰੀ ਅਸੀਂ ਹਾਈਲਾਈਟ ਕੀਤੀ ਸੀ ਕਿ ਸਾਨੂੰ ਜਿਹੜੀ ਚੀਜ਼ ਤੁਸੀਂ ਬੋਲਦੀ ਹੈ ਥੋੜੀ ਬਹੁਤ ਅਸੀਂ ਕਰਾ ਕੇ ਤੁਸੀਂ ਜਿਸ ਤਰ੍ਹਾਂ ਹੰਬਲੀ ਜਾਂ ਜਿਸ ਤਰ੍ਹਾਂ ਮਤਲਬ ਤੁਸੀਂ ਉਹਨੂੰ ਐਕਸਪ੍ਰੈਸ ਕਰਨ ਦੀ ਕੋਸ਼ਿਸ਼ ਕੀਤੀ ਹੈ, ਡਰਦੇ ਚੀਜ਼ਾਂ ਨੂੰ ਇਹੀ ਚੀਜ਼ਾਂ ਅਸੀਂ ਉਦੋਂ ਬੋਲਣ ਦੀ ਕੋਸ਼ਿਸ਼, ਅਸੀਂ ਰੋਕ ਗਏ ਸੀ ਉਹ ਚੀਜ਼ਾਂ ਕਹਿੰਦੇ ਵੀ ਅਸੀਂ ਕਹਿਣਾ ਨਹੀਂ ਚਾਹੁੰਦੇ ਕਿ ਜੇ ਇਹ ਚੀਜ਼ ਨੂੰ ਪਹਿਲੇ ਰੋਕ ਲਿਆ ਜਾਂਦਾ ਤਾਂ ਬਹੁਤ ਵਧੀਆ ਗੱਲ ਸੀ। ਜਦੋਂ ਪੰਜਾਬ 'ਚ ਸ਼ੁਰੂ ਹੋਇਆ ਸੀ ਉਦੋਂ ਰੋਕ ਲਿਆ ਜਾਂਦਾ। ਹੁਣ ਤੁਸੀਂ ਕਿਸੇ ਨੂੰ ਬਿੱਲ ਪਕੜਾ ਦਿੰਦੇ ਹੋ ਜੀ, ਲਓ ਤੁਹਾਡੇ ਵਾਸਤੇ ਇਹ ਕੰਮ ਕਰ ਰਿਹਾ ਨਹੀਂ ਕਰਤਾ, ਇੱਕ ਤੁਹਾਡੇ ਵਾਸਤੇ ਕਰਤਾ, ਤੁਹਾਡੇ ਫਾਇਦੇ ਦਾ। ਜੇ ਉਹ ਬੰਦਾ ਐਕਸੈਪਟ ਕਰਨ ਨੂੰ ਰਾਜੀ ਨਹੀਂ ਹੈ, ਤੁਸੀਂ ਉਹਨੂੰ ਵਾਪਸ ਲਓ। ਇਹ ਚੀਜ਼ ਉਹਦੀ ਖਤਮ ਹੋਣੀ ਚਾਹੀਦੀ ਸੀਗੀ। ਤੇ ਜਿਸ ਤਰ੍ਹਾਂ ਇਹ ਅੰਦੋਲਨ ਅੱਗੇ ਚੱਲ ਰਿਹਾ ਹੈ ਹੁਣ ਤੱਕ ਵੀ ਜਿਹੜੀਆਂ ਅੱਜ ਘਟਨਾਵਾਂ ਦੇਖ ਰਹੇ ਆਪਾਂ, ਤੇ ਇਹਦੇ ਬਾਰੇ ਅੱਗੇ ਆਪਾਂ ਫਿਊਚਰ ਦੇਖ ਕੇ ਬੜਾ ਆਪਾਂ ਨੂੰ ਲੱਗਦਾ ਹੈ ਕਿ ਇਹ ਪਤਾ ਨਹੀਂ ਕਿਸ ਜਗ੍ਹਾ ਤੇ ਕਿੱਥੇ ਚਲਾ ਜਾਵੇ। ਕੋਈ ਬੰਦੇ ਹੋ ਸਕਦਾ ਆਪਣੇ ਕੋਈ ਡਿਫਰੈਂਟ ਮੋਟਿਵਸ ਦੇ ਨਾਲ ਆ ਕੇ ਇਨਵੋਲਵ ਹੋ ਜਾਣ, ਜਾਂ ਕੋਈ ਆਪਣੀ ਗਲਤ ਸੋਚ ਵਾਲੇ ਬੰਦੇ ਵਿੱਚ ਇਨਵੋਲਵ ਹੋ ਜਾਣ, ਜਿਹੜੀ ਚੀਜ਼ਾਂ ਨਹੀਂ ਵੀ ਚਾਹੁੰਦੇ ਉਹ ਵੀ ਹੋਰ ਹੋ ਜਾਣ, ਜਿੱਦਾਂ ਪਹਿਲਾਂ ਆਪਾਂ ਦੇਖੀਆਂ ਨੇ। ਤੇ ਇਸ ਕਰਕੇ ਡਰ ਲੱਗਦਾ ਹੈ ਕਿ ਇਹ ਚੀਜ਼ ਨੂੰ ਜਲਦੀ ਖਤਮ ਹੋਣਾ ਚਾਹੀਦਾ, ਸਾਰੀ ਚੀਜ਼ ਜਲਦੀ ਰਿਜ਼ੋਲਵ ਹੋਣੀ ਚਾਹੀਦੀ ਹੈ, ਤਾਂ ਕਿ ਇਹ ਸਿਚੁਏਸ਼ਨ ਜਿਹੜੀ ਆਪਾਂ ਹੁਣ ਡਿਸਕਸ ਕੀਤੀ ਹੈ, ਤੁਸੀਂ ਵੀ ਉਹੀ ਚੀਜ਼ਾਂ ਵੀ ਉਹ ਤੱਕ ਨਾ ਪਹੁੰਚੇ। ਤੇ ਆਪਾਂ ਉਹ ਚੀਜ਼ਾਂ ਨੂੰ ਦੁਆ ਕਰਦੇ ਹਾਂ ਕਿ ਸਾਡੇ ਦੇਸ਼ ਦੇ ਵਿੱਚ ਸ਼ਾਂਤੀ ਰਵੇ, ਚੀਜ਼ਾਂ ਤੇ ਉੱਥੇ ਨਾ ਪਹੁੰਚਿਆ ਜਾਵੇ। ਇਹ ਚੀਜ਼ਾਂ ਨੂੰ ਅਸੀਂ ਬੜਾ ਡਰ ਕੇ ਕਹਿ ਰਹੇ ਹਾਂ। ਸਾਨੂੰ ਹਮੇਸ਼ਾ ਇਹ ਰਹਿੰਦਾ ਕਿ ਉਹ ਚੀਜ਼ਾਂ ਨਾ ਹੋਣ ਉੱਥੇ, ਜਿਹੜੀ ਅਸੀਂ ਵਾਰੀ ਗੱਲ ਕਰਦੇ। ਇੱਕ ਛੋਟੀ ਜਿਹੀ ਸਟੋਰੀ ਯਾਦ ਆ ਗਈ ਵੀ ਇੱਕ ਸਰਪੰਚ ਦਾ ਮੁੰਡਾ ਸੀ। ਸਰਪੰਚ ਨਾ ਆਪਣੇ ਮੁੰਡੇ ਦੀਆਂ ਕਸਮਾਂ ਖਾਂਦਾ ਹੁੰਦਾ ਸੀ ਕਿ ਮੇਰਾ ਮੁੰਡਾ ਬਹੁਤ ਵਧੀਆ ਹੈ। ਤੇ ਉਹ ਆਪਣੀ ਮੋਟਰ ਤੇ ਦੋਸਤਾਂ ਦੇ ਨਾਲ ਸ਼ਰਾਬ ਪੀਣ ਲੱਗਿਆ। ਮੀਟ ਰੱਖਿਆ ਹੋਇਆ, ਰਿੰਨਣਾ ਰੱਖਿਆ ਹੋਇਆ, ਤੇ ਸ਼ਰਾਬ ਪੀਣ ਲੱਗਿਆ। ਤਾਂ
ਜਿਹੜਾ ਬੰਦਾ ਉਹਦੇ ਨਾਲ ਲੱਗਦਾ ਸੀਗਾ, ਸ਼ਰੀਕ ਨੇ ਜਾ ਕੇ ਉਹਨੂੰ ਕਿਹਾ ਚੱਲ ਮੇਰੇ ਨਾਲ ਚੱਲ, ਕਹਿੰਦਾ ਤੈਨੂੰ ਦਿਖਾਵਾਂ ਤੇਰਾ ਮੁੰਡਾ ਕੀ ਕਰਦਾ। ਉਹਨੂੰ ਮੋਟਰ ਤੇ ਲੈ ਕੇ ਗਿਆ। ਜਦੋਂ ਮੋਟਰ ਤੋਂ ਥੋੜੀ ਦੂਰੀ ਤੇ ਸੀ ਨਾ, ਮੁੰਡੇ ਨੇ ਦੇਖਿਆ ਪਿਓ ਆ ਰਿਹਾ ਮੇਰਾ, ਉਹਨੇ ਫਟਾਫਟ ਸ਼ਰਾਬ ਦੀ ਬੋਤਲਾਂ ਚੱਕੀਆਂ, ਖੂਹ ਚ ਮਾਰੀਆਂ, ਪਤੀਲਾ ਚੱਕਿਆ, ਖੂਹ ਚ ਮਾਰਿਆ। ਸਰਪੰਚ ਨੇ ਉਹਨੂੰ ਕਿਹਾ ਆ ਜਾ ਮੁੜਿਆ ਹੁਣ ਇੱਥੇ। ਕਹਿੰਦਾ ਤੂੰ ਤਾਂ ਕਸਮਾਂ ਖਾਂਦਾ ਸੀ, ਕਹਿੰਦਾ ਹੁਣ ਚੱਲ, ਹੁਣ ਮੁੰਡੇ ਨਾਲ ਗੱਲ ਕਰ। ਉਹ ਕਹਿੰਦਾ ਇੰਨਾ ਹੀ ਬਹੁਤ ਹੈ ਕਿ ਮੇਰੀ ਸ਼ਰਮ ਆਉਂਦਾ, ਦੇਖ ਹੁਣ ਇੰਨੀ ਪਰਵਾਹ ਕਰੀ ਕਿੰਨੇ ਪੈਸੇ ਮੰਗੇ ਜਾ ਕੇ ਖੂਹ ਚ ਮਾਰਿਆ, ਇੰਨੀ ਇੱਜ਼ਤ ਕਰਦਾ ਬਹੁਤ ਹੈ। ਹੁਣ ਜ਼ਰੂਰੀ ਹੈ ਕਿ ਮੇਰਾ ਮੁੰਡਾ ਮੇਰੇ ਗੱਲ ਨੂੰ ਹੱਥ ਪਾਵੇ। ਬੜੀ ਪਤਾ ਦੀ ਗੱਲ ਤੁਸੀਂ ਕਹਿਤੀ ਹੈ। ਚਾਹੀਦੀ ਹੈ ਗੌਰਮੈਂਟ ਨੂੰ ਸਮਝਣੀ ਚਾਹੀਦੀ ਹੈ ਕਿ ਜਿਸ ਹੱਦ ਤੱਕ ਇੱਕ ਲੈਵਲ ਤੱਕ ਨਾ ਇਹਨਾਂ ਨੇ, ਜਿਵੇਂ ਯੂਪੀ ਦੇ ਵਿੱਚ ਡਰ ਬਣਾਤਾ, ਯੋਗੀ ਦਾ ਕਿੰਨਾ ਡਰ ਬਣਿਆ ਹੋਇਆ ਉੱਥੇ, ਧੱਕਾ ਹੋ ਰਿਹਾ, ਬਿਹਾਰ ਚ ਕਿੰਨਾ ਧੱਕਾ ਹੋ ਰਿਹਾ, ਈਵਨ ਪੰਜਾਬ ਚ ਵੀ ਕਾਫੀ ਧੱਕਾ ਹੋ ਰਿਹਾ ਲੋਕਾਂ ਦੇ ਨਾਲ। ਅਗਰ ਸਿਸਟਮ ਦੇ ਪੁਆਇੰਟ ਆਫ ਵਿਊ ਨਾਲ ਦੇਖੀਏ, ਸਿਸਟਮ ਦੇ ਪੁਆਇੰਟ ਆਫ ਵਿਊ ਨਾਲ ਆਪਾਂ ਦੇਖੀਏ ਤਾਂ ਕਹਿੰਦੇ ਨੇ ਕਿਸੇ ਦਾ ਗਲ ਉਨਾ ਕੁ ਦੱਬੋ ਕਿ ਡਰ ਜਾਵੇ ਤੁਹਾਤੋਂ, ਇਹਨਾਂ ਨਾਲ ਦੱਬੋ ਕਿ ਡਰ ਚੱਕਿਆ ਜਾਵੇ। ਰਾਈਟ, ਸਹੀ ਗੱਲ ਹੈ ਜੀ। ਜਿਸ ਤਰ੍ਹਾਂ ਉਹ ਨਿਊਜ਼ੀਲੈਂਡ ਵਾਲੀ ਭੈਣ ਕਹਿੰਦੀ ਮੈਂ ਕਫਨ ਰੱਖ ਕੇ ਆਈ ਹਾਂ, ਤਾਂ ਹੁਣ ਦੱਸੋ ਗਵਰਨਮੈਂਟ ਨੂੰ ਨਹੀਂ ਸਮਝ ਆ ਸਕਦੀ ਇਸ ਚੀਜ਼ ਦੀ? ਕਿਉਂ ਨਹੀਂ ਸਮਝ ਆ ਰਹੀ? ਜਦੋਂ ਬੰਦਾ ਆਪਣਾ ਸਾਰਾ ਕੁਝ ਵਾਰਨ ਲਈ ਤਿਆਰ ਹੋ ਗਿਆ, ਜਦੋਂ ਬੰਦਾ ਕਹਦੇ ਆਈ ਹੈਵ ਨਥਿੰਗ ਟੂ ਲੂਜ਼, ਉੱਥੇ ਬੰਦਾ ਤੁਸੀਂ ਸੋਚੋ ਬੰਦਾ ਕਿੱਥੋਂ ਤੱਕ ਜਾ ਸਕਦਾ। ਇਹੀ ਤਾਂ ਉਹ ਚੀਜ਼ਾਂ ਨੂੰ ਸਮਝਣ ਦੀ ਲੋੜ ਹੈ। These are the signs of civil war. These are the signs of ਰਾਈਟ, ਉਹੀ ਗੱਲ ਹੈ। ਇਹ ਚੀਜ਼ਾਂ ਨੂੰ ਸੋਚਣਾ ਚਾਹੀਦਾ, ਸਮਝਣਾ ਚਾਹੀਦਾ, ਹਜੇ ਵੀ ਕੰਟਰੋਲ ਕਰਨਾ ਚਾਹੀਦਾ ਇਹ ਚੀਜ਼ਾਂ ਨੂੰ। ਆਪਣੀ ਅਕੜ ਜਾਂ ਆਪਣੀ ਜਿੱਦ 'ਚ ਰਹਿ ਕੇ ਕਿ ਮੈਂ ਜੇ ਇੱਕ ਵਾਰੀ ਗੱਲ ਕਹਿਤੀ ਜਦੋਂ ਪਾਰ ਹੀ ਹੁੰਦੀ ਆ, ਵਾਪਸ ਆਉਂਦੀ ਨਹੀਂ, ਉਹ ਚੀਜ਼ਾਂ ਨੂੰ ਸਾਈਡ ਤੇ ਰੱਖ ਕੇ ਆਪਾਂ ਨੂੰ ਕਰਨਾ ਚਾਹੀਦਾ। ਇਹ ਚੀਜ਼ਾਂ ਨੂੰ ਕਰਨ ਦਾ ਸਮਝਣਾ ਚਾਹੀਦਾ। ਇੱਕ ਹੋਰ ਨਵੀਂ ਚੀਜ਼ ਜਿਹੜੀ ਸਾਹਮਣੇ ਆਈ ਹੈ, ਸਭ ਤੋਂ ਹਾਰਡ ਲੱਕ ਵਾਲੀ ਜਿਹੜੀ ਗੱਲ ਮੈਂ ਕਹਿ ਸਕਦਾ, ਬਹੁਤ ਹੀ ਫੈਟਲ ਚੀਜ਼ ਜਿਹੜੀ ਸਾਹਮਣੇ ਆਈ ਹੈ ਕਿ ਉਹਨਾਂ ਨੂੰ ਚਾਹਿਆ ਕਿ ਜਿਸ ਤਰ੍ਹਾਂ ਦਿੱਲੀ ਗਵਰਨਮੈਂਟ ਜਿਹੜੀ ਹੈ ਅਰਵਿੰਦ ਕੇਜਰੀਵਾਲ ਦੀ, ਉਹ ਫੈਸਿਲਿਟੀਜ਼ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਤੇ ਉਹਦੀਆਂ ਪਾਵਰਾਂ ਲੈ ਕੇ ਹੁਣ ਐਲਜੀ ਨੂੰ ਫੇਰ ਦਿੱਤੀਆਂ ਗਈਆਂ। ਯਾਰ ਦੈਟਸ ਟਰੂ, ਉਹ ਵੀ ਅੱਜ ਦੀ ਨਿਊਜ਼ ਹੈ ਜੀ, ਉਹ ਵੀ ਅੱਜ ਦੀ ਨਿਊਜ਼ ਹੈ। ਉਹ ਜਿਹੜਾ ਫਸਟ ਥਿੰਗ ਜਿਹੜੀ ਉਹ ਕਰ ਰਹੇ ਨੇ, ਉਹ ਉਹਨਾਂ ਨੂੰ ਇੰਨਾ ਦਬਾਅ ਪਾ ਰਹੇ ਨੇ ਕਿ ਕਿਸਾਨਾਂ ਦਾ ਜਿਹੜਾ, ਲੋਕਾਂ ਦਾ ਜਿਹੜਾ ਡਰ ਹੈ, ਉਹ ਗਵਰਨਮੈਂਟ ਦਾ ਚੱਕਿਆ ਜਾਵੇ, ਸਿਸਟਮ ਦਾ ਚੱਕਿਆ ਜਾਵੇ, ਔਰ that will be the worst situation. Yeah, that's true. ਬਿਲਕੁਲ ਸਹੀ ਗੱਲ ਹੈ ਤੁਹਾਡੀ। ਤਾਂ ਜਿਵੇਂ ਗਵਰਨਰ ਰੂਲ ਕਰਤਾ ਉਹ ਚੀਜ਼ ਗੱਲ ਹੋ ਜਾਂਦੀ ਦੁਆਕੇ ਪਾਸੇ। ਇਹਨਾਂ ਨੇ ਤਾਂ ਬਿਲਕੁਲ ਉਹ ਚੀਜ਼ਾਂ ਨੂੰ ਡੈਮੋਕ੍ਰੇਸੀ ਖਤਮ ਕਰਨ ਵਾਲੀ ਚੀਜ਼ਾਂ ਹੋ ਗਈਆਂ ਹੈ। ਗਿੱਲ ਸਾਹਿਬ, ਮੈਂ ਤੁਹਾਡੇ ਕੋਲ ਇੱਕ ਵਾਰ ਫੇਰ ਆਉਣਾ ਚਾਹੁੰਦਾ ਹੈ। ਜਿਹੜੇ ਆਪਾਂ ਹੁਣ 26 ਜਨਵਰੀ ਦਾ ਐਪੀਸੋਡ ਹੋਇਆ, ਉਸ ਤੋਂ ਬਾਅਦ ਕੁਛ ਲੋਕ ਉਸ ਵਾਸਤੇ ਰਿਸਪੋਂਸੀਬਲ ਸੀਗੇ, ਕੁਛ ਬੰਦਿਆਂ ਨੇ ਜੋ ਕੁਛ ਕੀਤਾ ਉੱਥੇ। ਆਪਾਂ ਵੀ ਚਾਹੁੰਦੇ ਕਿ ਜਿਹੜੇ ਬੰਦੇ ਉੱਥੇ ਰਿਸਪੋਂਸੀਬਲ ਸੀਗੇ ਉਸ ਵਾਸਤੇ, ਜਿਹੜੇ ਬੰਦਿਆਂ ਨੇ ਗਲਤ ਕੰਮ ਕੀਤਾ ਜੋ ਕੁਛ ਹੈਗਾ, ਅਸੀਂ ਵੀ ਚਾਹੁੰਦੇ ਉਹ ਬੰਦਿਆਂ ਨੂੰ ਬੇਸ਼ੱਕ ਸਜ਼ਾ ਮਿਲੇ। ਅਸੀਂ ਵੀ ਚਾਹੁੰਦੇ ਸਜ਼ਾ ਮਿਲੇ ਉਹ ਬੰਦਿਆਂ ਨੂੰ ਜਿਹੜੇ ਬੰਦੇ ਨੇ ਚੀਜ਼ ਗਲਤ ਕੀਤੀ ਉੱਥੇ। ਪਰ ਉਹਦੇ ਨਾਲ ਬਹੁਤ ਸਾਰੇ ਹੋਰ ਬੰਦੇ ਨੇ, ਜਿਹੜੇ ਹੋਰ ਯੂਥ ਆਪਣਾ ਉੱਥੇ ਉਹਨਾਂ ਨੇ ਪੁਲਿਸ ਨੇ ਚੱਕ ਲਿਆ। ਕਾਫੀ ਲੋਕ ਅਜੇ ਤੱਕ ਲਾਪਤਾ ਨੇ। ਇਸ ਬਾਰੇ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਜੀ? ਦੇਖੋ ਜੀ, ਮੇਰੇ ਥੋੜੇ ਜਿਹੇ ਵਿਚਾਰ ਡਿਫਰੈਂਟ ਹੈਗੇ ਆ ਭੁਪਿੰਦਰ ਜੀ ਨਾਲੋਂ। ਮੈਂ ਇਹ ਸਮਝਦਾ ਕਿ ਜਿਹੜੀ ਇਹ ਮੂਵਮੈਂਟ ਹੈ, ਇਹ ਪੈਸਿਵ ਰੈਜ਼ਿਸਟੈਂਟ ਮੂਵਮੈਂਟ ਹੈ। ਇਹ 90% ਜਿਹੜੀ ਹੈ ਉਹ ਪੈਸਿਵ ਰੈਜ਼ਿਸਟੈਂਟ ਮੂਵਮੈਂਟ ਹੀ ਰਹੀ ਹੈ, ਕਿਉਂਕਿ ਮੀਡੀਆ ਨੇ ਇਹ ਦਿਖਾਇਆ ਹੀ ਨਹੀਂਗਾ ਕਿ 26 ਜਨਵਰੀ ਕਿੰਨੇ ਵਧੀਆ ਤਰੀਕੇ ਦੇ ਨਾਲ ਫਾਰਮਰਸ ਨੇ ਸੈਲੀਬ੍ਰੇਟ ਕੀਤੀ। ਜਿਹੜੇ 10% ਉਹਨਾਂ ਨੇ ਆਪਦੀ ਚਾਲ ਦੇ ਨਾਲ ਜਾਣ ਕੇ ਉਹਨਾਂ ਨੂੰ ਗਲਤ ਰਾਹ ਦੇ ਉੱਤੇ ਤੋਰਿਆ, ਉਹਨਾਂ ਨੂੰ ਸਹੀ ਰਾਹ ਦੇ ਉੱਤੇ ਚੜ੍ਹਨ ਹੀ ਨਹੀਂ ਦਿੱਤਾ। ਕਹਿੰਦੇ ਨਹੀਂ ਜੀ ਇਹ ਰਾਹ ਗਲਤ ਜਾ ਰਿਹਾ, ਇਹ ਤੁਸੀਂ ਇੱਧਰ ਨਹੀਂ ਜਾਣਾਗਾ, ਜਿੱਧਰ ਸਹੀ ਸੀ ਦੂਜੇ ਪਾਸੇ ਨੂੰ ਤੋਰਿਆ। ਉਹਦੇ ਵਿੱਚ ਮੈਂ ਇਹ ਨਹੀਂ ਕਹਿੰਦਾ ਉਹਦੇ ਚ ਗੌਰਮੈਂਟ ਦਾ, RSS ਦਾ, BJP ਦਾ ਬੰਦਾ ਇਨਵੋਲਵ ਸੀ। ਇਹ ਸਾਰਾ ਕੁਝ ਮਿਲੀ ਜੁਲੀ ਭੁਗਤ ਸੀ। ਜਿਹੜੇ ਇਨੋਸੈਂਟ ਬੰਦੇ ਸੀਗੇ, ਉਹ ਪੁਲਿਸ ਨੇ ਜਦੋਂ ਉਹਨਾਂ ਨੂੰ ਕਹਿਤਾ ਕਿ ਤੁਸੀਂ ਇੱਧਰ ਨੂੰ ਜਾਣਾ ਹੈ, ਤੁਸੀਂ ਰੋਂਗ ਵੇ ਜਾਣਾ ਹੈ, ਉਹ ਉੱਥੇ ਫਸ ਗਏ। ਦੇ ਹੈਵ ਨੋ ਚੁਆਇਸ। ਜਦੋਂ ਕਿ ਉੱਥੇ ਐਂਡ ਅਪ ਇਨ ਲਾਲ ਕਿਲਾ, ਜਿੱਥੇ ਕਿ ਇਹ ਸਾਰੇ ਇਨਸੀਡੈਂਟ ਹੋਈ ਹੈ, ਉਹਦੇ ਚ ਮੈਜੋਰਿਟੀ ਜਿਹੜੀ ਹੈ ਉਹ ਥੋੜੇ ਬੰਦਿਆਂ ਦੀ ਚਾਲ ਸੀ, ਗੌਰਮੈਂਟ ਦੇ ਨਾਲ ਰਲ ਕੇ ਚਾਲ ਸੀ। ਪਰ ਜਿਹੜੇ ਬੰਦੇ ਉੱਥੇ ਗਲਤੀ ਦੇ ਨਾਲ ਪਹੁੰਚ ਗਏ, ਉਹ ਹੁਣ ਫੜੇ ਗਏ ਆ। ਤਾਂ ਉਹ ਛਡਾਉਣਾ ਜਿਹੜਾ ਹੈ, ਉਹ ਕਿਸਾਨ ਜਥੇਬੰਦੀਆਂ ਜਿਹੜੀਆਂ ਉਹ ਇਸ ਦੇ ਉੱਤੇ ਪੂਰੀ ਤਰ੍ਹਾਂ ਜ਼ੋਰ ਲਾ ਰਹੀਆਂ ਕਿ ਉਹਨਾਂ ਨੂੰ
ਬਿਨਾਂ ਕਿਸੇ ਸ਼ਰਤ ਦੇ ਉਹਨਾਂ ਨੂੰ ਰਿਹਾਈ ਦਿੱਤੀ ਜਾਵੇ, ਕਿਉਂਕਿ ਹਮ। ਉਹ ਗਵਰਨਮੈਂਟ ਪੁਲਿਸ ਵਾਲਿਆਂ ਦੀ ਗਲਤੀ ਦੇ ਨਾਲ, ਪੁਲਿਸ ਵਾਲਿਆਂ ਦੀ ਗਲਤ ਗਾਈਡੈਂਸ ਦੇ ਨਾਲ ਦੇ ਐਂਡਡ ਅਪ ਹਾਂਜੀ। देयर, दैट वाज नॉट देयर ਇੰਟੈਂਸ਼ਨ। ਜਿਹਦੀ ਹਮ। ਇੰਟੈਂਸ਼ਨ ਸੀਗੀ ਉਹਨੂੰ ਫੜੋ, ਉਹਨੂੰ ਤੁਸੀਂ ਜੋ ਉਹਨੂੰ ਸਜ਼ਾ ਦੇਣੀ ਹੈ ਦਿਓ, ਅਸੀਂ ਇਹ ਬਿਲਕੁਲ। ਕੰਡੈਮ ਕਰਦੇ ਹਾਂ। ਪਰ ਹਮ। ਜਿਹੜੇ ਬੰਦਿਆਂ ਨੂੰ ਭੇਜਿਆ ਗਿਆ ਉਹਨਾਂ ਦਾ ਜਿਹੜਾ ਬੰਦੇ ਉੱਥੇ ਜਿਹੜੇ ਰੋਕ ਰਹੇ ਸੀ, ਜਿਹੜੇ ਉਹ ਪੁਲਿਸ ਵਾਲੇ ਸੀ, ਉਹਨਾਂ ਤੇ ਐਕਸ਼ਨ ਲਓ, ਉਹਨਾਂ ਨੂੰ ਕਰੋ। ਫਿਰ ਤੁਸੀਂ ਦੇਖੋ ਉਹਦੇ ਚ ਇਹ ਵੀ ਇਹ ਪੁਲਿਸ ਵਾਲੇ ਕਹਿੰਦੇ ਜੀ ਅਸੀਂ ਇਹ ਕਿਲਾਬੰਦੀ ਕਰ ਰਹੇ ਹਾਂ, ਅਸੀਂ ਇਹ ਜਿਹੜੇ ਆਪਣਾ ਬੰਕਰ ਬਣਾ ਰਹੇ ਹਾਂ ਜਾਂ ਹੋਰ ਕਰ ਰਹੇ ਹਾਂ। ਇਹ ਜੀ ਦੇਖੋ 125 ਜਿਹੜੇ ਪੁਲਿਸ ਵਾਲੇ ਆ ਉਹ ਹਲਾਕ ਹੋ ਗਏ, ਉਹ ਆਈ ਮੀਨ ਟੂ ਸੇ ਹਰਟ ਹੋ ਗਏ, ਹਨਾ। ਦੇਖੋ ਮੈਂ ਬੜਾ ਕੰਡੈਮ ਕਰਦਾ ਇਸ ਗੱਲ ਨੂੰ, ਹਰਟ ਹੋਏ ਆ, ਪਰ ਉਹ ਕਿਹਦੀ ਗਲਤੀ ਨਾਲ ਹੋਏ ਆ? ਉਹ ਇਸੇ ਗਵਰਨਮੈਂਟ ਦੀ ਬਣਾਈ ਹੋਈ ਸਾਜ਼ਿਸ਼ ਦੇ ਰਾਹੀਂ, ਇਹਨਾਂ ਰਾਹੀਂ ਹਰਟ ਹੋਏ ਆ। ਇਸੇ ਪੁਲਿਸ ਨੇ ਉਹਨਾਂ ਨੂੰ ਗਲਤ ਗਾਈਡ ਕੀਤਾ ਜਿੱਧਰ ਨੂੰ ਜਾਓ, ਤੇ ਜੇ ਉਹ ਉਸ ਥਾਂ ਦੇ ਉੱਤੇ ਪਹੁੰਚ ਕੇ ਜੇ ਉਸ ਸਿਚੁਏਸ਼ਨ ਤੁਸੀਂ ਕ੍ਰੀਏਟ ਕਰਤੀ ਹੈ, ਉਹਦਾ ਰਿਸਪੌਂਸੀਬਲ ਉਹ ਯੂਥ ਨਹੀਂ ਹੈ। ਉਹ 10% ਜਾਂ 5% ਜਿਹੜਾ ਉਹ ਹੋਇਆ, ਉਹ ਤੁਹਾਡੀ ਗਲਤੀ ਦੇ ਨਾਲ ਉਹ ਸ਼ੁਰੂ ਹੋਇਆ। ਤੁਸੀਂ ਸੋਚਿਆ ਇਹ ਬੜਾ ਸੌਖਾ ਜਿਹਾ ਕੰਮ ਹੈ, ਇਹਨੂੰ ਇਸ ਤਰ੍ਹਾਂ ਕਰ ਦਿਓ ਕਿ ਵੀ ਕੈਨ ਕੰਟਰੋਲ ਇਟ, ਪਰ ਤੁਸੀਂ ਕੰਟਰੋਲ ਨਹੀਂ ਕਰ ਸਕੇ ਉਸ ਨੂੰ। 90% ਜਿਹੜਾ ਉਹ ਤੁਸੀਂ ਸਹੀ ਜਿਹੜੀ ਹੈ ਆਪਣਾ ਫਾਰਮਰ ਦੀ ਜਿਹੜੀ ਪਰੇਡ ਹੈ ਟਰੈਕਟਰ ਦੇ ਰਾਹੀਂ ਜੋ ਉਹਨਾਂ ਨੇ ਦੇਖੀ ਹੈ, ਜਿੱਥੇ 5000 ਦਾ ਇਹਨਾਂ ਦੀ ਐਸਟੀਮੇਟ ਸੀ, ਕਿੰਨੇ ਹਜ਼ਾਰਾਂ ਟਰੈਕਟਰ ਉੱਥੇ ਪਹੁੰਚ ਗਿਆ। ਉਹ ਐਡੀ ਵਧੀਆ ਪਰੇਡ ਹੈ ਕਿ ਉਹਦੇ ਮੂਹਰੇ ਕੋਈ ਹੋਰ ਪਰੇਡ ਅੱਜ ਤੱਕ ਇਹੋ ਜਿਹੀ ਹੋਈ ਨਹੀਂ ਗੀ। ਉਹਨਾਂ ਨੇ ਬੜਾ ਵਧੀਆ ਨਮੂਨਾ ਜਿਹੜਾ ਉਹ ਪੇਸ਼ ਕੀਤਾ। ਸੋ ਮੇਰੇ ਹਿਸਾਬ ਦੇ ਨਾਲ ਉਹ ਬੱਚੇ ਜਿਹੜੇ ਫੜੇ ਗਏ ਆ, ਨੌਜਵਾਨ ਜਿਹੜੇ ਫੜੇ ਗਏ ਆ, ਉਹਨਾਂ ਨੂੰ ਛੱਡਿਆ ਜਾਣਾ ਚਾਹੀਦਾ। ਇਸ ਲਈ ਜਿਹੜੇ ਅੱਜ ਦੀ ਆਪਾਂ ਰਾਜੇਵਾਲ ਜੀ ਦੀ ਆਪਣਾ ਸੁਣੀ ਆਪਣਾ ਕੁਐਸਚਨ ਆਨਸਰ ਵੀ, ਤੇ ਉਹਨਾਂ ਨੇ ਵੀ ਇਹੀ ਗੱਲ ਕਹੀ ਹੈਗੀ ਹੈ ਕਿ ਅਸੀਂ ਉਹਨਾਂ ਲਈ ਪੂਰਾ ਜ਼ੋਰ ਲਾਵਾਂਗੇ ਕਿ ਭਾਈ ਉਹਨਾਂ ਨੂੰ ਛੱਡਿਆ ਜਾਵੇ। ਉਹਨਾਂ ਨੇ ਇੱਕ ਲੀਗਲ ਸੈੱਲ ਵੀ ਇਸ ਕਰਕੇ ਕੈਂਪ ਕੀਤਾ। ਉਹਨਾਂ ਨੇ ਅਟਾਰਨੀਜ਼ ਵੀ ਜਿਹੜੇ ਆ, ਇੱਕ ਜਥੇਬੰਦੀ ਆਈ ਹੈ ਜਿੱਥੇ ਕਿ ਤੁਸੀਂ ਸਾਰੇ ਜਿੰਨੇ ਬੰਦੇ ਫੜੇ ਗਏ ਆ ਜਾਂ ਲਾਪਤਾ ਹੈ, ਉਹ ਸਾਰਿਆਂ ਦਾ ਰੈਕੋਰਡ ਰੱਖ ਰਹੇ ਆ ਗਵਰਨਮੈਂਟ ਦੇ ਕੋਲ। ਉਹਨਾਂ ਨੇ ਜਿਹੜਾ ਹੁੰਦਾ ਇਹਨਾਂ ਦਾ ਕਿ ਹੁੰਦਾ ਕੀ ਰਿਟਰਨ RTS ਹੁੰਦਾ, ਉਹਦੇ ਰਾਹੀਂ ਉਹਨਾਂ ਨੇ ਉਹਨਾਂ ਕੋਲੋਂ ਠੀਕ ਹੈ RTI ਸਰ, ਉਹਦੇ ਰਾਹੀਂ ਉਹਨਾਂ ਨੇ ਉਹਨਾਂ ਕੋਲੋਂ ਪਤਾ ਲਿਆ ਕਿ ਕਿੰਨੇ ਬੰਦੇ ਜਿਹੜੇ ਆ ਇਸ ਵੇਲੇ ਜੇਲ੍ਹ ਦੇ ਵਿੱਚ ਹੈਗੇ ਆ। ਸੋ ਹੋਪਫੁਲੀ ਐਵਰੀਥਿੰਗ ਵਿਲ ਐਂਡ ਅਪ ਇਨ ਗੁੱਡ ਵੇ, ਤੇ ਇਨੋਸੈਂਟ ਬੰਦੇ ਆ ਜਿਹੜੇ ਉਹਨਾਂ ਨੂੰ ਰਿਹਾ ਹੋਣਾ ਚਾਹੀਦਾ। ਤੇ ਪੱਤਰਕਾਰੀ ਦੀ ਗੱਲ ਭੁਪਿੰਦਰ ਜੀ ਨੇ ਬਹੁਤ ਵਧੀਆ ਕੀਤੀ ਹੈ ਕਿ ਦੋ ਜਿਹੜੇ ਮੇਨ ਸੀਗੇ, ਪੂਨੀਆ ਜੀ ਦਾ ਤੁਸੀਂ ਦੇਖਿਆ ਜੀ ਕਿਵੇਂ ਉਹਨਾਂ ਦੀਆਂ ਕੁੱਟਿਆ, ਉਹਨਾਂ ਨੂੰ ਕਿਵੇਂ ਉਹਨਾਂ ਦੇ ਡੰਡੇ ਮਾਰੇ ਆ, ਕਿਵੇਂ ਉਹਨਾਂ ਨੂੰ ਮਜ਼ਾਕ ਕੀਤਾ ਉੱਥੇ ਕਿ ਤੁਸੀਂ ਹੋਰ ਐਕਸਪੋਜ਼ ਕਰ ਰਹੇ ਆ, ਤੁਸੀਂ ਬੰਦਿਆਂ ਨੂੰ, ਸਾਡਿਆਂ ਨੂੰ ਕਿਹੜੇ ਪੱਥਰ ਸੁੱਟ ਰਹੇ ਆ। ਇਸੇ ਤਰ੍ਹਾਂ ਇੱਕ ਲੜਕੀ ਪੱਤਰਕਾਰ ਹੈਗੀ ਹੈ। ਸੋ ਦੋਜ਼ ਆਰ ਦੀ ਬੈਡ ਪਾਰਟਸ ਜਿਹੜੀਆਂ ਕਿ ਸਾਨੂੰ ਜਿਹੜੀਆਂ ਉਹ ਨਿੰਦਣੀਆਂ ਚਾਹੀਦੀਆਂ, ਬਹੁਤ ਜ਼ਿਆਦਾ ਜ਼ਰੂਰੀ ਹੈਗੀ ਹੈ ਕਿ ਇਸ ਗੱਲ ਨੂੰ ਐਕਸਪੋਜ਼ ਕੀਤਾ ਜਾਵੇ। ਤੁਹਾਡੀ ਗੱਲ ਸਹੀ ਗੱਲ ਹੈ। ਇਹਦੇ ਵਿੱਚ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਆਹੀ ਚੀਜ਼ ਮੈਂ ਫੇਰ ਰਿਪੀਟ ਥੋੜੀ ਗੱਲ ਕਰਨਾ ਚਾਹੁੰਦਾ ਕਿ ਜੋ ਉੱਥੇ ਜੋ ਪੁਲਿਸ ਆਪਣੇ ਪੁਲਿਸ ਨੇ ਗਾਈਡ ਕੀਤਾ ਹੈ ਕਾਫੀ ਜਗ੍ਹਾ ਤੇ ਕਿ ਜਿਹੜੇ ਸਹੀ ਰਸਤਾ ਸੀਗਾ ਉਹ ਬੰਦ ਕੀਤਾ ਹੋਇਆ ਸੀਗਾ। ਰਾਜੇਵਾਲ ਸਾਹਿਬ ਨੇ ਦੱਸਿਆ ਕਈ ਜਗ੍ਹਾ ਤੇ ਕਿ ਅਸੀਂ ਆਪ ਵੀ ਉੱਥੇ ਕਿੰਨੇ ਰੁਕੇ ਰਹੇ ਹਾਂ। ਅੱਜ ਉਹਦੇ ਉਹਨਾਂ ਦੀ ਇੰਟਰਵਿਊ ਦੇਖੀ, ਅਸੀਂ ਸੁਣੀ ਹੈ, ਤੇ ਵੀ ਉੱਥੇ ਅਸੀਂ ਰੁਕੇ ਰਹੇ ਹਾਂ। 5-7 ਆਗੂ ਵੀ ਰੁਕੇ ਰਹੇ ਨੇ ਉੱਥੇ ਵੀ, ਫਿਰ ਵੀ ਪੁਲਿਸ ਵਾਲੇ ਉਹ ਅਲੱਗ ਜਗ੍ਹਾ ਤੇ ਭੇਜ ਰਹੇ ਸੀ ਜਿੱਥੇ ਉਹਨਾਂ ਨੂੰ ਭੇਜਣਾ ਨਹੀਂ ਚਾਹੀਦਾ ਸੀਗਾ। ਉਹਨਾਂ ਨੇ ਖੁਦ ਗਾਈਡ ਕੀਤਾ। ਇਹ ਚੀਜ਼ਾਂ ਦੇਖ ਕੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਇਹ ਗਲਤ ਹੋ ਰਿਹਾ ਹੈ, ਤਾਂ ਰਾਜੇਵਾਲ ਸਾਹਿਬ ਨੇ ਦੱਸਿਆ ਕਿ ਅਸੀਂ 3-4 ਵਜੇ ਆਪ ਹੀ ਕਾਲ ਆਫ ਕਰਤਾ ਸੀਗਾ ਕਿ ਅਸੀਂ ਇਹ ਨਹੀਂ ਕਰਨਾ ਚਾਹੀਦਾ। ਉਹਨਾਂ ਨੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ ਪੂਰੀ ਜਿੰਨੀ ਉਹ। ਇੱਕ ਹੋਰ ਥੋੜੀ ਗੱਲ ਤੁਸੀਂ ਚੀਜ਼ ਨੂੰ ਹਾਈਲਾਈਟ ਕੀਤੀ ਚੀਜ਼ ਮੈਂ ਉਹ ਯਾਦ ਕਰਨਾ ਚਾਹੁੰਦਾ। ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਉੱਥੇ ਪੁਲਿਸ ਵਾਲੇ ਬੰਦੇ ਵੀ ਇੰਨੇ ਜ਼ਿਆਦਾ ਫੱਟੜ ਹੋਏ ਨੇ, ਤੇ ਆਪਾਂ ਜੈ ਜਵਾਨ ਜੈ ਕਿਸਾਨ ਕਹਿੰਦੇ ਆਏ ਆ ਚੀਜ਼ਾਂ ਨੂੰ, ਤੇ ਹੁਣ ਵੀ ਆਪਾਂ ਜੈ ਜਵਾਨ ਜੈ ਕਿਸਾਨ ਕਹਿੰਦੇ ਆ। ਤੇ ਬੜੀ ਤਰਾਸਦੀ ਵਾਲੀ ਗੱਲ ਹੈ, ਬੜੀ ਇਹ ਭਾਵੁਕਤਾ ਵਾਲੀ ਗੱਲ ਹੈ ਕਿ ਉਹੀ ਕਿਸਾਨ ਉੱਥੇ ਬੈਠੇ ਨੇ, ਡੰਡੇ ਖਾ ਰਹੇ ਨੇ, ਉਹਨਾਂ ਦੇ ਮੁੰਡੇ ਜਿਹੜੇ, ਉਹਨਾਂ ਦੇ ਬੇਟੇ ਜਿਹੜੇ ਜਵਾਨ ਨੇ, ਉਹੀ ਪਿਸ ਰਹੇ ਨੇ, ਉਹੀ ਪਰਿਵਾਰ ਪਿਸ ਰਹੇ ਆ, ਪਿਓ ਉੱਥੇ ਪਿਸ ਰਿਹਾ, ਉਹਨਾਂ ਦਾ ਮੁੰਡਾ ਉੱਥੇ ਪਿਸ ਰਿਹਾ। ਇਹ ਕੌਣ ਦੇਖੋ ਤੁਸੀਂ ਵੀ ਕੀ ਗੇਮਾਂ ਖੇਡੀਆਂ ਜਾ ਰਹੀਆਂ ਨੇ। ਇਹ ਬੜੀ ਇਹ ਦੁਖਦਾਇਕ ਚੀਜ਼ਾਂ ਨੇ ਸਾਡੇ ਸਾਹਮਣੇ ਆ ਰਹੀਆਂ ਨੇ, ਜਿਹੜੀ ਚੀਜ਼ਾਂ ਨਹੀਂ ਆਉਣੀਆਂ ਚਾਹੀਦੀਆਂ ਸੀਗੀਆਂ। ਫਲਾ ਰਹੇ ਆ ਉਹਨਾਂ ਨੂੰ, ਗੋਦੀ ਮੀਡੀਆ ਰਾਹੀਂ ਉਹਨਾਂ ਨੂੰ ਝੂਠ ਫੈਲਾ ਰਹੇ ਆ, ਤੇ ਉਹਦੇ ਨਾਲ ਜਿਹੜਾ ਮੇਰਾ ਖਿਆਲ ਹੈ ਕਿ ਬੇਸਿਕਲੀ ਇਹ ਜਿਹੜੀ ਚੀਜ਼ ਹੈਗੀ ਹੈ, ਇਹ ਸੂਨਰ ਔਰ ਲੇਟਰ ਇਟ ਵਿਲ ਫਾਇਰ ਬੈਕ। ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ।
ਤੋ ਅਸੀਂ ਇਹੀ ਕਾਮਨਾ ਕਰਦੇ ਹਾਂ ਜੀ। ਹੁਣ ਅਸੀਂ ਸ਼ੈਲੀ ਸਾਹਿਬ ਸਿਰਫ 1 ਮਿੰਟ ਵਾਸਤੇ ਤੁਸੀਂ ਮੈਨੂੰ ਦੱਸ ਦਿਓ ਕਿ ਹੁਣ ਆਪਾਂ ਫਾਈਨਲੀ ਆਪਾਂ ਕੀ ਦੇਖ ਰਹੇ ਹਾਂ ਮੂਵਮੈਂਟ ਨੂੰ ਤੇ ਕਿਸ ਸਟੇਜ ਤੇ ਦੇਖ ਰਹੇ ਹਾਂ ਫਾਈਨਲੀ। ਬਸ ਤੁਸੀਂ ਮੈਨੂੰ 1 ਮਿੰਟ ਵਾਸਤੇ ਸਮ ਅਪ ਕਰਨਾ ਆਪਣਾ, ਤੁਸੀਂ ਮੈਨੂੰ ਲਾਸਟ ਵਾਸਤੇ ਦੱਸੋ ਜੀ ਕਮੈਂਟ ਸਕਦੇ। ਫਾਈਨਲੀ ਤਾਂ ਇਹੀ ਹੈ ਜੀ, ਦੇਖੋ ਮੂਵਮੈਂਟ ਆਪਣੀ ਫੇਲ ਨਹੀਂ ਹੋ ਸਕਦੀ, ਮੂਵਮੈਂਟ ਆਪਾਂ ਜ਼ਰੂਰ ਜਿੱਤਾਂਗੇ। ਜਿਸ ਹਿਸਾਬ ਨਾਲ ਆਪਣੀ ਲੀਡਰਸ਼ਿਪ ਬੜੇ ਤਰੀਕੇ ਦੇ ਨਾਲ ਚੱਲ ਰਹੀ ਹੈ, ਬੜੇ ਸੋਚ ਸਮਝ ਕੇ ਚੱਲ ਰਹੀ ਹੈ, ਮੂਵਮੈਂਟ ਆਪਾਂ ਜਿੱਤਾਂਗੇ। ਔਰ ਲੋਕਾਂ ਦਾ ਜਿਹੜਾ ਜੋਸ਼ ਆਪਾਂ ਦੇਖ ਰਹੇ ਹਾਂ, ਜੋਸ਼ ਦੇ ਹਿਸਾਬ ਨਾਲ ਵੀ ਆਪਾਂ ਅਗਰ ਦੇਖੀਏ ਮੂਵਮੈਂਟ ਆਪਾਂ ਜਿੱਤਾਂਗੇ। ਪਰ ਜਿਹੜਾ ਐਡਾਮੈਂਟ ਐਟੀਟਿਊਡ ਜਿਹੜਾ ਹੈਗਾ ਗਵਰਨਮੈਂਟ ਦਾ, ਬਸ ਸਿਰਫ ਉਸ ਤੋਂ ਡਰ ਲੱਗਦਾ ਕਿ ਉਸ ਦੀ ਬੇਵਕੂਫੀ ਕਰਕੇ ਕੁਝ ਆਪਣੇ ਨੌਜਵਾਨ ਜਿਹੜੇ ਹੈਗੇ ਕੋਈ ਅਗਰੈਸਿਵ ਵੇ ਯੂਜ਼ ਨਾ ਕਰਨ। ਔਰ ਆਪਾਂ ਕਾਮਨਾ ਕਰਦੇ ਹਾਂ ਕਿ ਇਹ ਸਮੂਥਲੀ ਔਰ ਸਹੀ ਤਰੀਕੇ ਦੇ ਨਾਲ ਜਿਹੜਾ ਹੈ ਸੰਘਰਸ਼ ਆਪਣਾ ਕਾਮਯਾਬੀ ਵੱਲ ਵਧੇ ਔਰ ਕਾਮਯਾਬ ਹੋਵੇ। ਬਿਲਕੁਲ ਸ਼ੈਲੀ ਸਾਹਿਬ, ਬਿਲਕੁਲ ਤੁਹਾਡੇ ਬਹੁਤ ਜੋ ਸਮਝ ਲਓ ਆਈ ਕੈਨ ਸੇ ਕਿ ਯੂ ਟੁਕ ਮਾਈ ਵਰਡਸ। ਆਹੀ ਚੀਜ਼ਾਂ ਮੈਂ ਐਂਡ ਤੇ ਕਰਨੀਆਂ ਸੀਗੀਆਂ ਕਿ ਇਹ ਅਸੀਂ ਵੀ ਇਹੀ ਚਾਹੁੰਦੇ ਹਾਂ ਸ਼ਾਂਤਮਈ ਰਵੇ ਸਾਰਾ ਕੁਝ ਇਹ ਚੀਜ਼ਾਂ ਇੱਦਾਂ ਰਹਿਣ ਤੇ ਥੋੜਾ ਬਹੁਤ ਉਹਨਾਂ ਨੂੰ ਸੁਮਤ ਆਵੇ ਚੀਜ਼ਾਂ ਨੂੰ ਵੀ ਆਪਾਂ ਇਹ ਨਹੀਂ ਕਰਨੀ ਆਪਣੀ ਆਕੜ ਛੱਡ ਕੇ ਇਹ ਬਿੱਲ ਨੂੰ ਵਾਪਿਸ ਲੈ ਕੇ ਇਹਨਾਂ ਨੂੰ ਕਿਸਾਨਾਂ ਨੂੰ ਆਪਣੇ ਘਰ ਭੇਜਣ ਤੇ ਆਪਾਂ ਸਾਰਿਆਂ ਨੂੰ ਦੇਖੀਏ ਕਿ ਸੁੱਖ ਸ਼ਾਂਤੀ ਫੇਰ ਹੋਵੇ ਆਪਣੇ ਦੇਸ਼ ਦੇ ਵਿੱਚ। ਆਪਾਂ ਇਹੀ ਕਾਮਨਾ ਕਰਦੇ ਹਾਂ ਜੀ। ਬਹੁਤ ਬਹੁਤ ਧੰਨਵਾਦ ਸ਼ੈਲੀ ਸਾਹਿਬ। ਗਿੱਲ ਸਾਹਿਬ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਸਾਡੇ ਜੁੜਨ ਵਾਸਤੇ। ਥੈਂਕ ਯੂ ਜੀ ਅਮਨ ਜੀ, ਥੈਂਕ ਯੂ ਵੈਰੀ ਮਚ ਵਿੰਦਰ ਜੀ, ਥੈਂਕ ਯੂ ਵੈਰੀ ਮਚ। ਤੁਹਾਡੇ ਵਿਚਾਰ ਸੁਣ ਕੇ ਵਿੰਦਰ ਜੀ ਬਹੁਤ ਵਧੀਆ ਲੱਗਿਆ। ਤੇ ਅਮਨ ਜੀ ਥੈਂਕ ਯੂ ਵੈਰੀ ਮਚ। ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ।